ਹੋਵੇਗਾ। ਬਾਬਾ ਦੀਪ ਸਿੰਘ ਜੀ ਘਰ ਦੇ ਵਿੱਚ ਰੱਖਿਆ ਗਿਆ ਨਾਮ ਦੀਪਾ, ਮਾਤਾ ਤੇ ਪਿਤਾ ਜੀ ਦੇ ਨਾਲ 17 ਸਾਲ ਦੀ ਉਮਰ, ਸਨ 1700 ਕਿਉਂਕਿ 1683 ਦਾ ਜਨਮ ਹੈ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਦੇ ਵਿੱਚ। ਹੁਣ ਉਸ ਸਮੇਂ ਜਦੋਂ ਦਰਬਾਰ ਦੇ ਵਿੱਚ ਇਹ ਗਏ ਨੇ ਤੇ ਤਿੰਨ ਸ਼ਖਸੀਅਤਾਂ ਨੇ, ਸ਼ਖਸੀਅਤਾਂ ਮੇਰਾ ਕਹਿਣ ਤੋਂ ਭਾਵ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਿਆਰ ਦੇ ਪਾਤਰ ਗੁਰਸਿੱਖ ਸਾਰੇ ਹੀ ਨੇ, ਪਰ ਕੁਛ ਉਹ ਨੇ ਜਿਨ੍ਹਾਂ ਨੂੰ ਕੋਲ ਵਿਸ਼ੇਸ਼ ਜ਼ਿੰਮੇਵਾਰੀਆਂ ਨੇ। ਭਾਈ ਮਨੀ ਸਿੰਘ ਜੀ, ਭਾਈ ਨੰਦ ਲਾਲ ਜੀ, ਤੀਸਰੇ ਪਹੁੰਚੇ ਨੇ ਦੀਪਾ ਜੀ ਜਿਹੜੇ ਖੰਡੇ ਬਾਟੇ ਦੀ ਪਾਹੂ ਲੈ ਕੇ ਸਨ 1700 ਦੇ ਵਿੱਚ ਬਣੇ ਨੇ ਦੀਪ ਸਿੰਘ ਜੀ। ਕਲਗੀਧਰ ਪਾਤਸ਼ਾਹ ਤਿੰਨਾਂ ਨੂੰ ਇੱਕ ਸੇਵਾ ਬਖਸ਼ਿਸ਼ ਕਰਦੇ ਨੇ, ਕਲਮ ਦੀ ਤੇ ਲੰਗਰ ਦੀ। ਭਾਈ ਨੰਦ ਲਾਲ ਜੀ ਨੂੰ, ਬਾਬਾ ਦੀਪ ਸਿੰਘ ਜੀ ਨੂੰ, ਭਾਈ ਮਨੀ ਸਿੰਘ ਨੂੰ ਕਲਮ ਦੀ ਸੇਵਾ ਵੀ ਤੇ ਲੰਗਰ ਦੀ ਸੇਵਾ ਵੀ ਬਖਸ਼ਿਸ਼ ਕੀਤੀ ਜਾਂਦੀ ਹੈ। ਨਾਲ ਇੱਕ ਗੱਲ ਬੜੀ ਅਹਿਮ ਕਹੀ ਜਾਂਦੀ ਹੈ, ਜਦੋਂ ਬਾਬਾ ਦੀਪ ਸਿੰਘ ਜੀ ਨੂੰ ਕਹਿੰਦੇ ਨੇ ਕਿ ਲੰਗਰ ਦੇ ਵਿੱਚ ਬਰਤਨਾਂ ਦੀ ਸੇਵਾ ਕਰਨੀ ਹੈ, ਜਦੋਂ ਕਿ ਲੰਗਰ ਦੇ ਇੰਚਾਰਜ ਭਾਈ ਨੰਦ ਲਾਲ ਸੀ, ਇੱਕ ਗੱਲ ਬੜੀ ਅਹਿਮ ਕਹਿੰਦੇ ਨੇ, ਕਹਿੰਦੇ ਇਹਨਾਂ ਬਰਤਨਾਂ ਨੂੰ ਪਿਆਰ ਨਾਲ ਮਾਂਜਣਾ ਤੇ ਇੰਨਾ ਜ਼ਿਆਦਾ ਮਾਂਜਣਾ ਕਿ ਉਹ ਚਮਕ ਇਵੇਂ ਦੀ ਆਵੇ ਜਿਵੇਂ ਗੁਰਮਤ ਦੇ ਨਾਲ ਮਾਂਜੇ ਗਏ ਬੰਦੇ ਦੇ ਮਨ ਦੇ ਵਿੱਚ ਸ਼ਬਦ ਦੀ ਚਮਕ ਆ ਜਾਂਦੀ। ਚਮਕ ਇੰਨੀ ਚਾਉਣੀ ਚਾਹੀਦੀ ਜ਼ਿੰਦਗੀ ਦੇ ਵਿੱਚ। ਸੋ ਹੁਣ ਤੁਸੀਂ ਵੇਖੋ ਕਿ ਛੋਟੀ ਜੀ ਗੱਲ ਦੇ ਵਿੱਚ ਇੱਕ ਮਕਸਦ ਤੈਅ ਹੋ ਗਿਆ। ਜੇ ਸਾਡਾ ਵੀ ਇਹ ਮਕਸਦ ਤੈਅ ਹੋਵੇ ਵੀ ਮੈਂ ਬਰਤਨ ਨਹੀਂ ਮਾਂਜ ਰਿਹਾ, ਮਨ ਮਾਂਜ ਰਿਹਾ, ਤੇ ਫਿਰ ਉਹਦੇ ਚ ਕਿੰਨਾ ਇੱਕ ਆਨੰਦ ਹੋਵੇਗਾ। ਫਿਰ ਤੁਹਾਨੂੰ ਸਰੀਰਕ ਥਕਾਵਟ ਨਹੀਂ ਲੱਗੇਗੀ ਕਿ ਤੁਸੀਂ ਬਾਟਾ ਮਾਂਜ ਰਹੇ ਹੋ, ਫਿਰ ਤੁਹਾਨੂੰ ਮਹਿਸੂਸ ਹੋਵੇਗਾ ਕਿ ਨਹੀਂ ਤੁਸੀਂ ਮਨ ਮਾਂਜ ਰਹੇ ਹੋ। ਅਸੀਂ ਇਸ ਸੇਵਾ ਦੇ ਰਾਹੀਂ ਬਹੁਤ ਸਾਰੇ ਸੰਸਾਰ ਦੇ ਵਿਸ਼ੇ ਵਿਕਾਰਾਂ ਨੂੰ ਬਾਹਰ ਕੱਢ ਕੇ ਨਿਰਮਤਾ ਨੂੰ ਅੰਦਰ ਧਾਰਨ ਕਰ ਰਹੇ ਹਾਂ ਤੇ ਅੰਦਰ ਸਾਡੇ ਨਿਮਰਤਾ ਜਾ ਰਹੀ ਹੈ। ਹੁਣ ਅਗਲੀ ਗੱਲ ਸਭ ਤੋਂ ਅਹਿਮ, ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਆਨੰਦਪੁਰ ਸਾਹਿਬ ਨੇ ਤਕਰੀਬਨ 12 ਮਾਰਚ 1704 ਨੂੰ ਘੇਰਾ ਪੈ ਜਾਂਦਾ ਹੈ ਤੇ ਇਹ ਆਨੰਦਪੁਰ ਸਾਹਿਬ ਜਿਹੜਾ ਹੈ ਤਕਰੀਬਨ 6 ਪੋਹ ਦੀ ਰਾਤ ਨੂੰ 7 ਪੋਹ ਦਾ ਦਿਨ ਚੜ ਜਾਂਦਾ ਜਦੋਂ ਛੱਡਿਆ ਜਾਂਦਾ ਹੈ। 8 ਮਹੀਨੇ ਦਾ ਘੇਰਾ ਹੈ। ਇਸ 8 ਮਹੀਨੇ ਦੇ ਘੇਰੇ ਦੇ ਪਹਿਲਾਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜਿੱਥੇ ਛੋਟੇ ਬੱਚਿਆਂ ਵਾਲੇ ਪਰਿਵਾਰਾਂ ਨੂੰ ਇਹ ਆਦੇਸ਼ ਦਿੰਦੇ ਨੇ ਕਿ ਜਿਹੜੇ ਬੱਚਿਆਂ ਦੇ ਮਾਂ-ਬਾਪ ਲੜ ਨਹੀਂ ਸਕਦੇ, ਜਿਨ੍ਹਾਂ ਦੇ ਬੱਚੇ ਛੋਟੇ ਨੇ, ਉਹ ਪਰਿਵਾਰ ਲੈ ਕੇ ਚਲੇ ਜਾਣ। ਪਰ 3 ਸਿੰਘ ਹੋਰ ਵੀ ਉਥੋਂ ਕਿਲੇ ਦੇ ਵਿੱਚੋਂ ਸੁਰੱਖਿਅਤ ਰੂਪ ਦੇ ਵਿੱਚ ਪੋਹ ਤੱਕ ਕੱਢੇ ਜਾਂਦੇ ਨੇ। ਉਹਨਾਂ ਦੇ ਵਿੱਚ ਬਾਬਾ ਦੀਪ ਸਿੰਘ ਨੇ, ਭਾਈ ਨੰਦ ਲਾਲ ਨੇ ਤੇ ਭਾਈ ਮਨੀ ਸਿੰਘ ਨੇ। ਕਾਰਨ ਕੀ ਹੈ? ਇਸ ਕਾਰਨ ਨੂੰ ਸਮਝਣਾ ਪਵੇਗਾ। ਇਹ ਕਾਰਨ ਕੀ ਹੈ? ਮੈਂ ਆਰੰਭ ਚ ਕਿਹਾ ਸੀ ਸਾਡੇ 3 ਅਹਿਮ ਕੇਂਦਰ ਨੇ। ਇੱਕ ਜਿੱਥੋਂ ਅਸੀਂ ਪਾਤਸ਼ਾਹੀ ਦਾਅਵੇ ਦੀ ਗੱਲ ਸ਼ੁਰੂ ਕੀਤੀ, ਦੂਜਾ ਜਿੱਥੇ ਪਾਤਸ਼ਾਹੀ ਦਾਅਵੇ ਦੀ ਇੰਪਲੀਮੈਂਟੇਸ਼ਨ ਹੋਈ ਸਾਨੂੰ ਨਵਾਬੀ ਮਿਲੀ, ਤੇ ਤੀਜੀ ਜਿੱਥੇ ਪਾਤਸ਼ਾਹੀ ਦਾਅਵਾ ਪੇਸ਼ ਕਰਨ ਦੇ ਵਾਸਤੇ ਨੀਤੀਆਂ ਘੜੀਆਂ ਗਈਆਂ ਦਮਦਮਾ ਸਾਹਿਬ। ਹੁਣ ਇਹ 3 ਬੜੇ ਅਹਿਮ ਪੱਖ ਨੇ ਤੇ ਇਹ ਜਿਹੜੇ 3 ਖਾਸ ਗੁਰੂ ਕੀ ਕਿਰਪਾ ਦੇ ਪਾਤਰ ਉਸ ਘੇਰੇ ਤੋਂ ਪਹਿਲਾਂ ਜਾਂ ਘੇਰੇ ਦੇ ਦੌਰਾਨ ਕੱਢੇ ਗਏ, ਉਹਨਾਂ ਤਿੰਨਾਂ ਦੀ ਇੱਕ ਖਾਸ ਜ਼ਿੰਮੇਵਾਰੀ ਹੈ। ਭਾਈ ਨੰਦ ਲਾਲ ਜੀ ਰਾਜਨੀਤਿਕ ਕੂਟਨੀਤਿਕ ਸੰਬੰਧ ਰੱਖ ਰਹੇ ਨੇ ਔਰ ਉਹ ਸੰਬੰਧ ਉੱਥੋਂ ਤੱਕ ਜਾਂਦੇ ਨੇ ਜਿੱਥੋਂ ਤੱਕ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਉਸ ਦਾ ਬੇਟਾ ਸ਼ਹਿਜ਼ਾਦਾ ਮੁਅੱਜ਼ਮ ਗੱਦੀ ਦੇ ਉੱਪਰ ਬੈਠਦਾ ਹੈ ਤੇ ਭਾਈ ਨੰਦ ਲਾਲ ਜੀ ਦੇ ਕਹਿਣ ਦੇ ਉੱਪਰ ਜੈਜੋਂ ਦੀ ਜੰਗ ਦੇ ਵਿੱਚ ਤਾਰਾ ਆਜ਼ਮ ਦੇ ਖਿਲਾਫ ਉਸ ਦੀ ਮਦਦ ਕੀਤੀ ਜਾਂਦੀ ਹੈ ਤੇ ਉਸ ਮਦਦ ਦੇ ਇਵਜ਼ ਦੇ ਵਿੱਚੋਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸ਼ਹਿਜ਼ਾਦਾ ਮੁਅੱਜ਼ਮ ਜਿਹੜਾ ਬਾਅਦ ਚ ਬਹਾਦਰ ਸ਼ਾਹ ਬਣਦਾ ਹੈ, ਉਹਦੇ ਦਰਬਾਰ ਦੇ ਵਿੱਚ ਸ਼ੈਖੁਲ ਹਿੰਦ ਦਾ ਖਿਤਾਬ ਮਿਲਦਾ ਹੈ, ਹਿੰਦੁਸਤਾਨ ਦਾ ਸਭ ਤੋਂ ਵੱਡਾ ਰੂਹਾਨੀ ਰਹਿਬਰ। ਭਾਈ ਨੰਦ ਲਾਲ ਜੀ ਇਹ ਸਾਰੀ ਨੀਤੀ ਨਾ ਵਰਤਦੇ, ਇਹ ਸਾਰਾ ਵਰਤਾਰਾ ਜਿਹੜਾ ਸੀ ਸ਼ਾਇਦ ਅਧੂਰਾ ਰਹਿ ਜਾਂਦਾ। ਅਗਲੀ ਗੱਲ, ਸਿੱਖਾਂ ਦਾ ਧਾਰਮਿਕ ਕੇਂਦਰ ਭਾਈ ਮਨੀ ਸਿੰਘ ਜੀ ਦਰਬਾਰ ਸਾਹਿਬ ਆ ਜਾਂਦੇ ਨੇ। ਅਸੀਂ ਇਤਿਹਾਸ ਨੂੰ ਪੜ੍ਹਦੇ ਬਹੁਤ ਘੱਟ ਆ। ਇਤਿਹਾਸ ਦੀ ਰੌਚਕਤਾ ਕੰਨ ਰਸ ਵਾਂਗੂ ਬਣ ਚੁੱਕੀ ਹੈ। ਉਹਦੀ ਜਿਹੜੀ ਸੂਖਮਤਾ ਤੇ ਭਵਿੱਖ ਦੇ ਵਰਤਾਰਿਆਂ ਦਾ ਚਿੰਤਨ ਸਾਡੇ ਕੋਲੋਂ ਖਤਮ ਹੋ ਚੁੱਕਾ। ਇਹੀ ਕਾਰਨ ਹੈ ਨਾ ਕਿ ਅੱਜ ਪੌਡਕਾਸਟਾਂ ਦੇ ਵਿੱਚ ਤੇ ਛੋਟੀਆਂ ਰੀਲਾਂ ਦੇ ਵਿੱਚ ਇਤਿਹਾਸ ਨੂੰ ਲੈ ਕੇ ਜਿੰਨਾ ਵੱਡਾ ਝੂਠ ਬੋਲਿਆ ਜਾਵੇ ਉਨੇ ਜ਼ਿਆਦਾ ਵਿਊ ਮਿਲਦੇ ਨੇ। ਉਹਦਾ ਕਿਉਂ? ਰੌਚਕਤਾ। ਅਸਲ ਤੱਥਾਂ ਨੂੰ ਨਹੀਂ ਸੁਣਨਾ ਚਾਹੁੰਦੇ।
जिस वेले बाबा बंदा सिंह बहादुर पंजाब आ चुका, उस वेले अमृतसर दे विच एक जंग हुंदी है 1709 दे विच। उस जंग ने सही अर्थां दे विच हुकूमत दियां सब तो पहला जड़ा हिला के रख दित्तियां। जदों अजे सरहंद फतेह नहीं सी हुई सी, वो दूजी बार हिलियां ने। पहली बार इस जंग ने सरहंद तो वध जड़ा हिला के रख दित्तियां। वो जंग भाई मनी सिंह की जथेदारी हेठ लड़ी गई। वो जंग सी 1709 की जंग, जिसका जिक्र इतिहास दे विच दर्शन दी वार दे विच है। प्यारा सिंह पदम ने उसनूं संपादित किया है। भट्ट वईयां दे विच बंसावली नामे च उसका जिक्र है, जिहदे जंग दे विच एक शेर पैदा होया सी, जां मुहावरा कह लो, जिहड़ा साडे सारिआं दी जुबान ते चढ़ गया सी उस समय दे जिहड़े सी। देवा नट्ठा, देवा नठ गया, हरसा मारिया, असलम गई लाहौर। ये तीन बड़ियां अहम गल्लां ने। पट्टी दा चौधरी देवा, हर्षे शीनिया वाला हरस है जिहड़ा नशहरे वाला सी, तीजा लाहौर दा असलम खान। जदों हुण ये जंग हुंदी है, इस जंग दे विच एक 92 साल तो वड्डी उम्र का योधा इस मैदान च जंग के शहीद हुंदा है। और वो योधा वो है जिहड़ा उस समय सिखां दे सब तो वध अमीर परिवार दे विचों है। उस अमीर परिवार दे विचों है जिस परिवार दे कोल उन्हां समयां दे च हिंदुस्तान दे 14 वड्डे बादशाहां ते रजवाड़ियां नूं फौजी रस्त पहुंचाउण दा ठेका है। वो है लखी शाह वणजारा दा पुत्र भाई नगाइया सिंह। उस समय हिंदुस्तान का सब तो अमीर परिवार। अज हिंदुस्तान की GDP कितनी है? 4 के करीब, 4 तो भी घट गई है शायद। मुगल राज दे विच वेखियो 28.4%। आर्थिक थंब 4 ने। माईदास का टांडा, माईदास कौन? भाई मनी सिंह का बाप, बहुत अमीर परिवार। भागू वणजारे का टांडा, नेताजी का सपुत्र। भागू वणजारा कौन? जिहड़ा अमृत छक के भगवंत सिंह बनता है, तो बाबा बंदा सिंह बहादुर के नाल 9 जून 1716 में शहीद हुंदा है। इन्ना अमीर परिवार। तीजा दासा जी का टांडा, बाबा मक्खन शाह लबाणा जी का पिताजी। चौथा गोदू और ठाकर जी का टांडा, गोदू और ठाकर जी लखी शाह वणजारा जी के पिताजी। ये 4 वंजाड़े उस वेले वो अमीर व्यापारी ने जिन्होंने अज दे अबानी अडानी कहा जा सकता, जिहड़े राजनीति नूं भी प्रभावित करते हैं। पर जदों गल सिक्खी दी आउंदी है, 1709 दे विच विसाखी वाले दिन शहादतां प्राप्त करता है लखी शाह वणजारा दा सपुत्र। अगों परिवार चों बहुत शहादतां ने। अज सब्जैक्ट विशा बाबा दीप सिंह है। लखी शाह वणजारा की बेटी सीतो बाई खंडे बाटे की पाहुल लैके बसंत कौर बनी। भाई मनी सिंह के नाल आनंद कारज होया। 10 दे विचों 8 पुत्र शहीद ने। परिवार दे विचों तकरीबन 56 मैंबर शहीद ने। परिवार सब तो अमीर ने उस समय दे। उन्होंने अपना मटीरियलिस्टिक जिहड़ा दायरा सी वो नहीं वेख्या, उन्हें स्पिरिचुअलिटी वेखी। हुण जिस शख्सियत की गल कर लगे हैं, उहदे बारे अंग्रेज शब्द पता की वरतदे ने, असीं बहुत घट खोज की है। वो कहंदे स्पिरिचुअल कम कमांडर। एक ऐसा कमांडर, एक ऐसा जथेदार जिहदा मूल रूहानीयत दे विचों पैदा होया, बाबा दीप सिंह। बाबा दीप सिंह, भाई मनी सिंह ने उत्थे केंद्र स्थापित किया। बाबा दीप सिंह पोहूविंड तो इस इलाके दे विच आ गए। इस इलाके दे विच सब तो पहला जिहड़ी लखी जंगल की शुरुआत है फकीर लखी शाह के नाम के उपर गुरु नानक साहब के समय के नाल उहदी विचार तो हुई सी। उस तो बाद लखी जंगल का नाम कलगीधर पातशाह वरदे ने लखी जंगल खालसा। उस तो नाल ही मुअसरे आलमगीरी दे विच लखी जंगल का नाम आउंदा है। ते उहदे तो बाद बादशाह औरंगजेब दे पुत्र शहजादा मुअज़्ज़म दा बेटा जदों मुल्तान दा हाकम बनदा है, उन्हां सनदां दे विच लखी जंगल का नाम आउंदा है। लखी जंगल का यह इलाका, इनू काठ गिला ते काठ कड़ भी कहा जाता है। उहदे कुछ कारण ने। इन्ना ज्यादा संघना जंगल सी, कंडियाला जंगल सी कि आम फौजा इस इलाके च आउंदियां नहीं सी, इस करके सुरक्षित भी सी। तलवंडी, साबो, पंजाब दे विच जिन्ने भी पिंडां दा नाम तलवंडी होवेगा, वो पिंड एक पिंड दे विचों निकलिया होवेगा। तल दी वंड वो जमीनी वंड चों पैदा होया होवेगा। जिन्ने भी पिंडां दा तुसी
ਹਸਪ ਸ਼ਜਰਾ ਜਾਂ ਉਹਨਾਂ ਦੀ ਜਿਹੜੀ ਜ਼ਰਾਇਤੀ ਖੇਤਰ ਦੀ ਮਲਕੀਅਤ ਹੈ ਜਾਂ ਫਿਰ ਉਹਨਾਂ ਦੇ ਪਟਵਾਰੀਆਂ ਦੇ ਕੋਲ ਇੰਦਰਾਜ਼ ਪੁਰਾਣੇ ਜਾ ਕੇ ਵੇਖ ਲਓ। ਜਿਸ ਪਿੰਡ ਦਾ ਨਾਮ ਤਲਵੰਡੀ ਹੋਵੇਗਾ ਉਹ ਜ਼ਮੀਨੀ ਵੰਡ ਦੇ ਵਿੱਚੋਂ ਨਿਕਲਿਆ ਹੋਵੇਗਾ, ਤਲ ਦੀ ਵੰਡ ਦੇ ਵਿੱਚੋਂ। ਸਾਬੋ ਦੇ ਨਾਮ ਦੇ ਉੱਪਰ ਤਲਵੰਡੀ, ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਕਿਵੇਂ ਮੁਲਾਕਾਤ ਹੋਈ ਅਸੀਂ ਸਾਰੇ ਜਾਣਦੇ ਹਾਂ। ਬਾਬਾ ਦੀਪ ਸਿੰਘ ਜੀ ਇੱਥੇ ਨੇ ਤੇ ਦਮਦਮਾ ਸਾਹਿਬ ਦੀ ਅਹਿਮੀਅਤ ਤੇ ਇਹਦਾ ਸਟਰਕਚਰ, ਦੋ ਚੀਜ਼ਾਂ ਵੇਖਣ ਵਾਲੀਆਂ ਚੀਜ਼ਾਂ ਨੇ। ਅੱਜ ਜਦੋਂ ਤੁਸੀਂ ਸਟਰਕਚਰ ਦੀ ਗੱਲ ਕਰਦੇ ਹੋ ਤੇ ਤੁਹਾਡੇ ਸਾਹਮਣੇ ਦੁਨੀਆ ਦੀ ਦੂਜੀ ਵੱਡੀ ਇਮਾਰਤ ਆ ਜਾਂਦੀ ਹੈ, ਅਮਰੀਕਾ ਦਾ ਪੈਂਟਾਗਨ। ਉਸ ਪੈਂਟਾਗਨ ਦੇ ਵਿੱਚ ਕੀ ਹੈ? ਉਸ ਪੈਂਟਾਗਨ ਦੇ ਵਿੱਚ ਅਮਰੀਕਾ ਦੀਆਂ ਫੌਜੀ ਨੀਤੀਆਂ ਤਿਆਰ ਕੀਤੀਆਂ ਜਾਂਦੀਆਂ ਨੇ ਤੇ ਮੇਰੀ ਨਜ਼ਰ ਦੇ ਵਿੱਚ 18ਵੀਂ ਸਦੀ 'ਚ ਸਿੱਖਾਂ ਦਾ ਪੈਂਟਾਗਨ ਨੇ ਇਹ ਤਖਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ, ਜਿਹੜੀਆਂ ਉਸ ਸਮੇਂ ਦੇ ਵਿੱਚ ਸਾਰੀਆਂ ਹੀ 18ਵੀਂ ਸਦੀ ਦੇ ਜੰਗ ਕਿਵੇਂ ਲੜਨੀ ਹੈ ਉਹਦੀਆਂ ਨੀਤੀਆਂ ਤਿਆਰ ਕੀਤੀਆਂ ਜਾਂਦੀਆਂ ਨੇ। ਇਹ ਕਿੰਨਾ ਵੱਡਾ ਕੇਂਦਰ ਹੈ। ਆਨੰਦਪੁਰ ਸਾਹਿਬ ਤੋਂ ਬਾਅਦ ਸਾਡੇ ਜਥੇਬੰਦਕ ਢਾਂਚੇ ਦੀ ਘਾੜਤ ਇੱਥੇ ਹੋਈ ਹੈ ਗੁਰੂ ਸਾਹਿਬ ਦੀ ਗੈਰ ਹਾਜ਼ਰੀ ਦੇ ਵਿੱਚ। ਅੰਮ੍ਰਿਤ ਛਕਾਇਆ ਗਿਆ। ਅਰਨੈਸਟ ਟਰੰਪ ਨੂੰ ਪੜ੍ਹ ਕੇ ਵੇਖ ਲਓ, ਕਹਿੰਦਾ ਹੈ ਕਿ ਦਮਦਮਾ ਸਾਹਿਬ ਜਿਸ ਨੂੰ ਉਸ ਸਮੇਂ ਸਾਬੋ ਕੀ ਤਲਵੰਡੀ ਕਿਹਾ ਜਾਂਦਾ ਸੀ, ਉਹਦੇ ਵਿੱਚ ਕਰੀਬ 1.25 ਲੱਖ ਲੋਕਾਂ ਨੇ ਖੰਡੇ ਬਾਟੇ ਦੀ ਪਾਹੁਲ ਲਈ ਤੇ ਅੰਮ੍ਰਿਤਧਾਰੀ ਬਣੇ, ਜਿਨ੍ਹਾਂ ਦੇ ਵਿੱਚ ਕੁਝ ਇਸ ਇਲਾਕੇ ਦੇ ਹਾਕਮਾਂ ਦੇ ਸਤਾਏ ਹੋਏ ਮੁਸਲਮਾਨ ਲੋਕ ਵੀ ਸਨ। ਇੱਕ ਗੱਲ ਤਾਂ ਇਹ। ਦੂਸਰੀ ਗੱਲ, ਸਭ ਤੋਂ ਵੱਡੀ ਗੱਲ, ਅਕੈਡਮਿਕ ਸੈਂਟਰ। ਜਿੰਨੇ ਵੀ ਉਹਨਾਂ ਸਮਿਆਂ ਦੇ ਵਿੱਚ ਗ੍ਰੰਥਾਂ ਦੇ ਉਤਾਰੇ ਹੋਏ ਤੇ ਤਖਤਾਂ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਭੇਜੇ ਗਏ, ਉਹਨਾਂ ਸਾਰਿਆਂ ਦਾ ਕਾਰਜ ਇੱਥੇ ਹੋਇਆ। ਇੱਥੋਂ ਤੱਕ ਕਿ ਇਤਿਹਾਸ ਨੂੰ ਪੜ੍ਹ ਕੇ ਵੇਖੋ, ਬਾਬਾ ਦੀਪ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਇੱਕ ਬੀੜ ਜਿਹੜੀ ਹੈ ਉਹ ਪਰਸ਼ੀਅਨ ਦੇ ਵਿੱਚ ਵੀ ਤਿਆਰ ਕੀਤੀ ਸੀ, ਜਿਹੜੀ ਅੱਜ ਕਿੱਥੇ ਹੈ ਸਾਨੂੰ ਨਹੀਂ ਪਤਾ। ਅਗਲੀ ਗੱਲ ਤੇ ਆ ਜਾਈਏ। ਇੱਥੋਂ ਦਾ ਜਿਹੜਾ ਇਮਾਰਤੀ ਢਾਂਚਾ ਹੈ, ਉਸ ਇਮਾਰਤੀ ਢਾਂਚੇ ਦੀ ਉਸ ਸਮੇਂ ਤਾਮੀਰ ਇਸ ਤਰ੍ਹਾਂ ਦੀ ਕੀਤੀ ਗਈ ਜੋ ਮੈਂ ਉਸ ਸਮੇਂ ਦੇ ਪੁਰਾਤਨ ਸਰੋਤਾਂ 'ਚ ਪੜ੍ਹਿਆ। ਇੱਥੇ ਆਲੇ ਦੁਆਲੇ ਰੱਖਿਆ ਦੇ ਵਾਸਤੇ ਬੁਰਜ ਬਣਾਏ ਗਏ, 40 ਬੰਦੂਕਾਂ, 7 ਤੋਪਾਂ ਤੇ ਜੰਬੂਰੇ ਜਿਹੜੇ ਆ ਉਹ ਇੱਥੇ ਇੱਕ ਮੌਕੇ ਦੇ ਉੱਪਰ ਫਿੱਟ ਕਰਕੇ ਚਲਾਏ ਜਾ ਸਕਦੇ ਸੀ। ਮੈਨੂੰ ਪਤਾ ਨਹੀਂ, ਸਿੰਘ ਸਾਹਿਬ ਨੂੰ ਪਤਾ ਹੋਊਗਾ ਸ਼ਾਇਦ, ਅਜੇ ਵੀ ਹੈ ਜਾਂ ਨਹੀਂ, ਕਿ ਇੱਕ ਬੁਰਜ ਦੇ ਵਿੱਚੋਂ ਇੱਕ ਰਸਤਾ ਸਰੋਵਰ ਵੱਲ ਜਾਇਆ ਕਰਦਾ ਸੀ ਅੰਦਰ। ਪਤਾ ਨਹੀਂ ਹੁਣ ਹੈ ਕਿ ਨਹੀਂ, ਪਰ ਉਸ ਸਮੇਂ ਦੇ ਸਰੋਤ ਸਾਨੂੰ ਦੱਸਦੇ ਨੇ ਕਿ ਇਹ ਜਿਹੜੀ ਇਮਾਰਤ ਹੈ ਉਸ ਸਮੇਂ ਦੀ ਜੰਗ ਦੀ ਯੁੱਧ ਨੀਤੀ ਦਾ ਇੱਕ ਕਮਾਲ ਸੀ। ਤੀਸਰੀ ਗੱਲ, ਚਾਹੇ ਛੋਟਾ ਘੱਲੂਘਾਰਾ ਹੈ ਚਾਹੇ ਵੱਡਾ ਘੱਲੂਘਾਰਾ ਹੈ, ਸਿੰਘ ਫੱਟੜ ਹੋਏ, ਜਿੰਨੇ ਵੀ ਸਿੰਘ ਫੱਟੜ ਹੁੰਦੇ ਨੇ ਉਹ ਸਾਰੇ ਇੱਥੇ ਆਉਂਦੇ ਨੇ, ਇੱਥੇ ਹੀ ਉਹਨਾਂ ਦਾ ਇਲਾਜ ਹੁੰਦਾ ਹੈ ਤੇ ਇੱਥੇ ਹੀ ਦੁਬਾਰਾ ਜੰਗ ਦੇ ਵਾਸਤੇ ਤਿਆਰ ਕਰਕੇ ਭੇਜੇ ਜਾਂਦੇ ਨੇ ਤੇ ਬਹੁਤ ਸਾਰੇ ਸ਼ਸਤਰਾਂ ਦੀ ਜਿਹੜੀ ਤਾਮੀਰ ਹੈ ਇਸ ਜਗ੍ਹਾ ਤੇ ਹੁੰਦੀ ਹੈ। ਹੁਣ ਤੁਸੀਂ ਵੇਖੋ ਇਹਦੀ ਅਹਿਮੀਅਤ ਕੀ ਹੈ। ਇਹਦੀ ਅਹਿਮੀਅਤ ਹੈ ਕਿ ਵਿਦਿਅਕ ਕੇਂਦਰ ਹੈ, ਇਹਦੀ ਅਹਿਮੀਅਤ ਹੈ ਕਿ ਸਿੱਖਾਂ ਦਾ ਸਿਹਤ ਕੇਂਦਰ ਹੈ, ਇਹਦੀ ਅਹਿਮੀਅਤ ਹੈ ਕਿ ਇੱਥੇ ਜੰਗ ਦੀ ਨੀਤੀ ਤਿਆਰ ਕੀਤੀ ਜਾ ਰਹੀ ਹੈ, ਇਹ ਅਹਿਮੀਅਤ ਹੈ ਕਿ ਅਕੈਡਮਿਕ ਤੌਰ ਤੇ ਸਾਰਾ ਕੰਮ ਇੱਥੇ ਹੋ ਰਿਹਾ। ਤੇ ਸਭ ਤੋਂ ਵੱਡੀ ਅਹਿਮੀਅਤ ਪਤਾ ਕੀ ਹੈ ਕਿ ਜਿਸ ਸ਼ਹੀਦ ਦੇ ਸਥਾਨ ਦੇ ਉੱਪਰ ਜੁੜੇ ਆ, ਉਸ ਸ਼ਹੀਦ ਦੇ ਨਾਮ ਦੇ ਨਾਲ ਸ਼ਹੀਦ ਸ਼ਬਦ ਜਿਉਂਦਿਆਂ ਹੀ ਲੱਗ ਗਿਆ ਜਦੋਂ ਉਹ ਮਿਸਲ ਸ਼ਹੀਦਾਂ ਦਾ ਮੁਖੀ ਬਣ ਗਿਆ। ਇਹ ਸਭ ਤੋਂ ਵੱਡੀ ਅਹਿਮੀਅਤ, ਸ਼ਹੀਦ ਦੇ ਨਾਮ ਦੇ ਨਾਲ ਜਿਉਂਦਿਆਂ ਹੀ ਸ਼ਹੀਦ ਸ਼ਬਦ ਲੱਗ ਗਿਆ। ਜਦੋਂ ਗੱਲ ਹੁੰਦੀ ਸੀ ਕਿਹਾ ਜਾਂਦਾ ਸੀ ਮਿਸਲ ਸ਼ਹੀਦਾਂ। ਇਹ ਸਭ ਤੋਂ ਅਹਿਮ ਗੱਲ। ਬਾਬਾ ਦੀਪ ਸਿੰਘ ਜੀ ਜਿਹੜਾ ਇਸ ਇਲਾਕੇ ਦੇ ਵਿੱਚ ਰਹੇ, ਇਹ ਕੇਵਲ ਤੇ ਕੇਵਲ ਇੱਥੇ ਵਿਸ਼ਰਾਮ ਹੀ ਨਹੀਂ ਕੀਤਾ, ਉਹਨਾਂ ਦੀ ਮਿਹਨਤ ਬੜੀ ਸਖਤ ਸੀ। ਬਾਬਾ ਸੁੱਦਾ ਸਿੰਘ ਜੀ ਨਾਲ ਸੀ, ਉਮਰ 94 ਸਾਲ ਦੇ ਕਰੀਬ ਜਦੋਂ ਸ਼ਹੀਦ ਹੁੰਦੇ ਨੇ। ਉਹਦੇ ਤੋਂ ਇਲਾਵਾ ਸਭ ਤੋਂ ਅਹਿਮ ਗੱਲ, ਜਦੋਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਤੇ ਆਨੰਦਪੁਰ ਸਾਹਿਬ ਦੇ ਜਿਹੜੇ ਧਾਰਮਿਕ ਸਥਾਨ ਨੇ, ਜਿਨ੍ਹਾਂ 'ਚ ਗੁਰਦੁਆਰਾ ਸੀਸਗੰਜ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਦਾ ਸੰਸਕਾਰ ਕੀਤਾ ਗਿਆ, ਗੁਰੂ ਕੇ ਮਹਿਲ ਬੀਬੀ ਜੀਤੋ ਜੀ ਦਾ ਸੰਸਕਾਰ ਕੀਤਾ ਗਿਆ, ਜਿਹੜੇ ਇਹ ਅਹਿਮ ਸਾਡੇ ਸਥਾਨ ਸੀ, ਉਹਨਾਂ ਦੀ ਸੇਵਾ ਦਿੱਤੀ ਸੀ ਗੁਰਬਖਸ਼ ਦਾਸ ਉਦਾਸੀ ਨੂੰ। ਤੇ ਜਦੋਂ ਬਾਬਾ ਦੀਪ ਸਿੰਘ ਹੁਣਾਂ ਦੇ ਕੋਲ ਇਸ ਸਾਰੇ ਪ੍ਰਬੰਧ ਦੀ ਜ਼ਿੰਮੇਵਾਰੀ ਆਈ ਤੇ ਉਹਨਾਂ ਨੇ ਸਰਦਾਰ ਗੁਰਬਖਸ਼ ਸਿੰਘ ਲੀਲ, ਜਿਹੜੇ ਬਾਅਦ ਦੇ ਵਿੱਚ ਜਹਾਨ ਖਾਨ ਦੀਆਂ ਫੌਜਾਂ ਦੇ ਨਾਲ ਲੜ ਕੇ ਸ਼ਹੀਦ ਹੁੰਦੇ ਨੇ,
ਉਹਨਾਂ ਨੂੰ ਆਨੰਦਪੁਰ ਸਾਹਿਬ ਭੇਜਿਆ ਤੇ ਆਨੰਦਪੁਰ ਸਾਹਿਬ ਦਾ ਦੁਬਾਰਾ ਪ੍ਰਬੰਧਕੀ ਢਾਂਚਾ ਉਸੇ ਤਰ੍ਹਾਂ ਦੇ ਨਾਲ ਤਿਆਰ ਕੀਤਾ ਗਿਆ। ਹੁਣ ਇਸ ਤਖਤ ਦਾ ਤੇ ਦਰਬਾਰ ਸਾਹਿਬ ਦਾ ਸੰਬੰਧ, ਜਦੋਂ ਸਿੰਘਾਂ ਨੇ ਨਾਦਰ ਸ਼ਾਹ ਤੇ ਹੋਰ ਲਟੇਰਿਆਂ ਨੂੰ ਲੁੱਟਿਆ ਤੇ ਉਹਦੀ ਲੁੱਟ ਦੇ ਵਿੱਚੋਂ ਜਿਹੜਾ ਲੁੱਟਿਆ ਹੋਇਆ ਮਾਲ ਸਾਡੇ ਹੱਥਾਂ ਦੇ ਵਿੱਚ ਆਇਆ ਤੇ ਭਾਈ ਮਨੀ ਸਿੰਘ ਦੇ ਰਾਹੀਂ ਉਹਨਾਂ ਸਭਿਆਂ ਦੇ ਵਿੱਚ 1 ਲੱਖ ਰੁਪਈਆ ਇੱਥੋਂ ਦੀ ਤਾਮੀਰ ਦੇ ਵਾਸਤੇ ਭੇਜਿਆ ਗਿਆ। ਅਸੀਂ ਆਪਣਾ ਇੱਕ ਕੇਂਦਰ ਉਸਾਰਨਾ ਸੀ। ਅੱਜ ਵੱਖਰੀ ਗੱਲ ਹੈ, ਕੇਂਦਰ ਬਹੁਤ ਨੇ, ਕਿਸੇ ਵੀ ਕੇਂਦਰ ਦੇ ਵਿੱਚੋਂ ਚੇਤਨਤਾ ਪੈਦਾ ਨਹੀਂ ਹੋ ਰਹੀ। ਉਦੋਂ ਸਾਡੇ ਕੋਲ ਇੱਕ ਸੀ ਤੇ ਅਸੀਂ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਦੇ ਨਾਲ ਲੜ ਰਹੇ ਸੀ। ਇੱਥੇ ਇੱਕ ਮੈਂ ਅੰਗਰੇਜ਼ ਵਿਦਵਾਨ ਦੇ ਪੜ੍ਹਿਆ, ਇੱਥੇ ਇੱਕ ਨੀਤੀ ਤਿਆਰ ਕੀਤੀ ਜਾਂਦੀ ਸੀ ਜਿਸ ਨੂੰ ਕਿਹਾ ਜਾਂਦਾ ਬਲਿਟਸ ਕ੍ਰੈਗ ਸਟ੍ਰੈਟਜੀ। ਉਹ ਨੀਤੀ ਬੜੀ ਅਹਿਮ ਸੀ, ਅੰਗਰੇਜ਼ਾਂ ਨੂੰ ਉਹਦੀ ਹੁਣ ਸਮਝ ਆਈ ਹੈ। ਉਹ ਸਮਝ ਇਹ ਹੈ ਕਿ ਦੁਸ਼ਮਣ ਦੇ ਉੱਪਰ ਸਿਖਾਇਆ ਜਾਂਦਾ ਸੀ, ਇੱਥੇ ਦੁਸ਼ਮਣ ਦੇ ਉੱਪਰ ਜਦੋਂ ਹਮਲਾ ਕਰਨਾ ਹੈ ਤੁਹਾਡੀ ਝਪਟ ਜਿਹੜੀ ਹੈ ਬਾਜ ਵਰਗੀ ਚਾਹੀਦੀ ਹੈ, ਕਿਉਂਕਿ ਤੁਹਾਡੀ ਗਿਣਤੀ ਥੋੜੀ ਹੈ। ਪਰ ਤੁਸੀਂ 2 ਸ਼ਬਦ ਹੱਲਾ ਤੇ ਹਰਨ, ਹੱਲਾ ਅਟੈਕ ਕਰਨਾ, ਹਰਨ ਡਿਫੈਂਸ ਦੇ ਵਾਸਤੇ ਪਿੱਛੇ ਹਟ ਜਾਣਾ। ਤੁਸੀਂ ਇਹ 2 ਸ਼ਬਦ ਇਸ ਤਰ੍ਹਾਂ ਵਰਤਣੇ ਨੇ ਕਿ ਦੁਸ਼ਮਣ ਹਮੇਸ਼ਾ ਮਾਨਸਿਕ ਦਬਾਅ ਦੇ ਵਿੱਚ ਰਹੇ ਤੇ ਜਦੋਂ ਹਮਲਾ ਕਰਨਾ ਉਦੋਂ ਤਲਵਾਰ ਇਸ ਤਰ੍ਹਾਂ ਵਾਹੁਣੀ ਹੈ ਕਿ ਦੁਸ਼ਮਣ ਸਰੀਰਕ ਦਬਾਅ ਦੇ ਵਿੱਚ ਰਹੇ। ਇਹ 2 ਗੱਲਾਂ ਇੱਥੇ ਸਿਖਾਈਆਂ ਜਾਂਦੀਆਂ ਸੀ। ਇਹਨੂੰ ਅੱਜ ਦੇ ਸਮੇਂ ਦੇ ਵਿੱਚ ਬਲਿਟਸ ਕ੍ਰੈਗ ਸਟ੍ਰੈਟਜੀ ਕਿਹਾ ਜਾਂਦਾ ਹੈ। ਔਰ ਗੁਰੂ ਕੇ ਸਿੱਖਾਂ ਨੇ ਇਹਨੂੰ ਪੰਜਾਬੀ ਦੇ ਚ ਨਾਮ ਦਿੱਤਾ 1.5 ਫੁੱਟ ਦੀ ਜੰਗ। ਪੰਥ ਪ੍ਰਕਾਸ਼ ਨੂੰ ਪੜ੍ਹ ਕੇ ਵੇਖਿਓ, 1.5 ਫੁੱਟ ਦੀ ਜੰਗ। ਅਸੀਂ ਸਰ ਸਾਡਾ ਪੰਜਾਬੀ ਦਾ ਮੁਹਾਵਰਾ ਹੈ ਜੀ 2.5 ਫੁੱਟ ਦੀ ਲੜਾਈ ਹੁੰਦੀ ਹੈ। ਉਹ 2.5 ਫੁੱਟ ਦੀ ਲੜਾਈ ਕੀ ਹੁੰਦੀ ਹੈ? ਪਹਿਲਾ ਫੁੱਟ ਮਾਫੀ ਮੰਗ ਲਓ, ਮੈਂ ਸਿੰਘ ਸਾਹਿਬ ਤੋਂ ਡਰਦਾ ਜੀ, ਮੈਂ ਨਹੀਂ ਤੁਹਾਡੇ ਨਾਲ ਲੜਨਾ, ਮਾਫੀ ਮੰਗ ਲਈ। ਦੂਜੀ ਲੜਦੇ ਆ ਯਾਰ ਵੇਖੀ ਜਾਊ ਕੀ ਹੋਊਗਾ, ਜਾਂ ਇਹ ਨਹੀਂ ਜਾਂ ਮੈਂ ਨਹੀਂ, ਉਹ ਅੱਧਾ ਫੁੱਟ ਹੈ। ਤੇ ਤੀਜਾ ਫੁੱਟ ਹੈ ਭਾਜੀ ਜਾਵਾਂ ਯਾਰ ਮੈਂ ਸਾਹਮਣੇ ਨਹੀਂ ਜਾਣਾ। ਇਹ 2.5 ਫੁੱਟ ਹੁੰਦੇ ਨੇ, ਇੱਕ ਅੱਧਾ ਫੁੱਟ ਤੇ 2 ਪੂਰੇ। ਪਰ ਵੱਡੇ ਘੱਲੂਘਾਰੇ ਦੇ ਵਿੱਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਸਰਦਾਰ ਚੜ੍ਹਤ ਸਿੰਘ ਨੂੰ ਕਹਿੰਦਾ ਹੈ, ਜਦੋਂ ਸਰਦਾਰ ਸੁੱਖਾ ਸਿੰਘ ਦੀ ਲੱਤ ਨੂੰ ਗੋਲਾ ਲੱਗ ਚੁੱਕਾ ਹੈ, ਕਹਿੰਦਾ ਅੱਜ ਦੀ ਜੰਗ 1.5 ਫੁੱਟ ਦੀ ਹੋਵੇਗੀ। 1.5 ਫੁੱਟ ਦਾ ਕਹਿਣ ਤੋਂ ਮਤਲਬ ਕਿ ਦੁਸ਼ਮਣ ਦੇ ਉੱਪਰ ਬਹਾਦਰੀ ਨਾਲ ਹਮਲਾ ਕਰਨਾ ਹੈ, ਪਰ ਹਮਲਾ ਕਰਨ ਦਾ ਨਿਸ਼ਾਨਾ ਕੇਵਲ ਮਰਨਾ ਨਹੀਂ ਹੈ, ਬਚ ਕੇ ਵੀ ਨਿਕਲਣਾ। ਸਾਡੀ ਗਿਣਤੀ ਘੱਟ ਹੈ। 1.5 ਫੁੱਟ ਦੀ ਲੜਾਈ। ਇਹ ਪੰਥ ਪ੍ਰਕਾਸ਼ ਨੂੰ ਪੜ੍ਹ ਕੇ ਵੇਖਿਓ। ਇਹ ਛੋਟੇ ਘੱਲੂਘਾਰੇ ਦੇ ਦੌਰਾਨ ਅੱਧੀ ਰਾਤ ਨੂੰ ਇਹ ਜਿਹੜੀ ਜੰਗ ਦੀ ਨੀਤੀ ਸੀ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਪੰਥ ਦੇ ਸਿੰਘਾਂ ਦੇ ਸਾਹਮਣੇ ਪੇਸ਼ ਕੀਤੀ, ਪ੍ਰਵਾਨਿਆ ਗਿਆ। ਔਰ ਅਸੀਂ ਸਾਰੀ 18ਵੀਂ ਸਦੀ ਦੇ ਵਿੱਚ ਇਸੇ ਹੀ ਨੀਤੀ ਨੂੰ ਵਰਤਿਆ ਕਿ ਅਸੀਂ ਹਮਲਾ ਕਰਦੇ ਸੀ, ਪਰ ਸਾਡੀ ਕੋਸ਼ਿਸ਼ ਹੁੰਦੀ ਸੀ ਕਿ ਦੁਸ਼ਮਣ ਦਾ ਜਾਨੀ ਨੁਕਸਾਨ ਵੱਧ ਹੋਵੇ ਤੇ ਸਾਡਾ ਜਾਨੀ ਨੁਕਸਾਨ ਘੱਟ ਹੋਵੇ, ਕਿਉਂਕਿ ਸਾਡੀ ਗਿਣਤੀ ਘੱਟ ਹੈ ਤੇ ਸਾਡਾ ਨਿਸ਼ਾਨਾ ਜੰਗ ਕਰਕੇ ਉਸ ਜਗ੍ਹਾ ਤੋਂ ਹਰਨ ਹੋਣਾ ਸੀ। ਇਸੇ ਕਰਕੇ 2 ਸ਼ਬਦ ਵਰਤੇ ਜਾਂਦੇ ਸੀ, ਹੱਲਾ ਤੇ ਹਰਨ। ਹੱਲਾ ਕਰਨਾ ਤੇ ਹਰਨ ਹੋ ਜਾਣਾ। ਇਹ ਸਾਡੀ 1.5 ਫੁੱਟ ਦੀ ਨੀਤੀ ਦਾ ਅਹਿਮ ਅੰਗ ਸੀ 18ਵੀਂ ਸਦੀ ਦੇ ਵਿੱਚ। ਉਸ ਤੋਂ ਥੋੜਾ ਅੱਗੇ ਚੱਲੀਏ ਇਸ ਸਾਰੇ ਵਰਤਾਰੇ ਨੂੰ ਸਮਝਣ ਦੇ ਵਾਸਤੇ। ਬਾਬਾ ਦੀਪ ਸਿੰਘ ਜੀ ਹੁਣਾਂ ਨੇ ਇੱਥੇ ਸਿਹਤ, ਸਿੱਖਿਆ, ਸ਼ਸਤਰ, ਸਿਖਲਾਈ ਤੇ ਕੌਮ ਨੂੰ ਸਹਿਜ ਤੇ ਸੰਜਮ ਦਾ ਉਪਦੇਸ਼ ਦੇਣ ਤੋਂ ਇਲਾਵਾ ਬਹੁਤ ਸਾਰੀਆਂ ਜੰਗਾਂ ਵੀ ਲੜੀਆਂ ਨੇ। ਇੱਕ ਤਾਂ ਜਦੋਂ ਆਲਾ ਜੱਟ, ਮੈਂ ਆਲਾ ਜੱਟ ਇਸ ਕਰਕੇ ਕਹਿਣ ਲੱਗਾ ਕਿ ਉਦੋਂ ਬਾਬੇ ਆਲਾ ਸਿੰਘ ਨੇ ਜੇ ਖੰਡੇ ਬੱਟ ਦੀ ਪਹੁਲ ਨਹੀਂ ਸੀ ਲਈ ਤੇ ਉਸ ਨੂੰ ਜੰਗਨਾਮੇ ਦੇ ਚ ਕਾਜ਼ੀ ਨੂਰ ਮੁਹੰਮਦ ਆਲਾ ਜੱਟ ਹੀ ਲਿਖਦਾ। ਇੱਕ ਤਾਂ ਜਦੋਂ ਉਸ ਨੇ ਆਪਣੇ ਇਲਾਕੇ ਦਾ ਵਿਸਥਾਰ ਕਰਨ ਦੇ ਵਾਸਤੇ ਰਾਏ ਕੱਲੇ ਦੇ ਪਰਿਵਾਰ ਵਾਲੇ ਪਾਸੇ ਹਮਲਾ ਕੀਤਾ, ਜਦੋਂ ਉਹਦਾ ਬੇਟਾ ਉੱਥੇ ਸ਼ਾਇਦ ਰਾਏ ਮੁਹੰਮਦ ਜਾਂ ਪੁੱਤਰਾ ਰਾਏ ਇਲਿਆਸ ਸੀ, ਤੇ ਉਸ ਸਮੇਂ ਉਹਨੂੰ ਇੰਜ ਲੱਗਾ ਕਿ ਮੈਂ ਹੁਣ ਇਹਨਾਂ ਦੇ ਸਾਹਮਣੇ ਲੜ ਨਹੀਂ ਸਕਦਾ। ਸੁਨੇਹਾ ਇੱਥੇ ਪਹੁੰਚਿਆ ਤੇ ਬਾਬਾ ਦੀਪ ਸਿੰਘ ਜੀ ਇੱਥੋਂ ਸਿੰਘਾਂ ਦਾ ਜਥਾ ਲੈ ਕੇ ਉੱਥੇ ਪਹੁੰਚੇ। ਉਸ ਤੋਂ ਅਗਲੀ ਗੱਲ, ਬੜੇ 2 ਅਹਿਮ ਵਰਤਾਰੇ ਇੱਥੇ ਵਾਪਰੇ ਨੇ। ਸ਼ਾਇਦ ਤੁਹਾਨੂੰ ਪਤਾ ਨਹੀਂ, ਇਤਿਹਾਸ 'ਚ ਤੁਸੀਂ ਜ਼ਰੂਰ ਪੜ੍ਹਿਆ ਹੋਵੇਗਾ। ਜ਼ਕਰੀਆ ਖਾਨ ਦੀ ਭੈਣ ਇਸ ਇਲਾਕੇ ਦੇ ਵਿੱਚ ਵਿਆਹੀ ਹੋਈ ਸੀ, ਇੱਥੋਂ 30 ਕਿਲੋਮੀਟਰ ਦੂਰ, ਤੇ ਉਹਦੇ ਜੀਜੇ ਦਾ ਨਾਮ ਜਿਹੜਾ ਸੀਗਾ ਉਹ ਉਸ ਸਮੇਂ ਸਾਡੇ ਇਤਿਹਾਸਕਾਰਾਂ ਨੇ ਗੁਫਾਰੂਦੀਨ ਲਿਖਿਆ। 2 ਹਾਕਮ ਇੱਥੋਂ ਦੇ ਥੋੜੇ ਜ਼ਾਲਮ ਸੁਭਾਅ ਦੇ ਸੀ, ਇੱਕ ਨਸੀਰੂਦੀਨ, ਇੱਕ ਗੁਫਾਰੂਦੀਨ। ਇਤਿਹਾਸ ਦੇ ਵਿੱਚ ਬਾਬਾ ਦੀਪ ਸਿੰਘ ਦੇ ਨਾਲ ਉਹਨਾਂ ਦੀ ਵਾਰਤਾਲਾਪ ਤੇ ਜੰਗ ਦੀਆਂ 2 ਗੱਲਾਂ ਸਾਨੂੰ ਸਾਹਮਣੇ ਆਉਂਦੀਆਂ। ਪਹਿਲੀ ਗੱਲ ਤੇ ਇਸੇ ਤਰ੍ਹਾਂ ਦੀਵਾਨ ਲੱਗਾ ਹੋਇਆ, ਸਿੰਘ ਬੈਠੇ, ਗੁਰੂ ਦੀ ਹਜ਼ੂਰੀ 'ਚ ਬਾਬਾ ਦੀਪ ਸਿੰਘ ਬੈਠੇ ਨੇ, ਬੜੀ ਸ਼ਾਂਤੀ ਦੇ ਨਾਲ ਸ਼ਬਦ ਦੀ ਕਥਾ ਹੋ ਰਹੀ ਹੈ, ਗੁਰੂ ਗ੍ਰੰਥ ਸਾਹਿਬ ਦੀ ਕਥਾ ਹੋਇਆ ਕਰਦੀ ਸੀ।
बड़ी शांति दे नाल कथा हो रही है, ते एक रो के आ रही बीबी ने ते उस दे पति ने सारी शांति नूं भंग कर दिता। रोंदी हुई गुरु के दरबार च आ डिगी, कहती मेरी बेटी 2 बेटियां नूं नसीरुद्दीन चुक के लै गया। बाबा जी ने उस वेले संतोख्या, गुरु पातशाह दा स्वरूप, कथा की समाप्त। उस वेले सिंघां नूं कीता तैयार, नसीरू सिंह दे घर ते नसीरुद्दीन दे घर ते हमला कर दिता। जदों नसीरुद्दीन नूं पता लगा बाबा दीप सिंह जी चढ़ के आ रहे ने, कोठे ते चढ़ गया, हाथ खड़े करके कहंदा मेरा कोई कसूर नहीं, मैनूं बख्श लो। वो कोठे ते चढ़ के यह कह रहा मेरा कोई कसूर नहीं, मैनूं बख्श लो। ते थल्ले दरवाजे ते खड़ी ओहदी घरवाली कह रही है बाबा जी मैनूं अपनी बेटी बना लो, साडा कोई कसूर नहीं। कसूर निकलिया भी नहीं। कारण यह सी कि नसीरुद्दीन नूं पता ही नहीं कि कदों उहदे एक फौजदार ने यह कारनामा जां यह करतूत कर दी। ते नसीरुद्दीन नूं जदों पता लगा, उन्हें उस वेले अपने फौजदार ते सिपाहियां नूं सज़ा भी दित्ती ते उन्हां लड़कियां नूं अपने घर विच बड़े प्यार दे नाल रखिया, जिन्हां नूं बाबा दीप सिंह जी ने उस दे घर चों लिया के उस करमचंद ब्राह्मण नूं सौंपिया। दूजा हरिदास ब्राह्मण, हरिदास ब्राह्मण की बेटी लक्ष्मी, जिन्हों चुक के लै गया जकरिया खान का जीजा गफारुद्दीन। बाबा दीप सिंह जी ने सुनेहा भेजा इस इलाके यह कुकर्म नहीं करन दिता जाएगा। उन्हें कहा शांत होकर भगती करो, तुसीं साडे नाल तलवारबाजी नहीं कर सकते। बाबा दीप सिंह ने कहा तैनूं तां शायद कल्ली तलवारबाजी आउंदी होवेगी, पर जिहड़ी शक्ति भगती चों पैदा हुंदी है ना, वो तेरे वर्गे कई तलवारबाजां नूं जमीन ते सुट सकदी है। दीप सिंह आ रहा है। बाबा दीप सिंह गए, तेग दे नाल तेग खड़गी, मैदाने जंग दे टिक ना सकिया ते उस हरिदास ब्राह्मण की बेटी नूं लिया के भी उसके परिवार नूं सौंपिया। सो बाबा दीप सिंह हुणां ने जिन्ने इस इलाके दे विच विलखण कारज कीते ने, उन्हां दी अहमियत जिहड़ी बहुत वड्डी ते सब तो वड्डी गल दुनिया के इतिहास दे विच किसी कौमीयत नूं जिहड़ी घट गिणती दे विच होवे, जिहदा कतलेआम हो रहा होवे ते जिहदे उपर विदेशी हमलावर तो लैके देसी हमलावर सारे ही उहदे ते हमलावर जुल्म करन दे वास्ते तैयार होण, उस कौम नूं नवाबी दी पेशकश उदों होवे जदों उस कौम दे बारे 1710 तो लैके 1716 तक 4 वारी फतवे जारी हो चुके होण। नानक प्रस्तां बा बेअंत बा कतल रसानंद, जिथे भी गुरु नानक नूं मनण वाला सिख मिलदा सिर वड्ढ के लियाओ। हुण ओह कौम 1716 दे विच तां ऐलान किया जावे खत्म कर दिते ने, ते 1733 नूं उन्हां दी नवाबी दी पेशकश हो जाए। जदों नवाबी दी पेशकश हुई, नवाबी लैके गए ने जंबर पिंड दे रहण वाले सरदार शबेक सिंह, जिन्हां दा परिवार जिहड़ा राय भागू दे समय तीसरे पातशाह दे समय सिੱਖੀ च आया सी। नवाबी एक तश्तरी दे विच परवाना रखिया होया है। सरदार करम सिंह हिस्टोरीअन ने कहा कि मैं वो परवाना वेख्या सी, मैं वो परवाना लिया भी, ते वो परवाना अज मैनू कोई लाखां रुपये भी दवे तो मैं दे नहीं सकता, मेरी कौम की अमानत है, अज कित्ते है नहीं पता सानू। करम सिंह हिस्टोरीअन ने उसका जिक्र किया। अगली गल जी, वो परवाना लीडर दूसरे उत्थे बैठे ने 5 प्यारे साहबान इस तरह गुरु की हजूरी च। उन्हां च कौन ने? सब तो अगे इत्थों दे बाबा दीप सिंह शहीद, उस तो बाद बाबा करम सिंह शहीद, उहदे तो बाद महाराजा रणजीत सिंह दे परदादा सरदार बुद्ध सिंह जी, उस तो अगे बैठे ने सरदार हरी सिंह भंगी पंजवड़ दे रहण वाले, ते उस तो अगे बैठे ने सरदार जस्सा सिंह रामगढ़िया। इस तरह दीवान लगा होया। लगे हुए दीवान दे सरदार शबेक सिंह सब तो पहला कौम के जथेदार नूं उस नवाबी की गल करते हैं, तो हुण कौम के जथेदार का जाप। कौम के जथेदार के कोल दो पक्ष नहीं सोचण दे, उन्हें धार्मिक तौर पर भी सोचना ते राजनीतिक तौर पर भी सोचना। दो पक्ष ने। जदों वो नवाबी अगे रखी जाती है तो उस वेले कौम के जथेदार का जाप पता की है? हम राखत पातशाही दावा जां इतको जां अगलो पावा। शबेक सिंह जी नवाबी ते गल नहीं मुकनी, साडा दावा पातशाही है, ये गुरु ने दिता। क्यों? क्योंकि गुरु का जिहड़ा रूहानी स्वरूप है, उहदी जिहड़ी बनतर है वो इंपीरियलिज्म दी है। जिस दरबार च बैठे हो है कि वड्डा तेरा दरबार, सच्चा तुद, सिरशाह, निहचल, चवरशत, ये जिद्दियां भी निशानियां ने, ये तो इंपीरियलिज्म दियां ने, बादशाह दियां ने, दुनिया के किसी धर्म च होंदियां ही नहीं। तखत होवे, छतर होवे, चंदोआ होवे,
ਚੌਰ ਸਾਹਿਬ ਹੋ ਰਿਹਾ ਹੋਵੇ, ਦਰਬਾਰ ਲੱਗਾ ਹੋਵੇ, ਗੁਰੂ ਇਸ ਤਰ੍ਹਾਂ ਬੈਠਾ ਹੋਵੇ, ਇਹ ਸਾਰੀਆਂ ਨਿਸ਼ਾਨੀਆਂ ਬਾਦਸ਼ਾਹ ਦੀਆਂ ਨੇ। ਪਰ ਉੱਚਾ ਧਰਮ ਹੈ, ਗੱਲ ਰੂਹਾਨੀਅਤ ਦੀ ਹੋ ਰਹੀ ਹੈ। ਉਹ ਕਹਿੰਦੇ ਨੇ ਕਿ ਇਸ ਰੂਹਾਨੀ ਦਰਬਾਰ ਦੇ ਵਿੱਚ ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤਕੋ ਜਾਂ ਅਗਲੋ ਪਾਵਾ। ਕਹਿੰਦੇ ਸਾਡੇ ਵਾਸਤੇ ਤਾਂ ਦੋਵੇਂ ਸੰਕਲਪ ਖੁੱਲੇ ਨੇ, ਜਿਉਂਦੇ ਰਵਾਂਗੇ ਪੰਜਾਬ ਤੇ ਪਾਤਸ਼ਾਹੀ ਦਾਵਾ ਕਾਇਮ ਕਰਾਂਗੇ। ਜੇ ਪਾਤਸ਼ਾਹੀ ਦਾਅਵੇ ਲਈ ਲੜਦੇ ਸ਼ਹੀਦ ਹੋ ਗਏ, ਗੁਰੂ ਦੀ ਗੋਦ ਚਲ ਗਏ ਤਾਂ ਵੀ ਪਾਤਸ਼ਾਹੀ। ਸਰਦਾਰ ਸ਼ਬੀਕ ਸਿੰਘ ਨਾਰਾਜ਼ ਜੇ ਹੋ ਗਏ ਤੇ ਉਹੀ ਜਿਹੜੀ ਨਵਾਬੀ ਹੈ ਪੰਜ ਪਿਆਰੇ ਸਾਹਿਬਾਨ ਦੇ ਅੱਗੇ ਲਿਆ ਰੱਖੀ। ਹੁਣ ਪੰਜ ਪਿਆਰੇ ਸਾਹਿਬਾਨ ਆਪਸ ਚ ਸਲਾਹ ਕਰਦੇ ਨੇ। ਇਹ ਮਸ਼ਵਰਾ 2 ਵਾਰੀ ਹੋਇਆ, ਮੈਂ ਤੁਹਾਨੂੰ ਦੋਵੇਂ ਵਾਰੀ ਇਤਿਹਾਸ ਦੱਸਣਾ ਹੈ। ਪੰਜ ਪਿਆਰੇ ਆਪਸ ਚ ਸਲਾਹ ਕਰਦੇ ਨੇ ਤੇ ਸਲਾਹ ਕਰਨ ਤੋਂ ਬਾਅਦ ਜਵਾਬ ਪਤਾ ਕੀ ਦਿੰਦੇ ਨੇ? ਕਹਿੰਦੇ ਪਾਤਸ਼ਾਹੀ ਛੱਡ ਕਿਮ ਲਿਵੇ ਨਵਾਬੀ, ਇਤ ਉਤ ਕਿਮ ਹਮ ਕਰੇ ਖਰਾਬੀ। ਇਤ ਕੁੱਤ ਹੈ ਲੋਕ ਤੇ ਪਰਲੋਕ। ਪੰਜ ਪਿਆਰਿਆਂ ਦਾ ਜਿਹੜਾ ਅਹੁਦਾ ਗੁਰੂ ਨੇ ਬਖਸ਼ਿਸ਼ ਕਰ ਦਿੱਤਾ, ਤੇ ਜਿਸ ਅਹੁਦੇ ਦੇ ਵਿੱਚ ਗੁਰੂ ਨੇ ਇਹ ਬਖਸ਼ਿਸ਼ ਪਾ ਦਿੱਤੀ ਕਿ ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ, ਉਹ ਤਾਂ ਬਾਦਸ਼ਾਹੀ ਨੂੰ ਪੈਰਾਂ ਦੇ ਵਿੱਚ ਸਮਝਦਾ, ਉਹ ਨਵਾਬੀ ਨੂੰ ਪ੍ਰਵਾਨ ਕਿਵੇਂ ਕਰ ਸਕਦਾ? ਇਹ ਸਾਡੇ ਪੰਜ ਪਿਆਰਿਆਂ ਦਾ ਜਵਾਬ। ਉਸ ਤੋਂ ਬਾਅਦ ਫਿਰ ਸਭ ਤੋਂ ਵੱਡਾ ਫੈਸਲਾ ਗੁਰੂ ਸਾਹਿਬ ਦਾ ਹੁਕਮ ਆ ਗਿਆ, ਟਹਿਲ ਮਹਿਲ ਤਾਂ ਕੋ ਮਿਲੇ ਜਾਕੋ ਸਾਧ ਕਿਰਪਾਲ। ਤੇ ਸੰਗਤ ਦੇ ਵਿੱਚ ਟਹਿਲ ਕਰਕੇ ਆ ਰਿਹਾ, ਹਯਾਤ ਖਾਨ ਦੇ ਨਾਲ ਲੜ ਕੇ ਆਇਆ, ਮੱਥੇ ਦੇ ਵਿੱਚ ਫੱਟ ਹੈ, ਖੱਬੇ ਹੱਥ ਤੇ ਫੱਟ ਹੈ, ਪੱਖੇ ਦੀ ਸੇਵਾ ਕਰ ਰਿਹਾ, ਕਾਲੇ ਕਿਆਂ ਦਾ ਰਹਿਣ ਵਾਲਾ ਸਰਦਾਰ ਕਪੂਰ ਸਿੰਘ, ਜਿਸ ਦੀ ਝੋਲੀ 'ਚ ਨਵਾਬੀ ਪਾ ਦਿੱਤੀ ਗਈ। ਤੇ ਨਵਾਬੀ ਲੈਣ ਤੋਂ ਪਹਿਲਾਂ ਉਹ ਸਰਦਾਰ ਦੇ ਸ਼ਬਦ ਨੇ, ਨਵਾਬੀ ਪ੍ਰਵਾਨ ਤਾਂ ਕਰੂੰਗਾ, ਪਹਿਲੀ ਗੱਲ ਪੰਜ ਪਿਆਰਿਆਂ ਦੇ ਪੈਰਾਂ ਨੂੰ ਛੁਹਾਈ ਜਾਵੇ ਗੁਰੂ ਦੀ ਹਜ਼ੂਰੀ 'ਚ, ਉਹਨੂੰ ਇਹ ਪਤਾ ਹੋਵੇ ਅਸੀਂ ਜੁੱਤੀ ਦੀ ਨੋਕ ਤੇ ਪ੍ਰਵਾਨ ਕੀਤੀ ਹੈ। ਦੂਜੀ ਗੱਲ, ਦਲ ਦੇ ਘੋੜਿਆਂ ਦੀ ਸੇਵਾ ਨਹੀਂ ਛੱਡੂੰਗਾ, ਸੰਗਤ ਦੇ ਵਿੱਚ ਪੱਖਾ ਝੱਲਣ ਦੀ ਸੇਵਾ ਨਹੀਂ ਛੱਡੂੰਗਾ, ਤਖਤ ਤੇ ਨਹੀਂ ਬੈਠੂੰਗਾ, ਤੇ ਕਲਗੀ ਲਾ ਕੇ ਨਵਾਬ ਨਹੀਂ ਖਵਾਉਂਗਾ। ਫਿਰ ਇਸ ਅਹੁਦੇ ਨੂੰ ਪ੍ਰਵਾਨ ਕਰਦਾ। ਇਹ ਕੌਮ ਦੇ ਆਗੂ ਹੁੰਦੇ ਸੀ। ਅੱਜ ਤੇ ਨਿੱਕੀਆਂ ਨਿੱਕੀਆਂ ਪ੍ਰਧਾਨਗੀਆਂ ਦੇ ਪਿੱਛੇ ਪਤਾ ਨਹੀਂ ਕੀ ਦਾ ਕੀ ਕੁਝ ਹੋ ਜਾਂਦਾ। ਉੱਥੇ ਨਵਾਬੀ ਮਿਲ ਰਹੀ ਹੈ। ਹੁਣ ਇਹ ਜਦੋਂ ਨਵਾਬੀ ਮਿਲੀ ਤੇ ਫਿਰ ਬਾਬਾ ਦੀਪ ਸਿੰਘ ਹੁਣਾਂ ਨੇ ਸਾਰਿਆਂ ਨੂੰ ਇਕੱਠੇ ਕੀਤਾ। ਕਹਿੰਦੇ ਹੁਣ ਇਹ ਨਵਾਬੀ ਰਾਜਨੀਤਿਕ ਪ੍ਰਾਪਤੀ ਹੈ, ਇਹਦੇ ਚ ਧਾਰਮਿਕ ਪ੍ਰਾਪਤੀ ਕੀ ਹੋਣੀ ਚਾਹੀਦੀ ਹੈ। ਪੰਜ ਸਿੰਘ ਸਾਹਿਬਾਨ ਫਿਰ ਇਕੱਠੇ ਹੋਏ ਨੇ, ਫਿਰ ਮਸ਼ਵਰਾ ਕੀਤਾ ਸਿੰਘ ਸਾਹਿਬ। ਉਸ ਮਸ਼ਵਰੇ ਦੇ ਵਿੱਚ ਇਹ ਗੱਲ ਨਿਕਲੀ ਕਿ ਸਭ ਤੋਂ ਅਹਿਮ ਗੱਲ ਹੈ ਅਸੀਂ ਦਰਬਾਰ ਸਾਹਿਬ ਦੇ ਪ੍ਰਬੰਧ ਨੂੰ ਸੁਧਾਰਨਾ ਹੈ। ਸੇਵਾ ਬੇਸ਼ੱਕ ਦਰਬਾਰ ਸਾਹਿਬ ਦੀ ਉਸ ਵੇਲੇ ਭਾਈ ਮਨੀ ਸਿੰਘ ਕੋਲ ਸੀ, ਸ਼ਹਾਦਤ ਨਹੀਂ ਸੀ, 1733 ਦੀ ਗੱਲ ਹੈ। ਉਸ ਤੋਂ ਬਾਅਦ ਜਿੰਨੇ ਵੀ ਪ੍ਰਬੰਧ ਦੀ ਸੇਵਾ ਹੈ ਸਰਦਾਰ ਦਰਬਾਰਾ ਸਿੰਘ ਨੂੰ ਦਿੱਤੀ ਗਈ। ਨਿਸ਼ਾਨ ਸਾਹਿਬ ਦੀ ਸੇਵਾ ਜਿਹੜੀ ਹੈ ਨਵਾਬ ਕਪੂਰ ਸਿੰਘ ਨੂੰ ਦਿੱਤੀ ਗਈ। ਦਰਬਾਰ ਸਾਹਿਬ ਦੀ ਰੱਖਿਆ ਦੇ ਵਾਸਤੇ ਹਥਿਆਰ ਬਣਾਉਣ ਦੀ ਜ਼ਿੰਮੇਵਾਰੀ ਜੱਸਾ ਸਿੰਘ ਆਲੂਵਾਲੀਆ ਨੂੰ ਦਿੱਤੀ ਗਈ। ਇਹਦੇ ਤੋਂ ਇਲਾਵਾ ਦਰਬਾਰ ਸਾਹਿਬ ਦੇ ਵਿੱਚ ਆਈਆਂ ਸੰਗਤਾਂ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਸਰਦਾਰ ਗੁਰਬਖਸ਼ ਸਿੰਘ ਨੂੰ ਦਿੱਤੀ ਗਈ। ਉਹ ਸਰਦਾਰ ਗੁਰਬਖਸ਼ ਸਿੰਘ ਨੇ ਅਨੰਦਪੁਰ ਸਾਹਿਬ ਵੀ ਜ਼ਿੰਮੇਵਾਰੀ ਨਿਭਾਈ ਤੇ ਦਰਬਾਰ ਸਾਹਿਬ ਵੀ ਐਸੀ ਜ਼ਿੰਮੇਵਾਰੀ ਨਿਭਾਈ ਕਿ ਜਦੋਂ ਜਹਾਨ ਖਾਨ ਨੇ 30,000 ਫੌਜ ਦੇ ਨਾਲ ਦਰਬਾਰ ਸਾਹਿਬ ਦੇ ਉੱਪਰ ਹਮਲਾ ਕੀਤਾ ਅਬਦਾਲੀ ਦੇ ਕਹਿਣ ਦੇ ਉੱਪਰ, ਉਹ 30 ਸਿੰਘਾਂ ਦੇ ਨਾਲ ਲੜ ਕੇ ਸ਼ਹੀਦ ਹੋਇਆ। ਤੇ ਸ਼ਹੀਦ ਹੋਣ ਤੋਂ ਪਹਿਲਾਂ ਉਹਦੇ ਸ਼ਬਦ ਬੜੇ ਪਿਆਰੇ ਨੇ, ਪਾਤਸ਼ਾਹ ਪੰਥ ਜੋ ਨਾ ਰਹਾ तो ग्रंथ कौन मानेगा, पंथ जो रहा तो ग्रंथ की कहेगी नाथ। सो ये जड़ा ग्रंथ ते पंथ दा रिश्ता है, ये एक ऐसा रिश्ता है जोत ते जुगत के अनुसार प्रगट होता है। इसे करके रहिंदी दुनिया तक पंथ ते ग्रंथ दा प्रगट दिवस तां मनाया जा सकता, कभी ज्योति जोत दिहाड़ा नहीं मनाया जा सकता, क्योंकि पंथ जुगत है, ग्रंथ जोत है। पंथ ते जिहड़ा ग्रंथ है इन्हां दा रिश्ता जिहड़ा आपस च इन्नी अहमियत रखदा। सो उस समय बाबा दीप सिंह ने उस प्रबंध दे विच भी बहुत ज़्यादा सुधार कीते। उहदे तो बाद वो फिर इत्थे आ गए। इत्थे आके जिहड़ी पहली अहमद शाह अब्दाली दे हमलिਆਂ ਦੀ ਗੱਲ ਹੁੰਦੀ है। वक्त मेरा समाप्त हो गया जी, मैं ज़्यादा ले गया, समाप्ति करा जी। सो इत्थे असीं समाप्ति करते हैं क्योंकि अब्दाली दे हमलिਆਂ ਦੀ बाबा दीप सिंह ने सब तो पहला अब्दाली के हमले के उपर शुरुआत की जो 25,000 ऊँटों के उपर खजाना लेके जा रहा सी अंबाले पिपली ते शाहपुर मारकंडे के इलाके दे विच। इतिहास के साडे उन्हां स्रोतां दे विच बहुत कुछ पिया। उहदे तो बाद सरदार तरलोक सिंह होना दा इत्थे खबर लैके आउणा, बाबा दीप सिंह होना दा उत्थे दरबार साहब जाना, ते इतिहास की एक विलक्षण जंग जिहदे बारे तहमासनामे का लेखक तहमास पखा जिसका जिहड़ा कह सकते हो तखल्लस मस्कीन है, वो अपनी जिहड़ी फारसी की किताब च इस जंग का जिक्र करता, जिहड़ा मैं करना सी बड़ा अहम है।
कि किस तरह के नाल दो जरनैल दवंद युद्ध लड़ रहे हैं। एक बन्ने बाबा दीप सिंह के सामने 3 ने, यकूब खान, बुलंद खान ते शाह जमाल। दूजे बन्ने बाबा सुद्धा सिंह के सामने है मीर खान। तीजे बने बलवंत सिंह के सामने है रुस्तम खान ते जबरदस्त खान। ये जंग किवें हुंदी है, बड़ा विलखण इतिहास थी, पर वक्त इजाजत नहीं दे रहा। इन्नियां बेनतियां प्रवान, फतेह दी सांझ। सत्कार सहित आखना जी वाहिगुरू जी का खालसा वाहिगुरू जी की फतेह। चित तो नहीं सी करता कि मैं इस चलती हुई लड़ी नूं रोक लवां। इन्ने बड़े महान इतिहासकार इन्नी वड्डी बात पाउंदियां मेरे लिए ये गुस्ताखी करना बुरी गल है। पर पिछों आवाज़ जल्दी ना आई जाती सी कि कुछ बच्चों के स्कूल की छुट्टी का समा है, इस करके मेरे मन में रीत सीगी कि सारे ही आए हुए नौजवान, 2 बुलारे ही साडे कोल वड्डे पिछे बचे ने, माणयोग वीर बीर सिंह जी ते माणयोग सिंह साहब यानी हरप्रीत सिंह जी। सो मेरी रीझ है कि आपां ये ज़्यादा समा ना लेंदा होया कोशिश करिए कि ये बुलारे जिहड़े ने उन्होंने सुन के ही बच्चे अपनी छुट्टी के समय वापस जान। सो अर्ज करांगा सत्कारयोग प्यारे छोटे वीर, कौम का बड़ा ही प्यारी रूह अमृतधारी गुरसिख और फिल्म इंडस्ट्री दे विच गीतकारी गायकी वो एक वखरा जिहा एक फील्ड है, पर अमृतधारी गुरसिख होके उत्थे एडा उच्चा ते सुच्चा मुकाम हासिल करना अपने आप दे विच एक वड्डी प्राप्ति है। बेनती करन जा रहा वीर बीर सिंह जी नूं कि वो अपना वो तजर्बा सिक्खी नाल प्यारी सांझ तुहाडे रूबरू होके तुहाडे नाल सांझी करन। असीस रूप विच गज के फतेह बुलाउणा। आखो जी वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह। जिवें कि वीर जी ने हुणे दस्सिया कि समय की थोड़ी जी दिक्कत है, मैं भी मन करके ये चाहूँगा कि ज़्यादा समा सिंह साहब नूं मिले, क्योंकि उन्हां दे मुकाबले मैं जो गल्लां कहणियां ने वो बहुत हौलियां होणगियां। मैं कुछ बेनतियां करनियां सिर्फ। जिस उम्र दे विच तुसीं सारे हो, सब तो वड्डी दौड़ हुंदी है किरदार नूं संभालण दी। पग ते दाढ़ी नाल सिर्फ सिक्खी नहीं, सिक्खी किरदार दे नाल है। और इस उम्र दे विच जिसनूं किरदार सांभना आ जाए, वो सारी जिंदगी फिर धर्म की जंग बहुत सौखी लड़ सकता है। सानू एक दूसरे दे नाल बड़े तरह दीयां दिक्कतां, मैं अपने फ्रेंड सर्कल च भी देखा, अपने आस पास भी देखा, तो किसी मित्र नाल किसी गल्लों नहीं बनती, किसी नाल किसी गल्लों नहीं बनती। पर गुरु साहब ने सानू गुणां दी सांझ पाउण लई आख्या ते एक दूसरे दे पर्दे कज्जण लई भी आख्या। आपां सारे एक परिवार हाँ। कितनी सोहनी फिलोसफी है, देखो कि गुरु साहब ने कहा कि तुहाडा सारियां दा जन्म भूमि जो है वो आनंदपुर साहब है। पिता सरबंस तानी साहिबे कमाल धन गुरु गोबिंद सिंह पातशाह, माता साहिब देवा जी। सो इस नाते असी सारे ही भैन भरा आ। मेरे छोटे वीर कोलों जे कोई गलती होगी ना, तो मैं उन्होंने पब्लिकली डिफेम करना शुरू नहीं करूंगा। घर में आके शायद ਉਹਦੇ 2 थप्पड़ भी ला लवां जां ਉਹਦੇ ਨਾਲ सख्ती भी करा, पर पब्लिकली मैं उन्होंने डिफेम करने की कोशिश नहीं करूंगा। इस वेले अजोके समय दे विच सोशल मीडिया के राही सब तो वध नफरत इस तरीके नाल फैलाई जा रही है। साडे हत्थ कुछ भी एक एविडेंस आउंदा है किसी के खिलाफ, असी बड़े चाह नाल प्रमोट करते हैं कि फलाना भी फड़िया गया, वो भी फड़िया गया। हजूर असी सारे ही बंदे हैं,
साडे चों कोई भी पूरा नहीं, साडी वारी भी आ सकती है। माटी का क्या धोप है स्वामी, मिट्टी हैं असीं, मिट्टी धोती नहीं जा सकती। इस मिट्टी को सिर्फ कंट्रोल ही किया जा सकता है, वो भी बहुत तकड़े मन दे नाल। सो इस करके इंसानियत के नाते, इस परिवार के नाते मैं सिर्फ इन्नी बेनती करनी है कि सोशल मीडिया को बहुत तरीके नाल वरतो, चंगियां चीज़ों लई वरतो, उपजाऊ चीज़ों लई वरतो। एक दूसरे के खिलाफ जिहड़ी नफरत है उन्होंने जिन्ना इकट्ठा कर लवांगे उन्ना साडा परिवार खुशहाल रहूगा। मीडिया के विचों भी मेरे बड़े प्यारे वीर शरनाट हरनव भाजी, एक साडा होर बड़ा प्यारा वीर है, वो भी पहुंचे हुए। सो सारिਆਂ ਨੂੰ जी आया ਨੂੰ, तुसीं बहुत भागां वाले हो, कर्मां वाले हो। तुसीं इस सभा दे विच बैठे हो, गुरु साहब की हजूरी च बैठे हो, इतिहास का हिस्सा बन रहे हो। सो महाराज तुहानूं सारिਆਂ ਨੂੰ समत बख्शण, मेहर दा हथ तुहाडे सिर ते रखण। वाहिगुरू जी का खालसा, वाहिगुरू जी की फतेह। बहुत बहुत धन्यवाद वीर सिंह जी, बड़ी इंपॉर्टेंट गल कही। जदों किते साडे घर रब ना करे कोई ऐसी गलती वापर जाए जिहड़ी असीं जग जाहिर नहीं करना चाहते, तो अक्सर असीं अपने घर के बूहे ते खिड़कियां बंद करके ये सोच के अंदर बैठ के गल करते हैं कि साडे परिवार की इज्जत का मसला है। बहुत वड्डा पक्ष छू के गए ने कि जदों गुरु गोबिंद सिंह दे परिवार की इज्जत का मसला हुंदा है, उदों सारे फैसले सोशल मीडिया ते कीते जांदे, उदों सारे मसलियां दा हल सोशल मीडिया चों लभण की कोशिश की जाती। ठीक है, जिथे अन्याय हो रहा है, जिथे गलत हो रहा है, साडे कोल एक प्लेटफॉर्म है कि असीं उत्थे अपनी आवाज़ रख सकते हैं। पर जिस ढंग दे नाल, क्योंकि हर एक कौम दे विच कमियां, असीं बंदे हां, हर एक कौम दे विच कमियां पेशियां हुंदियां ने, पर जिस ढंग दे नाल असीं एक दूजे दे काटो कलेश दे विच किते किते दुश्मन दी नीति दा भी शिकार हां ते किते किते साडे आपसी मतभेद। पर मैं सोचदा जे साडा गुरु एक है, एक बाणी, एक गुर, इको शब्द विचार दे धारनी आ, ते मतभेद होने का तो मसला ही नहीं हो सकता। इसका मतलब दोवां विचों जे दो मत ने तो दोवां चों एक मत गुरु तो पासे जरूर होएगा। इसे करके तुहानूं अज वार वार स्टेज तो सारे ही बुलारियां ने यह बेनती की है कि ए नौजवानों, आप गुरु ग्रंथ साहब की बाणी दे नाल जुड़ो। अज सतनाम सिंह सल्लोपुरी होरां दा अवार्ड सिर्फ उन्होंने अवार्ड देने लई ही नहीं है, उन्होंने पूरी दुनिया के लैवल ते जिहड़ी लहर सहज पाठ की चलाई, ये उसका तखत साहब वालों सत्कार है। सहज पाठ की इंपॉर्टेंस कितनी है, जो तुसी आप सहज पाठ बाणी का करोगे, बाणी दे नाल जुड़ोगे, तुहानूं अपनी जिंदगी के सवालों के जवाब में मिलणगे, तुहानूं समाजिक हालातों के सवालों के जवाब भी मिलणगे, तुहानूं राजनीतिक तौर के उत्ते जिहड़ी काटो कलेश हो रही है उहदे विचों भी सवालों के जवाब मिलणगे। मानयोग सिंह साहब ज्ञानी हरप्रीत सिंह जी नूं बेनती करन तो पहला यही बेनती करनी तुहानूं सारिआं नूं कि तुहाडा कारज तुसीं जिंदगी दे उस पड़ाअ ते हो जिथे केवल ते केवल अज तुहाडा फोकस सिर्फ ते सिर्फ तुहाडा करियर है। कोई शक नहीं, पैरां सिर नहीं होवोगे, आर्थिक तौर पर तुहाडा मजबूत होना भी जरूरी है, पर जे सुरत घड़ी नहीं होएगी, जिवें वीर ने कहा जे किरदार बनिया नहीं होएगा तो फिर असीं कित्थे जावांगे। कोई भी सानू उंगली लैके सानू पुठे पासे पुठी मत ते पुठे राह तोड़ देवेगा। फिर असीं अज जिन्हां नूं सन्मान दिता जाना माण मत्ते सिख दा, असीं इन्हां वर्गे नहीं बन सकांगे। ते जे इन्हां वर्गे बनना है तो फिर दस्तार दे नाल नाल किरदार गुरु की बाणी अनुसारी तुहाडा घड़िया होना जरूरी है, क्योंकि तुहाडे विचों भविख दे कौम दे आगू बनने आ। अज असीं बड़ी बुरी तरह निराश हाँ कि कौम कोल चंगी लीडरशिप नहीं है, तो जिहड़ी लीडरशिप है वह पंथक भावनावां नाल साडी नुमाइंदगी नहीं कर रही।
ਤੇ ਉਹ ਤੁਹਾਡੇ ਵਿੱਚੋਂ ਪੈਦਾ ਹੋਣੀ ਹੈ। ਜੇ ਤੁਸੀਂ ਗੁਰੂ ਦੇ ਨਾਲ ਆਪਣੀ ਜ਼ਿੰਦਗੀ ਨੂੰ ਪਰਨਾਇਆ ਹੋਏਗਾ, ਤੁਹਾਡੇ ਅੰਦਰ ਸਿਧਾਂਤ ਦੀ ਸੋਝੀ ਹੋਏਗੀ, ਤੁਹਾਡੇ ਅੰਦਰ ਇਤਿਹਾਸ ਦਾ ਚਾਨਣ ਹੋਏਗਾ, ਤੇ ਤੁਸੀਂ ਭਵਿੱਖ ਦੇ ਚੰਗੇ ਆਗੂ ਬਣੋਗੇ। ਤੇ ਤੁਸੀਂ ਕਿਉਂ ਨਹੀਂ ਆਗੂ ਬਣਦੇ? ਆ ਜਿਹੜੇ ਵੀਰਾਂ ਨੂੰ ਅੱਜ ਤੁਹਾਡੇ ਰੂਬਰੂ ਕਰਨਾ, ਇਹ ਆਪਣੇ ਆਪਣੇ ਫੀਲਡ ਦੇ ਆਗੂ ਹੀ ਨੇ, ਪਰ ਨਾਲ ਦੀ ਨਾਲ ਇਹ ਪੰਥ ਦਾ ਕਾਰਜ ਕਰ ਰਹੇ ਨੇ। ਵੀਰ ਸ਼ਰਨਾਟ ਦੀ ਗੱਲ ਹੋਈ ਹੈ, ਉਹ ਕਮਰਸ਼ੀਅਲ ਫਿਲਮਾਂ ਹੀ ਬਣਾਉਂਦੇ ਨੇ, ਪਰ ਉਹ ਨਾਲ ਦੀ ਨਾਲ ਜਿੱਥੇ ਉਹਨਾਂ ਕੋਲ ਮੌਕਾ ਮਿਲਦਾ ਹੈ, ਉਹਨਾਂ ਨੇ ਬਾਬਾ ਬੋਤਾ ਸਿੰਘ ਗਰਜਾ ਸਿੰਘ, ਸ਼ਾਇਦ ਅਜੇ ਉਹ ਰਿਲੀਜ਼ ਹੋਣ ਵਾਲੀ ਹੈ, ਮਸਤਾਨੇ ਦੀ ਇੱਕ ਇਤਿਹਾਸਕ ਨੁਕਤੇ ਤੇ ਡਾਕਟਰ ਸਾਹਿਬ ਨੇ ਉਹਨਾਂ ਨੂੰ ਦੁਰਸਤ ਕੀਤਾ ਹੈ। ਪਰ ਉਹ ਸਰਦਾਰ ਦਾ ਅਰਦਾਸ ਦਾ ਜਿਹੜਾ ਸੀਨ ਹੈ, ਉਹਨੂੰ ਵੇਖ ਕੇ ਸੱਚਮੁੱਚ ਅਰਦਾਸ ਪ੍ਰਤੀ ਇੱਕ ਪਿਆਰ ਤਾਂ ਜਾਗਿਆ ਨਾ ਕਿਤੇ। ਕਿਉਂਕਿ ਜਦੋਂ ਕੁਛ ਨਹੀਂ ਹੁੰਦਾ, ਉਦੋਂ ਜੇ ਇੱਕ ਦੋ ਬੂੰਦਾਂ ਹੀ ਕਿਤੇ ਸਹੀ ਮਿਲ ਰਹੀਆਂ, ਤੇ ਮੈਨੂੰ ਲੱਗਦਾ ਉਹ ਬੜੀਆਂ ਕੀਮਤੀ ਹੁੰਦੀਆਂ। ਅੱਜ ਦੀ ਜਿਹੜੀ ਹਨੇਰੀ ਵਗ ਰਹੀ ਹੈ, ਉਹ ਤੁਸੀਂ ਦੇਖ ਰਹੇ ਹੋ। ਐਨੀਮਲ 1000 ਕਰੋੜ ਦਾ ਬਿਜ਼ਨਸ ਕਰਦੀ ਹੈ, ਅਗਲੀ ਵਾਰੀ ਦੁੱਗਣੀ ਵਾਇਲੈਂਸ ਲੈ ਕੇ ਆਉਣਗੇ ਉਹ, ਤਾਂ ਕਿ 2000 ਕਰੋੜ ਦਾ ਬਿਜ਼ਨਸ ਕਰ ਸਕੇ। ਤੇ ਉਹਦੇ ਮੁਕਾਬਲੇ ਸਾਡੇ ਕੋਲ ਕੀ ਹੈ? ਇਹ ਸਾਨੂੰ ਸੋਚਣਾ ਪੈਣਾ। ਸੋ ਸਾਡੀ ਭਾਵਨਾ ਨੂੰ ਸਮਝਣ ਦਾ ਯਤਨ ਕਰਿਓ। ਬਹੁਤ ਸਾਰੀਆਂ ਊਣਤਾਈਆਂ ਇਸ ਕਾਨਫਰੰਸ 'ਚ, ਸਾਡੇ ਬੁਲਾਰਿਆਂ ਦੇ ਬੋਲਣ ਵਾਲਿਆਂ ਵਿੱਚ, ਸਾਡੀ ਜ਼ਿੰਦਗੀ ਵਿੱਚ, ਸਾਡੇ ਲਫ਼ਜ਼ਾਂ ਵਿੱਚ ਹੋ ਸਕਦੀ ਹੈ, ਪਰ ਸਾਡੀ ਭਾਵਨਾ 'ਚ ਨੁਕਸ ਨਹੀਂ। ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਇਹਨਾਂ ਕੇਸਰੀ ਨਿਸ਼ਾਨਾਂ ਦੀ ਅਗਵਾਈ 'ਚ ਪੰਥ ਦੀ ਚੜ੍ਹਦੀ ਕਲਾ ਲੋਚਦੇ ਹਾਂ। ਜੇ ਕਿਸੇ ਦੀ ਆਲੋਚਨਾ ਵੀ ਕੀਤੀ ਹੋਊਗੀ ਤਾਂ ਸਿਰਫ ਉਹਨੂੰ ਦਰੁਸਤ ਕਰਨ ਵਾਸਤੇ। ਆਓ, ਜਿਹੜਾ ਸਿੰਘ ਸਾਹਿਬ ਜੀ ਨੇ ਇਹ ਸਲੋਗਨ ਦਿੱਤਾ ਸੀ ਨਾ ਵੀ ਆਓ ਨੌਜਵਾਨੋ ਇਕੱਠੇ ਹੋਈਏ, ਤੇ ਪੰਜਾਬ ਲਈ, ਇਸ ਧਰਤੀ ਲਈ, ਇਹ ਗੁਰੂ ਨਾਨਕ ਸਾਹਿਬ ਦੀ ਕਰਮ ਭੂਮੀ ਲਈ, ਸਾਹਿਬਜ਼ਾਦਿਆਂ ਦੇ ਡੁੱਲੇ ਹੋਏ ਲਹੂ ਨਾਲ ਰੱਤੀ ਹੋਈ ਇਸ ਧਰਤੀ ਲਈ ਆਪਾਂ ਆਪਣਾ ਬਣਦਾ ਯੋਗਦਾਨ ਪਾ ਸਕੀਏ, ਭਾਵੇਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਬੈਠੇ। ਆਓ ਲਾਮਬੰਦ ਹੋਈਏ। ਦੂਜੇ ਵੱਲ ਉਂਗਲ ਕਰਨ ਤੋਂ ਪਹਿਲਾਂ, ਦੂਜਿਆਂ ਨੂੰ ਦੋਸ਼ੀ ਠਹਿਰਾਉਣ ਤੋਂ ਪਹਿਲਾਂ ਅਸੀਂ ਇਹ ਸੋਚੀਏ ਵੀ ਜੇ ਸਾਰਾ ਕੁਝ ਬਰਬਾਦੀ ਦੇ ਰਾਹ ਪਿਆ ਹੈ, ਉਹਨਾਂ ਨੇ ਬਹੁਤ ਕੁਝ ਗਲਤ ਕੀਤਾ ਸੀ, ਕਿਉਂ ਨਾ ਅਸੀਂ ਕੁਝ ਐਸਾ ਸਹੀ ਕਰੀਏ ਜਿਹਦੇ ਨਾਲ ਅਸੀਂ ਇਹ ਸਾਰੇ ਪਸਾਰੇ ਨੂੰ ਠੀਕ ਕਰ ਸਕੀਏ, ਤੇ ਉਹਨਾਂ ਲੋਕਾਂ ਦਾ ਘੱਟ ਤੋਂ ਘੱਟ ਸਾਥ ਦਈਏ ਜਿਹੜੇ ਇਸ ਪਸਾਰੇ ਨੂੰ ਠੀਕ ਕਰਨਾ ਚਾਹੁੰਦੇ ਨੇ। ਆ ਠੀਕ ਕਰਨ ਦੀ ਹੀ ਕਵਾਇਦ ਹੈ ਨਾ, ਕਿ ਤੁਸੀਂ ਅੱਜ ਕੋਈ ਵੀਰ ਅਮਰੀਕਾ ਤੋਂ ਚੇਚੇ ਤੌਰ ਤੇ ਆਇਆ, ਕੋਈ ਵੀਰ ਆਸਟ੍ਰੇਲੀਆ ਤੋਂ ਚੇਚੇ ਤੌਰ ਤੇ ਆਇਆ, ਸਿਰਫ ਇਸ ਭਾਵਨਾ ਨੂੰ ਸਮਰਪਿਤ ਹੋ ਕੇ ਕਿ ਮਾਣਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਇਹਨਾਂ ਨੌਜਵਾਨਾਂ ਨੂੰ ਪੰਥ ਦੇ ਰਾਹ ਤੋਰਨਾ ਚਾਹੁੰਦੇ, ਇਹਨਾਂ ਦੇ ਵਿੱਚੋਂ ਇੱਕ ਨਵੀਂ ਲੀਡਰਸ਼ਿਪ ਦੇਖਣੀ ਚਾਹੁੰਦੇ ਆ, ਜਿਹੜੀ ਪੰਥ ਨੂੰ ਪ੍ਰਣਾਈ ਹੋਵੇ, ਜਿਹੜੀ ਸਹਿਜ ਪਾਠ ਦੀ ਧਾਰਨੀ ਹੋਵੇ, ਗੁਰੂ ਦੀ ਬਾਣੀ ਦੀ ਧਾਰਨੀ ਹੋਵੇ, ਤੇ ਕੌਮ ਆਉਣ ਵਾਲੀ ਭਵਿੱਖ ਦੀ ਚੰਗੀ ਰਾਖੀ ਕਰ ਸਕੇ, ਚੰਗੀ ਪਹਿਰੇਦਾਰੀ ਕਰ ਸਕੇ। ਤੇ ਅਸੀਂ ਇਸ ਗੱਲ ਤੇ ਸੁਰਖਰੂ ਹੋ ਕੇ ਮਰੀਏ ਕਿ ਚਲੋ ਘੱਟੋ ਘੱਟ ਇੰਨੇ ਬੁਰੇ ਹਾਲਾਤਾਂ ਵਿੱਚ, ਜਦੋਂ ਚਾਰੇ ਪਾਸਿਆਂ ਤੋਂ ਮੱਚਦੀ ਹੋਈ ਅੱਗ ਸਾਡੇ ਵਿਰਸੇ ਪ੍ਰਤੀ ਜਾਂ ਇਹ ਸੋਸ਼ਲ ਮੀਡੀਆ ਦੇ ਰਾਹੀਂ ਸਾਨੂੰ ਬਾਰ-ਬਾਰ ਨੈਗੇਟਿਵ ਚੀਜ਼ਾਂ ਪਰੋਸੀਆਂ ਜਾ ਰਹੀਆਂ ਸੀ, ਅਸੀਂ ਕੋਈ ਪੋਜ਼ਿਟਿਵਿਟੀ ਦਾ ਜਗਦਾ ਹੋਇਆ ਦੀਵਾ ਦਿੱਤਾ, ਜਿਹੜਾ ਨੌਜਵਾਨ ਦੇ ਲਈ ਇੱਕ ਬੂੰਦ ਬਣ ਕੇ ਆਇਆ ਹੈ। ਇਹ ਕੋਈ ਵੱਡੀ ਗੱਲ ਨਹੀਂ ਹੈ। ਇਹ 2 ਘੰਟੇ ਦੀ ਕਾਨਫਰੰਸ ਦੇ ਨਾਲ ਕੋਈ ਬਹੁਤ ਵੱਡਾ ਇਨਕਲਾਬ ਨਹੀਂ ਆ ਜਾਣਾ, ਪਰ ਇਹ ਇੱਕ ਸ਼ੁਰੂਆਤ, ਇੱਕ ਬੂੰਦ ਦੇ ਰੂਪ ਵਿੱਚ ਸ਼ੁਰੂਆਤ ਤਾਂ ਹੋ ਹੀ ਸਕਦੀ ਹੈ ਨਾ, ਕਿ ਕੁਝ ਪੋਜ਼ਿਟਿਵ ਕਰੀਏ, ਪੋਜ਼ਿਟਿਵ ਸੋਚੀਏ। ਤੁਸੀਂ ਦੇਖਿਆ ਸਾਰੇ ਸਕਸੈਸਫੁਲ ਲੋਕ ਜਿਨ੍ਹਾਂ ਨੂੰ ਅਸੀਂ ਸਮਾਜਿਕ ਤੌਰ ਤੇ, ਦੁਨਿਆਵੀ ਤੌਰ ਤੇ ਸਕਸੈਸਫੁਲ ਮੰਨਦੇ ਆ, ਇਹ ਕਿੰਨੇ ਪੋਜ਼ਿਟਿਵ ਨੇ, ਕਿੰਨੀ ਪੋਜ਼ਿਟਿਵ એનર્ਜੀ ਨਾਲ ਭਰੇ ਹੋਏ ਨੇ। ਤੁਸੀਂ ਇਹਨਾਂ ਦੇ ਕੱਪੜਿਆਂ ਦੇ ਬ੍ਰਾਂਡਾਂ ਤੇ ਧਿਆਨ ਦਿੱਤਾ? ਤੁਸੀਂ ਦੇਖਿਆ ਉਹਨਾਂ ਦੇ ਕੋਲ ਫੋਨ ਕਿੰਨਾ ਮਹਿੰਗਾ ਸੀ, ਪਰ ਉਹਨਾਂ ਦੇ ਲਫ਼ਜ਼ਾਂ ਨੇ ਤੁਹਾਡੀ ਜ਼ਿੰਦਗੀ ਨੂੰ ਇਸ ਗੱਲ ਦਾ ਗੁਰੂ ਦੀ ਹਜ਼ੂਰੀ 'ਚ ਚਾਨਣ ਦਿੱਤਾ ਕਿ ਅਸੀਂ ਪੰਥ ਬਣ ਕੇ, ਕੌਮ ਬਣ ਕੇ ਕਿਵੇਂ ਜੀਣਾ। ਅੱਜ ਬਹੁਤ ਵੱਡੀ ਗੱਲ ਨਹੀਂ ਹੈ, ਅਸੀਂ ਸਾਰੇ ਕਿਤੇ ਨਾ ਕਿਤੇ ਧੜਿਆਂ ਨਾਲ ਵੱਜੇ ਹੋਏ ਹਾਂ। ਇੱਕ ਧੜੇ ਦਾ ਪੀਲੀ ਪੱਗ ਵਾਲੇ ਦਾ ਕਾਲੀ ਵਾਲੇ ਨਾਲ ਰੱਟਾ, ਕਾਲੀ ਵਾਲੇ ਦਾ ਨੀਲੀ ਵਾਲੇ ਨਾਲ ਰੱਟਾ, ਨੀਲੀ ਵਾਲੇ ਦਾ ਚਿੱਟੀ ਵਾਲੇ ਨਾਲ ਰੱਟਾ, ਬਹੁਤ ਪੰਗੇ ਨੇ। ਪਰ ਇਹਨਾਂ ਪੰਗਿਆਂ ਦੇ ਬਾਵਜੂਦ ਵੀ ਤਾਂ ਸਾਡੇ ਕੋਲ ਇੱਕ ਸਾਂਝਾ ਸਾਹਿਬ ਹੈਗਾ ਨਾ, ਜਿਹਦਾ ਕਰਕੇ ਅਸੀਂ ਇਹਨਾਂ ਨਿਸ਼ਾਨਾਂ ਥੱਲੇ, ਇਹਨਾਂ ਤਖਤਾਂ ਦੀਆਂ ਬਰੂਹਾਂ ਤੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਸਿਰ ਜੋੜ ਕੇ ਬੈਠ ਕੇ ਕੌਮ ਦੀ ਚੜ੍ਹਦੀ ਕਲਾ ਲਈ ਪੋਜ਼ਿਟਿਵ ਵੇ ਦੇ ਨਾਲ, એનર્ਜੀ ਦੇ ਨਾਲ, ਉਹ ਬਾਬਾ ਦੀਪ ਸਿੰਘ ਜੀ ਨੂੰ ਯਾਦ ਕਰਦਿਆਂ ਹੋਇਆਂ, ਉਸ ਲੜੀ ਹੋਈ ਜੰਗ ਨੂੰ ਯਾਦ ਕਰਦਿਆਂ ਹੋਇਆਂ, ਜਿਹੜੇ ਡਾਕਟਰ ਉਦੋਕੀ ਜੀ ਹੋਰਾਂ ਨੇ ਹੁਣੇ ਉਹਨਾਂ ਦੇ ਇਤਿਹਾਸ ਦੀ ਸਾਨੂੰ ਰੌਸ਼ਨੀ ਦਿੱਤੀ ਸੀ, ਉਹਨੂੰ ਯਾਦ ਕਰਦਿਆਂ ਹੋਇਆਂ ਅਸੀਂ ਚੜ੍ਹਦੀ ਕਲਾ ਦੇ ਨਾਲ ਕੌਮ ਬਣ ਕੇ ਜਿਉਣ ਦੀ ਕੋਸ਼ਿਸ਼ ਕਰਾਂਗੇ। ਹੱਥ ਜੋੜ ਕੇ ਸਨਿਮਰ ਬੇਨਤੀ ਕਰਾਂਗਾ, ਮਾਣਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਅਕਸਰ ਤੁਸੀਂ
लंबे समय तो इन्हों पंथ के हर एक मसले ते आवाज़ बुलंद करदियां सुनते रहने हो। उन्हों की आमद ते एक जकारे के रूप में कोशिश करियो कि उच्ची आवाज़ में जकारा छड्डना, ताकि क्योंकि इन्होंने ही साडी एक पहली कॉन्फ्रेंस ते गल कही सी कि जथेदार दे मगर जे कौम की ताकत होवे ते जथेदार कौमी फैसले वधिया लैंदा। तो तुहाडी ताकत ने जथेदारी दे मगर ताकत बननी हुंदी है। राजनीतिक लोगों के कोल तां बड़ी ताकत आपदियां वोटां वालियां दी हुंदी है, जथेदारां मगर ताकत संगत दी ते पंथ दी हुंदी है, इन्हां 5 निशानां दी हुंदी है। गज के जकारा बुलाना, बोले सो निहाल। जुग जुग अटल, लोक परलोक दे राखे, चवर छत्र तखत दे मालक, धन धन साहिब श्री गुरु ग्रंथ साहिब सच्चे पातशाह जी की पावन पवित्र हजूरी च संगती रूप दे विच जुड़ बैठे समुचे नौजवान, सब तो पहला फतेह प्रवान करो। वाहिगुरु जी का खालसा, वाहिगुरु जी की फतेह। बहुता लंबा समा तुहाडा नहीं लेना, मेरे बोलन तो बाद कुछ सन्मान करने हैं, तो उस तो बाद आप सारे ने रल मिल के सतगुरु सच्चे पातशाह अगे अरदास करनी है कि अकाल पुरख कौम पंथ नूं बल बख्शे, नौजवानी नूं ताकत बख्शे कि वह कौम की अगवाई कर सकन। ते उस तो बाद आप सारे ने प्रशादा छकना ते फिर आप घरां नूं जाना। जिवें मेरे तो पहला भी कहा गया है कि नौजवान कौमां दे अंदर रीढ़ की हड्डी होया करदे। कौम दे विच उदों ही उत्साह वधदा है, उदों ही वो बुलंदियां छूंहदी है जदों उस कौम के नौजवान कौम की पंथ की बेहतरी लिए उठ खड़ोंदे है। अज साडी कौम के रसातल विच जाण दा सब तो वड्डा कारण इहो ही है कि साडी नौजवानी जिहड़ी है वो दिशाहीन हो गई है। दिशाहीन भटक गई है। जिवें रेगिस्तान दे विच या किसी जंगल दे विच मनुख भटक जाता है तो उसनूं राह नहीं ना दिसदा, फिर जिधर चित करदा है उधर तुरिया जाता है, मंजिल कोई नहीं मिलती, रस्ता कोई नहीं मिलता। साडी दशा है कि साडी नौजवानी जिहड़ी है वो भटक चुकी। कईयां ने नशियां नूं अपना मार्ग चुन लिया, वो नशियां दे राह पै गए ने, कई होर कर्मकांडां दे राह पै गए ने। कोई किसे पिछे लग तुरिया, कोई किसे पिछे लग तुरिया। जिन्हें भी आख्या उच्ची आवाज दे विच मैं तुहानूं राह दिखाउणा है, चलो मेरे पिछे लगो, उस पिछे लग तुरिया। जिन्ना चिर साडा नौजवान जिहड़ा है वो दिशा प्राप्त नहीं करता और सही दिशा प्राप्त नहीं करता, उन्ना चिर कौम बुलंदियां ते जा नहीं सकती। दुनिया का इतिहास गवाह है। पहले विश्व युद्ध दे विच जर्मनी तबाह हो गया, बड़ा नुकसान होया। ते पहले विश्व युद्ध तो बाद जर्मनी दे विच एक तानाशाह उठिया हिटलर, उन्हें नौजवानी नूं पुकारिया। नौजवानी उहदी अगवाई दे विच इकट्ठी हुई, दूसरा विश्व युद्ध लड़िया गया। नौजवानी उहदी अगवाई च इकट्ठी तो हो गई, पर वो भी सवाई युद्ध तो ते सवाई सर्वनाश तो अपनी कौम नूं कुछ नहीं दे सकिया।
दूसरा विश्व युद्ध हो गया, दूसरे विश्व युद्ध दे विच फिर जर्मनी तबाह हो गया, जापान तबाह हो गया। फिर इन्हां मुल्कां दे आगुआं ने नौजवानों नूं आवाज़ां मारियां कि आओ उठो, खड़े हो, सर्वनाश दे विचों ही विकास निकलदा है ते असीं विकास पैदा करना है। असीं अपनी तबाह हुई कंट्री नूं, तबाह हुए मुल्क नूं उच्चा चुकना है। ते नौजवानी इकट्ठी हुई ते अज असीं जापान की पोजीशन भी देख सकते हैं, जर्मनी की पोजीशन भी देख सकते हैं। जिहड़ी कौम दे नौजवान उठ खड़दे है वो कौम उठ खड़दी है, जिहड़ी कौम दे नौजवान बह जाते हैं वो कौम बह जाती है। एक हुंदा विकास, विकास जिहड़ा हुंदा है वो पहली चीज़ नूं खत्म करके फिर उसकी जगह के उत्ते जिहड़ा है वो पैदा हुंदा है। फर्ज करो कि जे इस स्थान के उत्ते असी इस तो भी खूबसूरत जिहड़ा है वो हाल बनाउणा है ते इस हाल नूं जिहड़ा है वो डिस्ट्रॉय करना पऊगा, खत्म करना पऊगा। जे इसी जगह ते ही उसारना तो जे असी सड़क बनाउणी है, चौड़ी करनी है तो उथों रुख जिहड़े आ वो उखाड़ने पैणगे। ये नहीं हो सकता कि सड़क भी जिहड़ी है चौड़ी होवे ते रुख भी जिहड़े है वो लगे रहन उस जगह के उत्ते, ये संभव नहीं। विकास किसी चीज के सर्वनाश के विचों निकलता है। पर गुरबाणी ने सानू एक लफ्ज दिता है विकास। विकास विकास के विच पहली चीज जिहड़ी मौजूद हुंदी है उन्होंने नष्ट करने की लोड़ नहीं हुंदी, ना वो नष्ट हुंदी है, बल्कि उहदे उत्ते नवापन पैदा हुंदा है। सिख नूं विकास दिता है महाराज ने, विकास। असी विकास वल वधना है, असी अपने हिरदियां च विकास लेके आना है। और सिख भगत उही हुंदे जिहदे हिरदियां च विकास पैदा हो जाता है। ते विकास उदों पैदा होता है जो चेतना पैदा होती है, चेतना पैदा होती है जो सूझ समझ पैदा होती है। अज असी सूझ समझ तो सखणे तुरे फिरदे, उदा समझते बहुत है कि सानू नॉलेज है, बहुत ज्ञान है सानू। हर बंदा कहता है जिन्ना मैनू ज्ञान है इन्ना ज्ञान किसी नू है नहीं है, पर इहदे बावजूद असी दिशाहीन हाँ, दिशाहीन। अज जरूरत इस गल की है नौजवानों, चाहे बच्चियां बैठियां ने, नौजवान बैठे ने, लड़के बैठे ने, कि असी इकट्ठे होइए, इकट्ठे होके जिवें मेरे तो पहला वीरा ने दस्सिया कि संसार बड़ी तेजी नाल अगे वधदा जा रहा है। और जे असी वधदे हुए संसार दे नाल ना तुरांगे, पिछे रह जाएंगे तो खत्म हो जाएंगे। सानू वधदे हुए संसार दे नाल ही स्पीड दे नाल, तेजी दे नाल जिहड़ा है वो दौड़ना पएगा। नवी नवी टैक्नोलॉजी आ रही है, सानू टैक्नोलॉजी दे हाण दा बनना पएगा, बनना पएगा सानू, और इहदे लई पढ़ना पएगा। और असी अपनी पढ़ाई नू ब्रेकां ला दित्तियां। असी सुपना सिरज लिया कि +2 करनी है, उस तो बाद आईलैट्स करनी है तो बाहर चले जाना है। बाहर जाके की करना है? यह सुपना नहीं सिरजिया कि बाहर जाके असी कोई साइंटिस्ट बनना है, बाहर जाके असी कोई IT के खेत्र दे विच जाना है, बाहर जाके असी कोई साइंसदान बनना है, बाहर जाके असी कोई बिजनेसमैन बनना है। बस बाहर जाके असी लेबर करनी, लेबर करनी और लेबर कर रहे हैं। जे यह सुपना लेके असी बाहर जाइए ना, जब बाहर जाते होइए कि असी उन्होंने मुल्कों के विच जाके उच्च विद्या पढ़नी है तो उच्चे मुकाम हासिल करने हैं, फिर सानू कोई टेंशन नहीं है, फिर सानू कोई चिंता नहीं है, सगों खुशी होनी कि साडा नौजवान बाहर जा रहा है, वो चेरी विद्या लैण वास्ते, साइंटिस्ट बनने वास्ते जा रहे हैं, बड़े बड़े वकील बनने वास्ते जा रहे हैं।
डॉक्टर बनने वास्ते जा रहे, इंजीनियर बनने वास्ते जा रहे। चिंता इस गल की है कि साडा जिहड़ा नौजवान है वो लेबर करने वास्ते जा रहा है, मजदूरी करने वास्ते जा रहा है, दिहाड़ी करने वास्ते जा रहा है, दिहाड़ी करने वास्ते जा रहे। ये सानू चिंता है सब तो वड्डी, और दिहाड़ी कर रहे जाके उत्थे। ये सब तो वड्डी चिंता है, ये सब तो वड्डा फिक्र है। इसलिए सोच बनाओ कि असी पढ़ना है और पायदार पढ़ना है, उचेरी ते वधिया विद्या जिहड़ी है वो हासिल करनी। ये अपना लक्ष्य जिहड़ा है वो साडा होना चाहिए। फिर असी समय दे हाण दा बन सकांगे, फिर असी कौमां नूं बुलंदियां ते लिजा सकांगे। क्योंकि जिस किस्म के हालात बन चुके हैं ना, उस किस्म के हालातों के विचों असी तां ही सरवाइव कर सकते हैं जे असी उचेरी विद्या वाल जिहड़ा है वो ध्यान देंगे, उच्च सिक्ख्या वाल ध्यान देंगे। ये टारगेट नहीं है कि मैं चले जाना है, फिर मैं अपनी भैन नूं लै जाना है, फिर भरा नूं लै जाना है, फिर माँ बाप नूं लै जाना। तो माँ बाप का भी ये टीचा है कि पहला साडी बच्ची जाएगी या पहला बच्चा जाएगा, फिर उहदे नाल साडे बाकी बच्चे चले जाएंगे, फिर असी भी चले जाएंगे। ये बहुत गलत धारणा पैदा हो रही है। क्योंकि जिस किस्म के हालात बनते जा रहे हैं, जिस किस्म दी मुश्किलां पैदा होंदियां जा रही हैं, उन्हां मुश्किलों का हल जिहड़ा है वो असी ही खोजना है। बहुत वड्डियां चुनौतियां साडे लई पैदा हो रही हैं। मीडिया का म्यार जिहड़ा है वो इस हद तक जिहड़ा है, खास तौर के उत्ते सोशल मीडिया का जिहड़ा है वो म्यार जिहड़ा है वो बहुत डाउन चला गया। जे असीं पंजाब की गल करिए या इंडिया की गल करिए तो हर अपने आप नूं मीडिया चैनल जिहड़ा है वो की कर रहा है, अनरिस्पॉन्सिबल जिहड़ा बंदा हुंदा ना उहदे मूँह अगे माइक कर दिंदा। अनरिस्पॉन्सिबल गैर जिम्मेवार बंदे के मूँह अगे मैक कर दिता जाता है। फिर जो वो बोलता है उन्होंने सारी कौम का बना के पेश किया जाता है भी ये कौम बोल रही है, कौम की थिंकिंग, ये समुची कौम की सोच है। किड्डी कमाल की गल है, कौम की सोच किवें हो सकती। एक अनरिस्पॉन्सिबल बंदा सड़क के कंढे तुरया जा रहा है, तुसीं उहदे मूँह अगे माइक कर दिता है, वो बोलिया है, चंगा बोलिया है, माड़ा बोलिया है, कुछ भी बोलिया है, वो सारी कौम का बोलिया किवें हो सकता है। जो उसकी जिहड़ी सोच उन्हें प्रगट की अपने लफ्ज़ां राही, वो पूरी समुची कौम की सोच किवें हो सकती है। पर इस तरह का नैरेटिव सिरजा जाता है। ये भी अस देख रहे हैं असीं सारे सोशल मीडिया के अंदर की हो रहा है। तो सानू इन्हां सारियां परिस्थितियां दे विचों जिहड़ा है वो बाहर निकलना पएगा और बाहर कौम नूं भी कढ़ना पएगा। तो कौन कढ़ सकता है? साडी नौजवानी कढ़ सकती। मैं एक एग्जाम्पल देना। अयोध्या दे विच राम मंदिर का उद्घाटन होया। चलो हिंदुओं का बड़ा उत्सव सी, उन्होंने खुशी भी सी, अगले ने मनाई भी। सिखां दे धार्मिक जो आगू ने उन्होंने भी सदा पत्र आए। तो की देखिया असीं पिछले दिनों दौरान मीडिया दे विच कोई बोल रहा है कि जाना चाहिए जी इन्हों, कोई बोल रहा है इन्हों नहीं जाना चाहिए। कि वाहियात गल है भी, जे तुहाडे मन च है कि इन्हों जाना चाहिए, तुसीं निजी तौर पर संपर्क करके कहो जाना चाहिए। जे तुहाडे मन च है कि नहीं जाना चाहिए, तुसीं निजी तौर पर संपर्क करके कोई ईमेल करके कहो कि नहीं जाना चाहिए। तुहाडे जाण दे नाल कौम नूं आ फायदे ने, तुहाडे ना जाण दे नाल कौम नूं ये नुकसान ने, तुहाडे जाण दे नाल कौम नूं नुकसान ने। तुसीं फोन करके दसो, तुसीं ईमेल राही दसो, लेकिन दस कित्थे रहे हैं? मीडिया दे राही। कितनी कमाल की गल है ना। जे तुसीं हमदर्द हो अपने लीडरां दे, तुहाडे अंदर कोई सोच है तो तुसीं उस सोच नूं चिट्ठी राही भी ज़ाहिर कर सकते हो, तुसीं ईमेल राही भी ज़ाहिर कर सकते हो, तुसीं टैलीफोन राही भी ज़ाहिर कर सकते हो। पर बड़ियां बड़ियां लंबियां लंबियां मीडिया के उत्ते इंटरव्यू दित्तियां गईयां, तो उन्हें इंटरव्यूओं दौरान नफरत पैदा करने के यत्न भी किए गए।
कितनी कमाल की गल है, वाहियात गल्लां ने। जिन्ना असी ज्यादा बोलांगे ना हर मुद्दे दे उत्ते, कईयां दा तां सुभाव है कि कोई मुद्दा होवे असी बोलना ही है, कोई मुद्दा होवे, किसी दी नानी दी कढ़ानी दे नाल संबंधित कोई मसला होवे पर असी बोलना ही है। ये जिहड़ी सोच है ना, ये कौमां दा नुकसान करदी है। बोलो, गूंगे थोड़ी रहना है, लेकिन चंगा बोलो, समझ के बोलो, सोच के बोलो। साडे बोलन का इंपैक्ट की पैना है ये देख के बोलो। ये ना देखो कि व्यू किन्ने आने हैं, शेयर किन्ने होने हैं, लाइक किन्ने होने हैं, प्रभाव किन्ना पैना है, नैगेटिव किन्ना पैना है, पॉजिटिव किन्ना पैना। ये चीज़ां सानू जड़ियां ने वो उतां चुकणगियां। होर किसी तो उम्मीद नहीं की जा सकती, ते ना ही कोई कौम नू इस दलदल दे विचों कढ सकदा है सवाए नौजवानों दे। मैं फिर एक कहांगा, मन च सवाल पैदा होंदा है कि किधर नू तुरीए। जदों कोई दिशा भटक जाता सी ना पुराने वेलियां दे विच, जंगलां दे विच गवाच जाता सी, जां उजाड़ा बीआबानां दे विच गवाच जाता सी, ते फिर जे किधरों किते कोई धुआं या अग की लाइट दिखाई दिंदी सी ना, तो उस दिशा च चल पैंदा सी कि जिथे अग है, धुआं है, कोई ना कोई उत्थे मानव है, कोई ना कोई उत्थे मनुख है, उधर नूं तुर पैंदा सी ते अपनी मंजिल ते पहुंच जांदा सी। किते धुआं दिखाई दे जाना, किते अग दिखाई दे जानी, उस इंसान ने फिर सारे रस्ते त्याग के उस अग की दिशा वाल या उस धुआं की दिशा वाल जिहड़ा वो चल पैना। अज हनेरा है, ते इस हनेरे दे विच, इस बियाबान समय दे विच, इस उजाड़ वक्त दे विच असी किस नूं देख के चलीए। साडे कोल भी एक लाइट है, साडे कोल भी एक रोशनी है, साडे कोल भी एक प्रकाश है, और वो प्रकाश है बाणी दा, गुरु ग्रंथ साहब महाराज दा। होर किसे पासे देखने की लोड़ नहीं है। तुसी केवल ते केवल सिख फलसफे नूं ध्यान विच रख के सिख फलसफे वाल तुर पाओ, सिख फलसफे वाल तुर पाओ, ते उन्हां दी कदे भी अगवाई ना कबूलो जिहड़े सिख फलसफे तो कोहां दूर है। तां तुहानूं चीख चीख के कही जाण के साडे लड़ आओ, असीं तुहानूं राह विखावांगे, क्योंकि उन्हां नूं राह खुद नूं भी नहीं पता। अन्ना कदे दिश नेत्रहीन जिहड़ा कदे किसी नूं राह नहीं दिखा सकता, वो तो आप फलसफे तो कोहां दूर है। उन्हां नूं तां आप फलसफे की समझ ही नहीं है, कोई सिद्धांत की समझ नहीं है, कोई परंपरा का पता नहीं है, कोई मर्यादा की समझ नहीं है। वो की दिशा देगा तुहानूं? ते इस जहान दे विच धन गुरु ग्रंथ साहिब सच्चे पातशाह तो वड्डा चानन मुनार जिहड़ा है वो कोई नहीं है। इसलिए सानू कोई भटकण की लोड़ नहीं है, कोई किते भी दिशाहीन जिहड़ा है भ्रमित होने की लोड़ नहीं है। असी केवल ते केवल गुरु ग्रंथ साहिब जी जो साडे चानन मुनार ने, असी इस वल तक के इस वल तुर पईए। झूल दे निशान, झूल दे निशान ये साडे लई मार्ग सूचक ने। असी झूल दे निशानां वल देख के निशानां वल तुर पईए, सानू दिशा मिल जानी है, यकीनन मिल जानी है। इस करके मैं बहुता लंबा समा नहीं लेना, मैं यही नौजवानों कहांगा कि आओ कट्ठे होइए और गुरु ग्रंथ साहिब महाराज के फलसफे की रोशनी दे विच तुरीए, गुरु ग्रंथ साहिब महाराज के चानन की रोशनी दे विच तुरीए, चानन दे विच तुरीए, ते सानू मंजिल जिहड़ी है वो जरूर मिलेगी, सानू रास्ता जरूर नजर आएगा। सोच अपनी पॉजिटिव रखिए और उच्च विद्या ते अपना ध्यान जिहड़ा है वो केंद्रित करिए। अपने आप को +2 तक सीमित ना करिए। हुण वक्त आ गया अगे पढ़न का, वक्त आ गया अगे तुरन का। समय दे हाण दे बणीए तां साडी तरक्की होनी है, ते साईं साडी कौम की तरक्की होनी है, साडे पंथ की तरक्की होनी है। ठंड बड़ी सी ते सनेहा भी बड़ा शॉर्ट जिहड़ा है वो नौजवानों को दिता है। ये बावजूद भी तुसीं वड्डी गिनती च पहुंचे हो। मैं सारिਆਂ ਦਾ दिल दीयां गहराइयां दे विचों धन्नवाद करदा,
क्योंकि नाम लैन लगे बहुत लंबा समा लग जाता है। मैं सब का ही दिल ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ करते हैं। कोशिश करांगे कि खालसा साधना दिवस विसाखी जो अप्रैल के महीने आने वाली है उन्होंने दिनों के विच आपां वड्डी जिहड़ी है वो कोई इस तरह की कॉन्फ्रेंस जिहड़ा आयोजित करांगे जिहदे विच वड्डी तादाद विच आपां नौजवानों नूं आवाज़ मारांगे, इकट्ठे होवांगे तख्त श्री दमदमा साहिब की धरती के उत्ते ते फिर इसे तरह निठ के विचारां करांगे। क्योंकि गुरु पातशाह ने सानू ये सिद्धांत दिता है कि जो भी कोई समस्या आउंदी है तो इकट्ठियां होकर सिर जोड़ के बैठो। जो इकट्ठियां होकर सिर जोड़ के बैठांगे, सुनांगे अपने विद्वानां नूं, तो सानू समझ पाएगी कि असीं करना की है। तो विसाखी के दिहाड़ियां दे उत्ते क्योंकि उदों मौसम भी बड़ा खुल जाता है, साफ हो जाता है, ना सर्दी बहुती हुंदी है तो गर्मी अजे आउणी हुंदी है। उस वक्त दे विच आपां इस तो भी वड्डी गिणती दे विच जिहड़े है वो इकट्ठे होवांगे। तख्त श्री दमदमा साहिब वल्लों आवाज़ आएगी तो असीं जरूर पहुंचना है। मैं अंत दे विच फिर आप सारी संगत का दिल दीआं गहराइयां दे विचों बहुत बहुत धन्नवाद करदा। तुसीं वड्डी गिणती विचों आए हो। एक बारी फिर सारी संगती रूप दे विच बैठे मेरे नौजवान, मेरी कौम के नौजवान, मेरे पंथ के नौजवान फतेह प्रवान करियो जे। वाहिगुरू जी का खालसा, वाहिगुरू जी की फतेह। बहुत बहुत धन्यवाद मानयोग सिंह साहब जी। सिंह साहब जी ने जिथे असीसां दित्तियां उत्थे नाल दी नाल सुनेहा भी दिता। साडी हथ जोड़ के बार बार नौजवानों नूं बेनती है कि तख्त साहब वल्लों गुरु पंथ तुहाडी चढ़दी कला की कामना करता है, तुहाडे चंगे भविख की कामना करता है, जिस मकसद के नाल एक कॉन्फ्रेंस ऑर्गेनाइज की गई सी। मैं सिर्फ 1 मिनट तुहाडी सारियां दी एकाग्रता लैनी है, वो है सन्मानां दे प्रथाए। सोशल मीडिया का युग है। पंथ की श्रोमणी संस्था, श्रोमणी गुरुद्वारा प्रबंधक कमेटी, तख्त श्री दमदमा साहिब, ये दोवें वड्डियां पंथ दीयां संस्थावां वल्लों सन्मान दिते जाने ने। ते अजकल तुसी देखिया है कि सोशल मीडिया ते हर वो बंदा जिहड़ा सवेरे उठ के शायद आप अजे मूँह नहीं धोता हुंदा ते वो किसी प्रथाए भी कुछ भी अपनी लाइन जिहड़ी है वो गलत लिखदा है, बोलदा है। इस करके मैं कुछ गल्लां पहला ही स्पष्ट करनियां चाहुंदा, क्योंकि दोवें वड्डियां कौम दीयां संस्थावां वल्लों ये ऑर्गेनाइज किया गया ते साडी टीम दी अलायंस ऑफ सिख ऑर्गेनाइजेशन दी ये ड्यूटी लगी सी कि तुसी इनू निभाउण दा यतन करना। ते असीं कोशिश की कि साडियां वड्डियां संस्थावां जिहड़ियां इस ईवेंट दे विच इनवॉल्व ने, साडियां श्रोमणी संस्थावां इनवॉल्व ने, किते साथों कुछ ऐसा ना होवे जिहदी वजह करके किते तख्त श्री दमदमा साहिब जां साडी श्रोमणी संस्था ते साडा करके कोई उंगल चके। इस करके मैं 2-3 गल्लां स्पष्ट करनी चाहुंदा। तख्त साहिब वल्लों जिहड़े ये सन्मान दिते जा रहे ने, ये सन्मान उन्हां शख्सियतां नूं दिते जा रहे हैं। पहली कैटागरी सी कि जिन्हां ने पंथ की चढ़दी कला लई जिंदगी समर्पित करदिआं होइआं कौम लई कुछ कारज कीता, वो नौजवानों के प्रेरणा स्रोत। दूजी कैटागरी सी कि जिन्हां वीरां ने अपने अपने खेतर दे विच चंगा नाम ना खटिया, गुरु दीआं लीहां ते तुरदिआं होइआं उन्हां दे करियर की कामयाबी, भावें उन्हां दी निजी कामयाबी है, उन्हां दे परिवार की कामयाबी है, बट पंथ महसूस करता है कि असीं अपने नौजवानों के रूबरू इन्हां शख्सियतां नूं करिए ताकि यह भी मान हासिल कर सकन कि असीं पंथ के राहां ते तुरदिआं गुरु ग्रंथ साहिब के सिद्धांतां ते चलदिआं होइआं असीं भी इन्हां वीरां वांग जिहड़ा वो अचीव कर सकते पूरी दुनिया विच। कोई दस्तार सिੱਖੀ ਦੇ सिद्धांत रोड़ा नहीं, बल्कि सहायता करते हैं साडे अगे वधण लई ते दुनिया दे विच उच्चियां अहुदियां ते पहुंचण वास्ते। दूजी कैटागरी वो सी। तीजी कैटागरी सी कि कुछ ऐसे फील्ड ने जिन्हां विच अक्सर पंथ ने घट काम कीता, जिवें अंतर धर्म संवाद, खास करके यूथ तो ये चीज़ां महसूस भी नहीं करता, सोचा जाता है ये काम सिर्फ सिंह साहिबान लैवल के उत्ते, संत समाज के लैवल के उत्ते ही अंतर धर्म संवाद किया जाता है। कि कहा जाएगा कि गुरसाहिब सिंह तुहाडा ही है तो इस करके तुसीं उहनूं अंतर धर्म संवाद के खेत्र च अवार्ड दे रहे हो। इन्नी छोटी उम्र दे विच उन्हां लोकां दे जिथे धर्म गुरु उन्हां दे बैठदे ने उत्थे जाके गुरु नानक साहिब की बात पाउणी,
ਔਰ ਗੁਰੂ ਬਖਸ਼ਿਸ਼ ਕਰੇ ਇਸ ਨੂੰ ਨਿਰੰਤਰਤਾ ਦੇ ਨਾਲ ਚਲਾਉਣਾ। ਅਸੀਂ ਇਹ ਚਾਹੁੰਦੇ ਸੀ ਕਿ ਨੌਜਵਾਨ ਮਹਿਸੂਸ ਕਰ ਸਕੇ ਜਿਹੜੀ ਗੱਲ ਸਿੰਘ ਸਾਹਿਬ ਜੀ ਨੇ ਕਹੀ ਕਿ ਕਿਸੇ ਨਾਲ ਝਗੜਾ ਕਰਨ ਤੋਂ ਪਹਿਲਾਂ ਜੋ ਗੁਰੂ ਨਾਨਕ ਨੇ ਰਾਹ ਦਿੱਤਾ ਸੀ ਸਾਡਾ ਸੰਵਾਦ ਦਾ, ਗੋਸ਼ਟੀ ਦਾ, ਜਿੱਥੇ ਸੰਵਾਦ ਹੋਏਗਾ ਵਿਵਾਦ ਨਹੀਂ ਹੋਏਗਾ। ਕਿਉਂ ਨਹੀਂ ਅਸੀਂ ਦੂਜਿਆਂ ਨਾਲ ਵੀ ਜਿੱਥੇ ਸਾਨੂੰ ਲੱਗਦਾ ਕਿਤੇ ਵਿਰੋਧਾਭਾਸ ਹੈ ਅਸੀਂ ਉਹਨਾਂ ਕਮਿਊਨਿਟੀਆਂ ਦੇ ਨਾਲ ਮਿਲ ਬੈਠ ਕੇ ਮਸਲੇ ਹੱਲ ਕੀਤੇ। ਮਾਨਯੋਗ ਜਥੇਦਾਰ ਸਾਹਿਬ ਦੇ ਵੇਲੇ ਜਦੋਂ ਅਕਾਲ ਤਖਤ ਸਾਹਿਬ ਦੀ ਸੇਵਾ ਸੀ ਸਭ ਤੋਂ ਵੱਡਾ ਮਸਲਾ ਆਇਆ, ਇੱਕ ਵੱਡਾ ਟਕਰਾਅ ਕ੍ਰਿਸਚੀਅਨਸ ਦੇ ਨਾਲ ਪੈਦਾ ਹੋਇਆ। ਅਸੀਂ 2 ਵਾਰੀ ਉਹ ਮੀਟਿੰਗਸ ਅਟੈਂਡ ਕਰਕੇ ਟੇਬਲ ਦੇ ਉੱਤੇ ਉਹਨਾਂ ਦੇ ਨਾਲ ਮਸਲਾ ਸੋਲਵ ਕੀਤਾ। ਸੋ ਇਸ ਕਰਕੇ ਅੰਤਰ ਧਰਮ ਸੰਵਾਦ ਦਾ ਜਿਹੜਾ ਤੁਹਾਡੇ ਲਈ ਰੂਬਰੂ ਕੀਤਾ ਗਿਆ ਫੀਲਡ ਹੈ। ਤੇ ਨਾਲ ਦੀ ਨਾਲ ਮੇਰੀ ਭੈਣ ਸਤਿਕਾਰਯੋਗ ਗੁਨੀਤ ਕੌਰ ਜਿਹੜੇ ਪੂਨੇ ਤੋਂ ਆਏ ਨੇ, ਜਦੋਂ ਪਤਾ ਲੱਗਾ ਮੇਰੇ ਲਈ ਖੁਦ ਲਈ ਉਹਨਾਂ ਦਾ ਜਿਹੜਾ ਕਿੱਤਾ ਹੈ ਸ਼ੋਭਾ ਹੈ, ਉਹ ਮੈਨੂੰ ਗੂਗਲ ਤੇ ਸਰਚ ਕਰਨਾ ਪਿਆ। ਫਾਈਨੈਂਸ਼ੀਅਲ ਟੈਕਨੋਲੋਜੀ ਮੇਰੇ ਲਈ ਸ਼ਬਦ ਹੀ ਨਵਾਂ ਸੀਗਾ ਤੇ ਉਹ ਸਾਡੀ ਭੈਣ ਫਾਈਨੈਂਸ਼ੀਅਲ ਟੈਕਨੋਲੋਜੀ 'ਚ ਐਕਸਪਰਟ ਬਣ ਕੇ ਲੰਡਨ 'ਚ ਰਿਪਰੈਜ਼ੈਂਟ ਕਰਕੇ ਆਈ ਹੈ। ਇਹ ਬਹੁਤ ਵੱਡੀ ਗੱਲ ਹੈ। ਔਰ ਦਸਤਾਰਧਾਰੀ ਕੁੜੀ ਸਾਡੀ ਧੀ ਪੰਜਾਬ ਦੀ ਪੰਥ ਦੀ, ਤੁਸੀਂ ਸੋਚ ਕੇ ਦੇਖੋ ਜਿਹੜੇ ਸ਼ੋਭੇ ਬਾਰੇ ਮੈਨੂੰ ਚੰਗੇ ਭਲੇ ਪੜ੍ਹੇ ਲਿਖੇ ਨੂੰ ਗੂਗਲ ਤੇ ਸਰਚ ਕਰਨਾ ਪੈਂਦਾ ਕਿ ਫਾਈਨੈਂਸ਼ੀਅਲ ਟੈਕਨੋਲੋਜੀ ਕੀ ਹੁੰਦੀ ਹੈ, ਅਸੀਂ ਤਾਂ ਇਨਫੋਰਮੇਸ਼ਨ ਟੈਕਨੋਲੋਜੀ ਬਾਰੇ ਹੀ ਅਜੇ ਸੁਣਿਆ ਸੀ। ਸਾਡੀ ਭੈਣ ਨੇ ਉਹਦੇ ਵਿੱਚ ਮੁਹਾਰਤ ਹਾਸਲ ਕਰਕੇ ਲੰਡਨ 'ਚ ਜਾ ਕੇ ਰਿਪਰੈਜ਼ੈਂਟ ਕੀਤਾ ਦਸਤਾਰ ਦੇ ਨਾਲ। ਇਸ ਲਈ ਇਹ ਪ੍ਰੇਰਨਾ ਸਾਡੀਆਂ ਧੀਆਂ ਲਈ ਸੀਗੀ। ਮੇਰੀ ਹੱਥ ਜੋੜ ਕੇ ਬੇਨਤੀ ਹੈ, ਸਾਡੇ ਤੋਂ ਬਹੁਤ ਸਾਰੀਆਂ ਕਮੀਆਂ ਰਹਿ ਗਈਆਂ ਹੋਣਗੀਆਂ। ਸਾਡੇ ਅਵਾਰਡੀਆਂ ਜਿਨ੍ਹਾਂ ਨੂੰ ਇਹ ਸਨਮਾਨ ਮਿਲਣਾ ਉਹਨਾਂ ਦੀਆਂ ਵੀ ਕਮੀਆਂ ਹੋਣਗੀਆਂ, ਪਰ ਅਸੀਂ ਤੁਹਾਡੇ ਸਾਰਿਆਂ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਕਰਦੇ ਹਾਂ, ਇਹ ਤਖਤ ਸਾਹਿਬ ਦਾ ਥਾਪੜਾ ਹੈ, ਇਹ ਪੰਥ ਦਾ ਥਾਪੜਾ ਹੈ, ਇਹ ਪੰਥ ਦੀ ਸ਼੍ਰੋਮਣੀ ਸੰਸਥਾ ਦਾ ਥਾਪੜਾ ਹੈ। ਤੁਸੀਂ ਜਦੋਂ ਵੀ, ਮੈਂ ਸਾਰੇ ਜਿਹੜੇ 13 ਦੇ 13 ਅਵਾਰਡ ਲੈਣ ਵਾਲੇ ਨੇ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਾਂਗਾ ਕਿ ਪ੍ਰੋਟੋਕੋਲ ਅਸੀਂ ਸੈਟਅਪ ਕਰ ਲਾਂਗੇ ਜੀ ਇੱਥੇ, ਕਿ ਇਧਰਲੇ ਪਾਸੇ ਇਹ 5 ਨਿਸ਼ਾਨ ਹੋਣਗੇ, ਇੱਥੇ ਸਿੰਘ ਸਾਹਿਬ ਤੇ 5 ਮੈਂ ਕਰੋ 1 ਸੈਕਿੰਡ, ਇੱਥੇ 5 ਸਿੰਘ ਸਾਹਿਬਾਨ, ਸਾਰੀ ਸੰਗਤ ਖੜੀ ਨਹੀਂ ਹੋਏਗੀ, ਜਿਹੜੀ ਸਟੇਜ ਦੇ ਪਿੱਛੇ ਵੀ ਬੈਠੀ ਉਹ ਸਾਰੇ ਖੜੇ ਨਹੀਂ ਹੋਣਗੇ, ਕਿਉਂਕਿ ਇੱਕ ਬੇਨਤੀ ਕਰਾਂ ਇਹ ਸਨਮਾਨ 5 ਸਿੰਘਾਂ ਵੱਲੋਂ ਦਿੱਤਾ ਜਾਏਗਾ। ਸਿੰਘ ਸਾਹਿਬ ਜੀ ਦੇ ਨਾਲ 4 ਸਿੰਘ ਸਾਹਿਬਾਨ ਹੋਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਵੀਰ ਗੁਰਪ੍ਰੀਤ ਸਿੰਘ ਜੀ ਝੱਬਰ ਤੇ 1-1 2-2 ਜਥੇਬੰਦੀਆਂ ਦੇ ਨੁਮਾਇੰਦੇ ਉਹਨਾਂ ਦੇ ਨਾਲ ਹੋਣਗੇ। ਜਿਹੜੇ ਵੀ ਸਨਮਾਨ ਦਿੱਤੇ ਜਾਣ ਵਾਲੇ ਵੀਰ ਨੂੰ ਬੇਨਤੀ ਹੈ ਉਹ ਸਤਿਗੁਰ ਜੀ ਨੂੰ ਨਮਸਕਾਰ ਕਰਕੇ ਸਤਿਗੁਰ ਜੀ ਦੇ ਸਨਮੁਖ ਹੀ ਖੜੇ ਹੋਣਗੇ ਜਦੋਂ ਉਹਨਾਂ ਦੀ ਸਾਈਟੇਸ਼ਨ ਪੜ੍ਹੀ ਜਾਏਗੀ, ਕਿਉਂਕਿ ਤੁਹਾਡਾ ਮੁੱਖ ਗੁਰੂ ਵੱਲ ਹੈ, ਇਸ ਕਰਕੇ ਤੁਹਾਨੂੰ ਸਨਮਾਨ ਦਿੱਤਾ ਜਾ ਰਿਹਾ। ਤੁਸੀਂ ਬੜੇ ਅਮੀਰ ਹੋ ਸਕਦੇ ਹੋ, ਤੁਹਾਡਾ ਮਾਣ ਦੁਨੀਆ 'ਚ ਬੜਾ ਹੋ ਸਕਦਾ, ਪਰ ਇਸ ਸਰਦਲ ਤੇ ਤੁਹਾਡਾ ਮਾਣ ਇਹਨਾਂ ਨੌਜਵਾਨਾਂ ਦੇ ਸਾਹਮਣੇ ਤੁਹਾਡੇ ਸਿੱਖ ਹੋਣ ਕਰਕੇ। ਸੋ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਪ੍ਰੋਟੋਕੋਲ ਨੂੰ ਜਿਹੜਾ ਉਹ ਜ਼ਰੂਰ ਨਿਭਾਇਆ ਜਾਵੇ। ਅਸੀਂ ਕੋਸ਼ਿਸ਼ ਕਰਾਂਗੇ ਕਿ ਗੁਰੂ ਦੀ ਭੈ ਭਾਵਨੀ ਦੇ ਵਿੱਚ ਰਹਿ ਕੇ ਪੰਥ ਵੱਲ ਮੁੱਖ ਕਰਕੇ, ਗੁਰੂ ਗ੍ਰੰਥ ਸਾਹਿਬ ਵੱਲ ਮੁੱਖ ਕਰਕੇ ਇਸ ਜਿਹੜੀ ਅੰਤਰਰਾਸ਼ਟਰੀ ਸਿੱਖ ਯੂਥ ਕਾਨਫਰੰਸ ਹੈ ਇਹਦੇ ਮੌਕੇ ਤੇ ਨੌਜਵਾਨਾਂ ਨੂੰ ਜਿਸ ਭਾਵਨਾ ਦੇ ਨਾਲ ਅਸੀਂ ਆਏ ਸੀ, ਇੱਧਰ ਕਰ ਦਿਓ ਜੀ, ਅੱਛਾ ਠੀਕ ਹੈ ਤੇ ਬੇਨਤੀ ਕਰਾਂਗਾ ਕਿਉਂਕਿ ਲੜੀਵਾਰ ਹੈ, ਉਹ ਸਾਈਟੇਸ਼ਨਸ ਪੜ੍ਹੀਆਂ ਜਾਣੀਆਂ। ਪਿਆਰੇ ਵੀਰ ਪ੍ਰਦੀਪ ਸਿੰਘ ਜੀ ਹੋਰਾਂ ਨੂੰ ਬੇਨਤੀ ਕਰਾਂਗਾ ਕਿ ਉਹ ਮਾਈਕ ਲੈ ਲੈਣਗੇ ਤੇ ਅਸੀਂ ਅਗਲਾ ਪ੍ਰੋਸੈਸ ਜਿਹੜਾ ਉਹ ਸਨਮਾਨਾਂ ਦਾ ਕਰਾਂਗੇ। ਸੋ ਅਸੀਸ ਬਖਸ਼ਿਓ, ਗੱਜ ਕੇ ਫਤਿਹ ਬੁਲਾਓ, ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾ ਸਨਮਾਨ ਜੋ ਸਤਿਕਾਰਯੋਗ ਬਾਬਾ ਸੁੱਖਾ ਸਿੰਘ ਜੀ ਦਾ ਹੋਏਗਾ ਜੀ। ਸਿੰਘ ਸਾਹਿਬ ਜੀ, ਆਪ ਜੀ ਨੂੰ ਬੇਨਤੀ ਹੈ ਕਿ ਆਪ ਜੀ ਗੁਰੂ ਸਾਹਿਬ ਦੇ ਸਾਹਮਣੇ ਨਤਮਸਤਕ ਹੋ ਕੇ ਉੱਥੇ ਗੁਰੂ ਸਾਹਿਬ ਦੀ ਹਾਜ਼ਰੀ ਦੇ ਵਿੱਚ ਖੜੇ ਹੋ। ਆਪ ਜੀ ਮਹਾਨ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅੰਤਰਰਾਸ਼ਟਰੀ ਸਿੱਖ ਯੂਥ ਕਾਨਫਰੰਸ ਮੌਕੇ ਅੱਜ ਮਿਤੀ 25 ਜਨਵਰੀ 2024 ਨੂੰ ਸ਼੍ਰੀਮਾਨ ਸੰਤ ਬਾਬਾ ਸੁੱਖਾ ਸਿੰਘ ਜੀ ਕਾਰ ਸੇਵਾ ਸਰਹਾਲੀ ਸਾਹਿਬ ਵਾਲਿਆਂ ਨੂੰ ਮਨੁੱਖਤਾ ਦੀ ਸੇਵਾ ਖੇਤਰ ਵਿੱਚ ਕੀਤੀਆਂ ਵਡਮੁੱਲੀਆਂ ਪ੍ਰਾਪਤੀਆਂ ਲਈ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਮਾਣਮੱਤੇ ਸਿੱਖ ਦਾ ਸਨਮਾਨ ਦਿੱਤਾ ਜਾਂਦਾ ਹੈ। ਆਪ ਜੀ ਨੇ ਪੰਜਾਬ ਵਿੱਚ ਆਈ ਹੜ੍ਹ ਰੂਪੀ ਕੁਦਰਤੀ ਆਫਤ ਮੌਕੇ ਪੰਜਾਬ ਦੇ ਕੋਨਿਆਂ-ਕੋਨਿਆਂ ਵਿੱਚ ਲੰਗਰ ਦੀ ਸੇਵਾ ਨਿਭਾਈ। ਉੱਥੇ ਠਾਠਾ ਮਾਰਦੇ ਸਤਲੁਜ ਦਰਿਆ ਨੂੰ ਵੀ ਵੱਖ-ਵੱਖ ਥਾਵਾਂ ਤੇ ਬੰਨ੍ਹ ਮਾਰ ਕੇ ਜਾਨ, ਮਾਲ, ਪਸ਼ੂਆਂ ਤੇ ਫਸਲਾਂ ਦੀ ਰਾਖੀ ਅਤੇ ਸੇਵਾ ਕੀਤੀ। ਆਪ ਜੀ ਨੇ ਲਗਾਤਾਰ ਹੱਥੀਂ ਸੇਵਾ ਕਰਕੇ ਕੌਮ ਦੀ ਨੌਜਵਾਨੀ ਨੂੰ
ਸੇਵਾ ਦੀ ਮਿਸਾਲ ਕਾਇਮ ਕੀਤੀ ਹੈ ਤੇ ਆਪ ਨੂੰ ਸਨਮਾਨ ਦਿੰਦੇ ਹੋਏ ਅਸੀਂ ਵਡਭਾਗਾ ਮਹਿਸੂਸ ਕਰਦੇ ਹਾਂ। ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਆਪ ਜੀ ਦੀ ਚੜ੍ਹਦੀ ਕਲਾ ਵਿੱਚ ਰੱਖੇ। ਉਸ ਤੋਂ ਅੱਗੇ ਜੀ ਸਨਮਾਨਿਤ ਸਰਦਾਰ ਸਤਨਾਮ ਸਿੰਘ ਜੀ ਸੱਲੋਪੁਰੀ ਸਾਹਿਬ। ਜਿਹੜੇ ਮੇਰੇ ਵੀਰ ਮੀਡੀਆ ਵਾਲੇ ਆ ਉਹ ਲਾ ਕੇ ਬੈਠ ਜਾਣ, ਕਿਉਂਕਿ ਪਿੱਛੇ ਸੰਗਤ ਜਿਹੜੀ ਉਹ ਵੀ ਦਰਸ਼ਨ ਕਰ ਲਵੇ। ਆਪ ਜੀ ਥੱਲੇ ਬੈਠ ਜਾਓ। ਮਹਾਨ ਸ਼ਹੀਦ ਧੰਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਜਨਮ ਦਿਹਾੜੇ ਨੂੰ ਸਮਰਪਿਤ ਅੰਤਰਰਾਸ਼ਟਰੀ ਸਿੱਖ ਯੂਥ ਕਾਨਫਰੰਸ ਮੌਕੇ ਮਿਤੀ 25 ਜਨਵਰੀ 2024 ਨੂੰ ਸਰਦਾਰ ਸਤਨਾਮ ਸਿੰਘ ਸੱਲੋਪੁਰੀ ਸ਼੍ਰੀ ਸਹਿਜ ਪਾਠ ਸੇਵਾ ਨੂੰ ਗੁਰਬਾਣੀ ਦੇ ਪ੍ਰਚਾਰ ਖੇਤਰ ਵਿੱਚ ਕੀਤੀਆਂ ਵਡਮੁੱਲੀਆਂ ਸੇਵਾਵਾਂ ਦੇ ਲਈ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਮਾਨਮਤੇ ਸਿੱਖ ਦਾ ਸਨਮਾਨ ਦਿੱਤਾ ਗਿਆ ਹੈ। ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ। ਆਪ ਜੀ ਨੇ ਪੂਰੀ ਟੀਮ ਸਮੇਤ ਗੁਰੂ ਰਹਿਮਤ ਅੰਦਰ ਰਹਿੰਦਿਆਂ ਮਾਨਵਤਾ ਦੇ ਭਲੇ ਵਾਸਤੇ ਤਕਰੀਬਨ 5 ਲੱਖ ਬੱਚਿਆਂ ਨੂੰ ਸ਼੍ਰੀ ਸਹਿਜ ਪਾਠ ਦੇ ਦਰਸ਼ਨ ਕਰਵਾਏ ਅਤੇ 35 ਤੋਂ 40 ਹਜ਼ਾਰ ਬੱਚਿਆਂ ਨੂੰ ਗੁਰੂ ਬਖਸ਼ਿਸ਼ ਅੰਮ੍ਰਿਤਪਾਨ ਕਰਵਾਇਆ। ਆਪ ਜੀ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲਾਏ ਹੁਕਮ ਜੀਵਤ ਕੇ ਹਜ਼ਾਰ ਤੇ ਪਹਿਰਾ ਦਿੰਦੇ ਹੋਇਆ ਵੱਡੀ ਗਿਣਤੀ ਵਿੱਚ ਲੋਕਾਈ ਨੂੰ ਗੁਰੂ ਚਰਨਾਂ ਦੇ ਨਾਲ ਜੋੜਿਆ। ਅਸੀਂ ਆਪ ਜੀ ਦੇ ਮਨਮੱਤੇ ਸਿੱਖ ਦਾ ਸਨਮਾਨ ਦਿੰਦੇ ਹੋਇਆ ਮਾਣ ਮਹਿਸੂਸ ਕਰਦੇ ਹਾਂ ਅਤੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਾਂ ਕਿ ਆਪ ਜੀ ਨੂੰ ਚੜ੍ਹਦੀ ਕਲਾ ਦੀ ਅਰਦਾਸ ਵਿੱਚ। ਅਗਲਾ ਅਵਾਰਡ ਜੀ ਪਰਮਿੰਦਰ ਸਿੰਘ ਜੀ ਖਾਲਸਾ ਫੁਲਵਾੜੀ। ਮਹਾਨ ਸ਼ਹੀਦ ਧੰਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਜਨਮ ਦਿਹਾੜੇ ਨੂੰ ਸਮਰਪਿਤ ਅੰਤਰਰਾਸ਼ਟਰੀ ਸਿੱਖ ਯੂਥ ਕਾਨਫਰੰਸ ਮੌਕੇ ਮਿਤੀ 25 ਜਨਵਰੀ 2024 ਨੂੰ ਸਰਦਾਰ ਪਰਮਿੰਦਰ ਸਿੰਘ ਜੀ ਖਾਲਸਾ ਫੁਲਵਾੜੀ ਆਸਟ੍ਰੇਲੀਆ ਨੂੰ ਗੁਰਮਤਿ ਪ੍ਰਚਾਰ ਪ੍ਰਸਾਰ ਦੇ ਖੇਤਰ ਵਿੱਚ ਕੀਤੀਆਂ ਵਡਮੁੱਲੀਆਂ ਸੇਵਾਵਾਂ ਦੇ ਲਈ ਮਾਨਮਤੇ ਸਿੱਖ ਦਾ ਸਨਮਾਨ ਦਿੱਤਾ ਜਾਂਦਾ ਹੈ। ਵੱਲੋਂ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ। ਆਪ ਜੀ ਨੇ ਆਸਟ੍ਰੇਲੀਆ ਵਿੱਚ IT ਕਲਾਊਡਸ ਪ੍ਰੋਫੈਸ਼ਨਲ ਹਨ ਅਤੇ ਖਾਲਸਾ ਫੁਲਵਾੜੀ ਰਹੀ ਗੁਰਮਤਿ ਦੇ ਪ੍ਰਚਾਰ ਨੂੰ ਸਮਰਪਿਤ ਹਨ। ਆਪ ਜੀ ਗੁਰਬਾਣੀ ਕੀਰਤਨ ਅਤੇ ਬੱਚਿਆਂ ਦੇ ਲਈ ਛੋਟੀਆਂ ਗੁਰਮਤਿ ਵੀਡੀਓ ਤਿਆਰ ਕਰਕੇ ਸਿੱਖੀ ਪ੍ਰਚਾਰ ਦੀ ਸੇਵਾ ਨਿਭਾ ਰਹੇ ਹਨ। YouTube ਅਤੇ ਖਾਲਸਾ ਫੁਲਵਾੜੀ ਚੈਨਲ ਰਾਹੀਂ ਲੱਖਾਂ ਸੰਗਤਾਂ ਇਸ ਦਾ ਲਾਹਾ ਲੈ ਰਹੀਆਂ ਹਨ। ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੇ ਵਿੱਚ ਆਪ ਜੀ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ ਜੀ। ਪ੍ਰੋਫੈਸਰ ਜਸਵਿੰਦਰ ਸਿੰਘ ਜੀ ਨਦਰ ਫਾਊਂਡੇਸ਼ਨ। ਮਹਾਨ ਸ਼ਹੀਦ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅੰਤਰਰਾਸ਼ਟਰੀ ਸਿੱਖ ਯੂਥ ਕਾਨਫਰੰਸ ਮੌਕੇ 25 ਜਨਵਰੀ 2024 ਨੂੰ ਸਰਦਾਰ ਜਸਵਿੰਦਰ ਸਿੰਘ ਜੀ ਨਦਰ ਫਾਊਂਡੇਸ਼ਨ ਨੂੰ ਮਨੁੱਖਤਾ ਦੀ ਸੇਵਾ ਖੇਤਰ ਅੰਦਰ ਕੀਤੀਆਂ ਵਡਮੁੱਲੀਆਂ ਪ੍ਰਾਪਤੀਆਂ ਲਈ ਸ੍ਰੀ ਦਮਦਮਾ ਸਾਹਿਬ ਤੋਂ ਮਾਨਮਤੇ ਸਿੱਖ ਦਾ ਸਨਮਾਨ ਦਿੱਤਾ ਜਾਂਦਾ ਹੈ। ਵੱਲੋਂ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ। ਆਪ ਜੀ ਨੇ ਗੁਰਮਤਿ ਦੇ ਧਾਰਨੀ ਹੋ ਕੇ ਮਾਨਵਤਾ ਦੇ ਖੇਤਰ ਵਿੱਚ ਸੇਵਾ ਕਰਦਿਆਂ 150 ਦੇ ਕਰੀਬ ਘਰ ਅਤੇ 2000 ਤੋਂ ਵੱਧ ਬੱਚਿਆਂ ਦੀ ਪੜ੍ਹਾਈ ਦੀ ਸੇਵਾ ਲੈ ਚੁੱਕੇ ਹਨ। ਆਪਣੀ ਕਿਰਤ ਨੂੰ ਸੁਕਿਰਤ ਕਰਦਿਆਂ ਹੋਇਆਂ ਅਤੇ ਹੋਰ ਸਿੱਖਾਂ ਦੇ ਦਸਵੰਧ ਨੂੰ ਸਾਰਥਕ ਕਰਦਿਆਂ ਉਹਨਾਂ ਨੇ ਮਾਨਵਤਾ ਦੀ ਸੇਵਾ ਵਿੱਚ ਇਹ ਨਿਮਾਣਾ ਖਟਿਆ। ਅਸੀਂ ਆਪ ਜੀ ਦੀ ਚੜ੍ਹਦੀ ਕਲਾ ਦੀ ਅਰਦਾਸ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਕਰਦੇ ਹਾਂ ਜੀ। ਜਰਮਨਪ੍ਰੀਤ ਸਿੰਘ। ਜਰਮਨਪ੍ਰੀਤ ਸਿੰਘ ਵੀਰ ਜੀ ਦੇ ਮਾਤਾ ਪਿਤਾ ਜੀ ਨੂੰ ਬੇਨਤੀ ਹੈ ਕਿ ਉਹ ਅਵਾਰਡ ਲੈਣ। ਮਹਾਨ ਸ਼ਹੀਦ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਪਾਵਨ ਜਨਮ ਦਿਹਾੜੇ ਨੂੰ ਸਮਰਪਿਤ ਅੰਤਰਰਾਸ਼ਟਰੀ ਸਿੱਖ ਯੂਥ ਕਾਨਫਰੰਸ ਮੌਕੇ 25 ਜਨਵਰੀ 2024 ਨੂੰ ਜਰਮਨਪ੍ਰੀਤ ਸਿੰਘ ਜੀ ਭਾਰਤੀ ਹਾਕੀ ਟੀਮ ਨੂੰ ਗੁਰਮਤਿ ਦੇ ਧਾਰਨੀ ਹੋ ਕੇ ਖੇਡਾਂ ਦੇ ਖੇਤਰ ਵਿੱਚ ਕੀਤੀਆਂ ਵਡਮੁੱਲੀਆਂ ਪ੍ਰਾਪਤੀਆਂ ਲਈ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਮਾਨਮਤੇ ਸਿੱਖ ਦਾ ਸਨਮਾਨ ਦਿੱਤਾ ਜਾਂਦਾ ਹੈ। ਨੌਜਵਾਨਾਂ ਵਿੱਚ ਆਮ ਤੌਰ ਤੇ ਵੇਖਿਆ ਗਿਆ ਹੈ ਕਿ ਖੇਡਾਂ ਦੇ ਖੇਤਰ ਵਿੱਚ ਕਾਮਯਾਬ ਹੋਣ ਲਈ ਕੇਸਾਂ ਨੂੰ ਤਲਾਂਜਲੀ ਦੇ ਦਿੰਦੇ ਹਨ, ਪਰ ਆਪ ਜੀ ਨੇ ਸਾਬਤ ਸੂਰਤ ਰਹਿੰਦਿਆਂ ਆਪਣੀ ਮਿਹਨਤ ਅਤੇ ਲਗਨ ਨਾਲ ਹਾਕੀ ਦੇ ਖੇਤਰ ਵਿੱਚ ਅੰਤਰਰਾਸ਼ਟਰੀ ਮੁਕਾਮ ਹਾਸਲ ਕੀਤਾ ਹੈ। ਗੁਰੂ ਬਖਸ਼ੀ ਦਸਤਾਰ ਦਾ ਮਾਣ ਵਧਾਇਆ ਹੈ। ਅਸੀਂ ਕਲਗੀਧਰ ਦਸ਼ਮੇਸ਼ ਪਿਤਾ ਦੇ ਚਰਨਾਂ ਵਿੱਚ ਵੀਰ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ। ਇੱਕ ਗੱਲ ਹੋਰ ਵੀ ਚੰਗੀ ਹੈ ਕਿ ਵੀਰ ਜੀ ਜਰਮਨਜੀਤ ਸਿੰਘ ਦਾ ਇਹ ਸਨਮਾਨ ਉਹਨਾਂ ਦੇ ਮਾਤਾ ਪਿਤਾ ਜੀ ਪ੍ਰਾਪਤ ਕਰ ਰਹੇ ਹਨ। ਹਰ ਨੌਜਵਾਨ ਦੀ ਇੱਕ ਰੀਝ ਹੁੰਦੀ ਹੈ ਕਿ ਉਹਨਾਂ ਦੇ ਨਾਮ ਦੇ ਨਾਲ ਹੀ ਉਹਨਾਂ ਦੇ ਮਾਤਾ ਪਿਤਾ ਨੂੰ ਜਾਣਿਆ ਜਾਵੇ। ਅੱਜ ਬੜੇ ਮਾਣ ਵਾਲੀ ਗੱਲ ਹੈ ਕਿ ਉਹ ਮਾਪੇ ਜਿਨ੍ਹਾਂ ਦੀ ਸੁਚੱਜੀ ਤੇ ਸਾਰਥਕ ਪਰਵਰਿਸ਼ ਅੰਦਰ ਜਰਮਨਪ੍ਰੀਤ ਸਿੰਘ ਜੀ ਨੂੰ ਇਹ ਗੁੜਤੀ ਮਿਲੀ, ਉਹ ਇਹ ਸਨਮਾਨ ਪ੍ਰਾਪਤ ਕਰ ਰਹੇ ਹਨ। ਅਸੀਂ ਐਸੇ ਮਾਪਿਆਂ ਦੀ ਚੜ੍ਹਦੀ ਕਲਾ ਲਈ ਵੀ ਦਸ਼ਮੇਸ਼ ਪਿਤਾ ਦੇ ਚਰਨਾਂ ਦੇ ਵਿੱਚ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ। ਹਰਨੋਵੀਰ ਸਿੰਘ ਜੀ। ਮਹਾਨ ਸ਼ਹੀਦ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਪਾਵਨ ਜਨਮ ਦਿਹਾੜੇ ਨੂੰ ਸਮਰਪਿਤ ਅੰਤਰਰਾਸ਼ਟਰੀ ਸਿੱਖ ਯੂਥ ਕਾਨਫਰੰਸ ਮੌਕੇ ਮਿਤੀ 25 ਜਨਵਰੀ 2024 ਨੂੰ ਸਰਦਾਰ ਹਰਨੋਵੀਰ ਸਿੰਘ ਜੀ ਨੂੰ ਗੁਰਮਤਿ ਦੇ ਧਾਰਨੀ ਹੋ ਕੇ ਕਲਾ ਦੇ ਖੇਤਰ ਵਿੱਚ ਕੀਤੀਆਂ ਵਡਮੁੱਲੀਆਂ ਪ੍ਰਾਪਤੀਆਂ ਲਈ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਮਾਨਮਤੇ ਸਿੱਖ ਦਾ ਸਨਮਾਨ ਦਿੱਤਾ ਗਿਆ ਹੈ। ਵੱਲੋਂ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ।
ਆਪ ਜੀ ਨੇ ਗੁਰੂ ਬਖਸ਼ਿਸ਼ ਧਮਾਲਾ ਸਜਾਉਂਦਿਆਂ ਹੋਇਆਂ ਫੋਟੋਗ੍ਰਾਫਰੀ ਦੇ ਖੇਤਰ ਵਿੱਚ ਇੱਕ ਵੱਡਾ ਨਿਮਾਣਾ ਖੱਟਿਆ। ਨਿਰਦੇਸ਼ਨ ਦੇ ਨਾਲ ਨਾਲ ਆਪ ਨੇ ਕਲਮ ਰਾਹੀਂ ਸਿੱਖ ਇਤਿਹਾਸ ਅਤੇ ਨੌਜਵਾਨੀ ਨੂੰ ਮਾਰਗਦਰਸ਼ਨ ਕਰਦੀਆਂ ਲਿਖਤਾਂ ਦੀ ਸੇਵਾ ਕੀਤੀ। ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਆਪ ਜੀ ਦੀ ਚੜ੍ਹਦੀ ਕਲਾ ਦੀ ਅਰਦਾਸ ਹੈ ਜੀ। ਅਭੈ ਨੂਰ ਸਿੰਘ ਮਹਾਨ ਸ਼ਹੀਦ ਧੰਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਜਨਮ ਦਿਹਾੜੇ ਨੂੰ ਸਮਰਪਿਤ ਅੰਤਰਰਾਸ਼ਟਰੀ ਸਿੱਖ ਯੂਥ ਕਾਨਫਰੰਸ ਮੌਕੇ ਮਿਤੀ 25 ਜਨਵਰੀ 2024 ਨੂੰ ਅਭੈ ਨੂਰ ਸਿੰਘ ਜੀ ਨੂੰ ਵਪਾਰਕ ਖੇਤਰ ਵਿੱਚ ਕੀਤੀਆਂ ਵੱਡਮੁੱਲੀਆਂ ਪ੍ਰਾਪਤੀਆਂ ਲਈ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਮਾਣਮੱਤੇ ਸਿੱਖ ਦਾ ਸਨਮਾਨ ਦਿੱਤਾ ਜਾਂਦਾ ਹੈ। ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਦਮਦਮਾ ਸਾਹਿਬ ਆਪ ਜੀ ਨੇ ਗੁਰੂ ਬਖਸ਼ਿਸ਼ ਧਮਾਲਾ ਸਜਾਉਂਦੇ ਹੋਏ ਤੇ ਗੁਰਮਤਿ ਦੇ ਧਾਰਨੀ ਹੋ ਕੇ ਮੈਡੀਕਲ ਖੇਤਰ ਅੰਦਰ ਇੱਕ ਵੱਡਮੁੱਲੀ ਸੇਵਾਵਾਂ ਰਾਹੀਂ ਮਾਣ ਹਾਸਲ ਕੀਤਾ ਹੈ। ਆਪ ਜੀ ਟਨਿਓਰ ਕੰਪਨੀ ਦੇ ਰਾਹੀਂ ਇਹ ਸੇਵਾ ਲੈ ਰਹੇ ਹਨ। ਅਸੀਂ ਗੁਰੂ ਸਾਹਿਬ ਜੀ ਦੇ ਅੱਗੇ ਆਪ ਜੀ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ ਜੀ। ਭੈਣ ਜੀ ਗੁਰਨੀਤ ਕੌਰ ਮਹਾਨ ਸ਼ਹੀਦ ਧੰਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਜਨਮ ਦਿਹਾੜੇ ਨੂੰ ਸਮਰਪਿਤ ਅੰਤਰਰਾਸ਼ਟਰੀ ਸਿੱਖ ਯੂਥ ਕਾਨਫਰੰਸ ਜੋ ਕਿ ਮਿਤੀ 25 ਫਰਵਰੀ 2024 ਨੂੰ ਬੀਬੀ ਗੁਰਨੀਤ ਕੌਰ ਜੀ ਨੂੰ ਗੁਰਮਤਿ ਦੇ ਧਾਰਨੀ ਹੋ ਕੇ ਆਰਥਿਕ ਤਕਨੀਕ ਖੇਤਰ ਫਿਨਟੈਕ ਵਿੱਚ ਕੀਤੀਆਂ ਵੱਡਮੁੱਲੀਆਂ ਪ੍ਰਾਪਤੀਆਂ ਲਈ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਮਾਣਮੱਤੇ ਸਿੱਖ ਦਾ ਸਨਮਾਨ ਦਿੱਤਾ ਜਾਂਦਾ ਹੈ ਜੀ। ਆਪ ਜੀ ਨੇ ਗੁਰੂ ਬਖਸ਼ੀ ਦਸਤਾਰ ਸੰਘ ਇੱਕ ਫਿਨਟੈਕ ਐਕਸਪਰਟ ਵਜੋਂ ਭਾਵ ਆਰਥਿਕ ਤਕਨੀਕ ਵਜੋਂ ਇੰਗਲੈਂਡ ਦੀ ਇੱਕ ਬਾਰਕਲੇਸ ਬੈਂਕ ਦੇ ਵਿੱਚ ਰਿਪਰੈਜ਼ੈਂਟ ਕੀਤਾ ਹੈ ਜੀ। ਆਪ ਜੀ ਟੀਮ 13 ਨਾਮ ਅਤੇ 9B ਫਾਊਂਡੇਸ਼ਨ ਨਾਲ ਜੁੜ ਕੇ ਸਿੱਖੀ ਪ੍ਰਚਾਰ ਦੀਆਂ ਸੇਵਾਵਾਂ ਵੀ ਕਰ ਰਹੇ ਹਨ। ਵਨ ਸ਼ਬਦ ਵਨ ਦੇ ਸੇਵਾ ਵੀ ਉਹ ਖੁਦ ਕਰ ਰਹੇ ਹਨ ਇੰਗਲੈਂਡ ਦੇ ਵਿੱਚ। ਅਸੀਂ ਦਸ਼ਮੇਸ਼ ਪਿਤਾ ਜੀ ਦੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਆਪ ਜੀ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ ਜੀ। ਸ਼ਰਨਦੀਪ ਸਿੰਘ ਸ਼ਰਨਾਰਥ ਮਹਾਨ ਸ਼ਹੀਦ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅੰਤਰਰਾਸ਼ਟਰੀ ਸਿੱਖ ਯੂਥ ਕਾਨਫਰੰਸ ਮਿਤੀ 25 ਫਰਵਰੀ 2024 ਮੌਕੇ ਵੀਰ ਸ਼ਰਨਦੀਪ ਸਿੰਘ ਸ਼ਰਨਾਰਥ ਨੂੰ ਗੁਰਮਤਿ ਦੇ ਧਾਰਨੀ ਹੋ ਕੇ ਕਲਾ ਦੇ ਖੇਤਰ ਵਿੱਚ ਕੀਤੀਆਂ ਪ੍ਰਾਪਤੀਆਂ ਲਈ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਮਾਣਮੱਤੇ ਸਿੱਖ ਦਾ ਸਨਮਾਨ ਦਿੱਤਾ ਜਾਂਦਾ ਹੈ ਜੀ। ਵੱਲੋਂ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਆਪ ਜੀ ਨੇ ਗੁਰਮਤਿ ਦੇ ਧਾਰਨੀ ਹੋ ਕੇ ਨਿਰਦੇਸ਼ਨ ਦੇ ਖੇਤਰ ਵਿੱਚ ਵੱਡਾ ਮੁਕਾਮ ਹਾਸਲ ਕੀਤਾ। ਵਪਾਰਕ ਕਾਰਜ ਦੇ ਨਾਲ ਨਾਲ ਆਪ ਜੀ ਨੇ ਸਿੱਖ ਇਤਿਹਾਸ ਦੀ ਪੇਸ਼ਕਾਰੀ ਵਿੱਚ ਵੀ ਯੋਗਦਾਨ ਪਾਇਆ। ਭਵਿੱਖ ਵਿੱਚ ਵੀ ਅਸੀਂ ਆਪ ਜੀ ਤੋਂ ਸਿੱਖ ਇਤਿਹਾਸ ਉੱਤੇ ਮਾਣਮੱਤੇ ਕਾਰਜਾਂ ਦੀ ਆਸ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਆਪ ਜੀ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ ਜੀ। ਗੁਰਜਿੰਦਰ ਸਿੰਘ ਜੀ ਨਾਗੀ ਆਰਟਸ ਮਹਾਨ ਸ਼ਹੀਦ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅੰਤਰਰਾਸ਼ਟਰੀ ਸਿੱਖ ਯੂਥ ਕਾਨਫਰੰਸ ਮੌਕੇ ਮਿਤੀ 25 ਜਨਵਰੀ 2024 ਨੂੰ ਸਰਦਾਰ ਗੁਰਜਿੰਦਰ ਸਿੰਘ ਜੀ ਨਾਗੀ ਆਰਟਸ ਨੂੰ ਗੁਰਮਤਿ ਦੇ ਧਾਰਨੀ ਹੋ ਕੇ ਕਲਾ ਦੇ ਖੇਤਰ ਵਿੱਚ ਕੀਤੀਆਂ ਵੱਡਮੁੱਲੀਆਂ ਪ੍ਰਾਪਤੀਆਂ ਲਈ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਮਾਣਮੱਤੇ ਸਿੱਖ ਦਾ ਸਨਮਾਨ ਦਿੱਤਾ ਜਾਂਦਾ ਹੈ। ਵੱਲੋਂ ਗਿਆਨੀ ਹਰਪ੍ਰੀਤ ਸਿੰਘ ਤਖ਼ਤ ਸ੍ਰੀ ਦਮਦਮਾ ਸਾਹਿਬ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਵੱਲੋਂ ਆਪ ਜੀ ਦੇ ਸਮੇਂ-ਸਮੇਂ ਦੇ ਪੰਜਾਬ ਦੇ ਪੰਥਾਂ ਦੀ ਆਵਾਜ਼ ਬੁਲੰਦ ਕਰਦਿਆਂ ਵੱਖ-ਵੱਖ ਆਧੁਨਿਕ ਕਲਾਕ੍ਰਿਤੀਆਂ ਰਾਹੀਂ ਸੋਸ਼ਲ ਮੀਡੀਆ ਤੇ ਦੁਨੀਆ ਦਾ ਭਰ ਵਿੱਚ ਸੁਨੇਹਾ ਦਿੱਤਾ। ਆਪ ਜੀ ਦੀਆਂ ਬਣਾਈਆਂ ਹੋਈਆਂ ਆਧੁਨਿਕ ਕਲਾਕ੍ਰਿਤੀਆਂ ਨੌਜਵਾਨਾਂ ਦੀਆਂ ਪ੍ਰੇਰਣਾ ਦਾ ਕਾਰਨ ਬਣਦੀਆਂ। ਸਿੱਖ ਨੌਜਵਾਨੀ ਵਿੱਚ ਕਲਾ ਦੇ ਖੇਤਰ ਵਿੱਚ ਪ੍ਰਫੁੱਲਤ ਕਰ ਲਈ ਆਪ ਜੀ ਦਾ ਵੱਡਾ ਯੋਗਦਾਨ ਹੈ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਆਪ ਜੀ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ ਜੀ। ਸੁਖਵਿੰਦਰ ਸਿੰਘ ਰਹਿਰਾਸ ਸੇਵਾ ਸੁਖਮਿੰਦਰ ਸਿੰਘ ਰਹਿਰਾਸ ਸੇਵਾ ਮਹਾਨ ਸ਼ਹੀਦ ਧੰਨ ਬਾਬਾ ਦੀਪ ਸਿੰਘ ਸ਼ਹੀਦ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅੰਤਰਰਾਸ਼ਟਰੀ ਸਿੱਖ ਯੂਥ ਕਾਨਫਰੰਸ ਮਿਤੀ 25 ਜਨਵਰੀ 2024 ਨੂੰ ਸਰਦਾਰ ਸੁਖਮਿੰਦਰ ਸਿੰਘ ਰਹਿਰਾਸ ਸੇਵਾ ਨੂੰ ਮਾਨਵਤਾ ਦੀ ਸੇਵਾ ਦੇ ਖੇਤਰ ਵਿੱਚ ਕੀਤੀਆਂ ਵੱਡਮੁੱਲੀਆਂ ਪ੍ਰਾਪਤੀਆਂ ਲਈ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਮਾਣਮੱਤੇ ਸਿੱਖ ਦਾ ਸਨਮਾਨ ਦਿੱਤਾ ਜਾਂਦਾ ਹੈ। ਆਪ ਜੀ ਨੇ ਨਿੱਕੀ ਉਮਰੇ ਰਹਿਰਾਸ ਸੇਵਾ ਸੰਸਥਾ ਵੱਲੋਂ ਖੂਨਦਾਨ ਦੇ ਕਾਰਜ ਆਰੰਭ ਕਰਕੇ ਥੋੜੇ ਸਮੇਂ ਵਿੱਚ ਸੰਸਥਾ ਨੂੰ ਖੂਨਦਾਨ ਦੇ ਖੇਤਰ ਵਿੱਚ ਪੰਜਾਬ ਦੀ ਇੱਕ ਵੱਡੀ ਸੰਸਥਾ ਵਜੋਂ ਸਥਾਪਿਤ ਕੀਤਾ। ਵੱਡੀ ਗਿਣਤੀ ਵਿੱਚ ਖੂਨਦਾਨ ਕਰਕੇ ਆਪ ਜੀ ਨੇ ਲੱਖਾਂ ਲੋਕਾਂ ਦੀ ਜਾਨ ਬਚਾਉਣ ਵਿੱਚ ਸਹਾਇਤਾ ਕੀਤੀ। ਇਸ ਖੇਤਰ ਵਿੱਚ ਆਪ ਜੀ ਦੀਆਂ ਨਿਰੰਤਰ ਸੇਵਾਵਾਂ ਦੀ ਆਸ ਕਰਦੇ ਹੋਇਆਂ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਆਪ ਜੀ ਦੀ ਚੜ੍ਹਦੀ ਕਲਾ ਦੀ ਅਰਦਾਸ ਹੈ ਜੀ। ਬੇਅੰਤ ਸਿੰਘ ਮਾਵੀ ਮਹਾਨ ਸ਼ਹੀਦ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅੰਤਰਰਾਸ਼ਟਰੀ ਸਿੱਖ ਯੂਥ ਕਾਨਫਰੰਸ ਮੌਕੇ 25 ਜਨਵਰੀ 2024 ਨੂੰ ਸਰਦਾਰ ਬੇਅੰਤ ਸਿੰਘ ਮਾਵੀ ਨੂੰ ਦਸਤਾਰ ਦੇ ਪ੍ਰਚਾਰ ਪ੍ਰਸਾਰ ਦੇ ਖੇਤਰ ਵਿੱਚ ਕੀਤੀਆਂ ਸੇਵਾਵਾਂ ਲਈ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਮਾਣਮੱਤੇ ਸਿੱਖ ਦਾ ਸਨਮਾਨ ਦਿੱਤਾ ਜਾਂਦਾ ਹੈ। ਆਪ ਜੀ ਸਰੀਰਕ ਤੌਰ ਤੇ ਇੱਕ ਹੱਥ ਹੋਣ ਦੇ ਬਾਵਜੂਦ ਸੁੰਦਰ ਮਿਸਾਲੀ ਦਸਤਾਰ ਸਜਾਉਣ ਲਈ ਹੀ ਨਹੀਂ ਬਲਕਿ ਦਸਤਾਰ ਦੇ ਪ੍ਰਚਾਰ ਪ੍ਰਸਾਰ ਲਈ ਨਿਰੰਤਰ ਕਾਰਜ ਕਰਨ ਲਈ ਆਪ ਜੀ ਦੀ ਚੜ੍ਹਦੀ ਕਲਾ ਦੇ ਲਈ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਜੀ।
ਗੁਰਸਾਹਿਬ ਸਿੰਘ ਟੀਮ 1699। ਮਹਾਨ ਸ਼ਹੀਦ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅੰਤਰਰਾਸ਼ਟਰੀ ਸਿੱਖ ਯੂਥ ਕਾਨਫਰੰਸ ਮੌਕੇ ਮਿਤੀ 25 ਜਨਵਰੀ 2024 ਨੂੰ ਗੁਰਸਾਹਿਬ ਸਿੰਘ ਟੀਮ 1699 ਨੂੰ ਗੁਰਮਤ ਦੇ ਧਾਰਨੀ ਹੋ ਕੇ ਅੰਤਰ ਧਰਮ ਸੰਵਾਦ ਦੇ ਖੇਤਰ ਵਿੱਚ ਕੀਤੀਆਂ ਵੱਡਮੁੱਲੀਆਂ ਪ੍ਰਾਪਤੀਆਂ ਲਈ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਮਾਣਮੱਤੇ ਸਿੱਖ ਦਾ ਸਨਮਾਨ ਦਿੱਤਾ ਜਾਂਦਾ ਹੈ। ਵੱਲੋਂ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਆਪ ਜੀ ਨੇ ਗੁਰਮਤ ਦੇ ਧਾਰਨੀ ਹੋ ਕੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਧਰਮ ਸੰਵਾਦ ਵਿੱਚ ਸਿੱਖ ਧਰਮ ਦੀ ਨੁਮਾਇੰਦਗੀ ਕੀਤੀ। ਆਪ ਜੀ ਨੇ ਯੂਨਾਈਟਿਡ ਨੇਸ਼ਨ ਅਤੇ ਬ੍ਰਿਟਿਸ਼ ਕੌਂਸੂਲੇਟ ਆਦਿਕ ਵਿਸ਼ਵ ਪੱਧਰੀ ਸੰਸਥਾਵਾਂ ਨਾਲ ਸਾਂਝੇ ਤੌਰ ਤੇ ਅੰਤਰ ਧਰਮ ਸੰਵਾਦ ਸੰਮੇਲਨ ਦਾ ਪ੍ਰਬੰਧਨ ਕੀਤਾ, ਜਿਸ ਵਿੱਚ ਖਾਲਸਾ ਪੰਥ ਦੀ ਨਿਆਰੀ ਹੋਂਦ ਅਤੇ ਗੁਰੂ ਨਾਨਕ ਸਾਹਿਬ ਦੀ ਸਾਂਝੀਵਾਲਤਾ ਦੇ ਸਿਧਾਂਤ ਦੇ ਰੂਪ ਵਿੱਚ ਵੱਡਮੁੱਲਾ ਕਾਰਜ ਕੀਤਾ। ਗੁਰੂ ਨਾਨਕ ਸਾਹਿਬ ਦੇ ਲਾਏ ਹੋਏ ਅੰਤਰ ਧਰਮ ਸੰਵਾਦ ਖੇਤਰ ਵਿੱਚ ਅੱਜ ਵਿਸ਼ਵ ਪੱਧਰੀ ਕਾਰਜ ਕਰਨੀਆਂ ਜੋ ਸੰਸਥਾਵਾਂ ਬਣੀਆਂ ਹਨ, ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਬਹੁਤ ਲਾਹੇਵੰਦ ਸਾਬਤ ਹੋਣਗੀਆਂ। ਅਸੀਂ ਨੇੜਲੇ ਭਵਿੱਖ ਵਿੱਚ ਆਪ ਜੀ ਵੱਲੋਂ ਹੋਰ ਸੇਵਾਵਾਂ ਦੀ ਆਸਵੰਦ ਹੁੰਦੇ ਹੋਏ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਪ ਜੀ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ। ਇੱਕ ਵੀਰ ਮੇਹਰ ਸਿੰਘ ਜੀ ਸਭਰਾ, ਸਿੱਖ ਜਗਤ ਦੇ ਵਿੱਚ ਸ਼ਸਤਰਾਂ ਦੀ ਇੱਕ ਅਹਿਮ ਭੂਮਿਕਾ ਹੈ ਤੇ ਸ਼ਸਤਰਾਂ ਦੇ ਖੇਤਰ ਦੇ ਵਿੱਚ ਸਭਰਾ ਪਿੰਡ ਦਾ ਨਾਮ ਬਹੁਤ ਅੱਗੇ ਆਉਂਦਾ ਹੈ ਤੇ ਸਭਰਾ ਪਿੰਡ ਤੋਂ ਸ਼ਸਤਰ ਬਣਾਉਣ ਵਾਲੇ ਪਰਿਵਾਰ ਦੇ ਵਿੱਚੋਂ ਵੀਰ ਮੇਹਰ ਸਿੰਘ ਜੀ ਅੱਜ ਸਾਡੇ ਵਿੱਚ ਆਏ ਨੇ। ਸਿੰਘ ਸਾਹਿਬ ਜੀ ਵੀਰ ਮੇਹਰ ਸਿੰਘ ਜੀ ਨੂੰ ਸਿਰੋਂ ਪਾਉ ਦੀ ਬਖਸ਼ਿਸ਼ ਦੇ ਕੇ ਸਨਮਾਨਿਤ ਕਰਨਗੇ ਜੀ। ਵੀਰ ਮੇਹਰ ਸਿੰਘ ਜੀ। ਮਨਦੀਪ ਸਿੰਘ ਵਿਰਸਾ ਸੰਭਾਲ ਸਰਦਾਰੀ ਵੀਰ ਮਨਦੀਪ ਸਿੰਘ ਜੀ ਵਿਰਸਾ ਸੰਭਾਲ ਸਰਦਾਰੀ ਲਹਿਰ ਦਸਤਾਰਾਂ ਦੇ ਖੇਤਰ ਦੇ ਵਿੱਚ ਬਹੁਤ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਵੀਰ ਮਨਦੀਪ ਸਿੰਘ ਆਪਣੀ ਸਾਰੀ ਟੀਮ ਦੇ ਨਾਲ ਹਰ ਜਗ੍ਹਾ ਸੇਵਾ ਲੈਂਦੇ ਨੇ। ਵੀਰ ਮਨਦੀਪ ਸਿੰਘ ਜੀ ਨੂੰ ਬੇਨਤੀ ਹੈ ਕਿ ਉਹ ਆਪਣਾ ਸਿਰੋਂ ਪਾਓ ਭੇਟ ਇਹਨਾਂ ਤੋਂ ਬਾਅਦ ਪ੍ਰਿੰਸੀਪਲ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਉਹ ਵੀ ਆਪਣਾ ਸਨਮਾਨ ਪ੍ਰਾਪਤ ਕਰ। ਹਾਂਜੀ ਜੀ ਕਮਲਪ੍ਰੀਤ ਕੌਰ, ਭੈਣ ਜੀ ਕਮਲਪ੍ਰੀਤ ਕੌਰ ਪ੍ਰਿੰਸੀਪਲ ਮਾਤਾ ਸਾਹਿਬ ਕੌਰ ਗਰਲਜ਼ ਕਾਲਜ। ਪ੍ਰਿੰਸੀਪਲ ਰਮਿੰਦਰ ਸਿੰਘ ਜੀ ਖਾਲਸਾ ਗੁਰੂ ਕਾਸ਼ੀ ਇੰਸਟੀਚਿਊਟ ਉਹ ਵੀ ਆਪਣਾ ਸਨਮਾਨ। ਪ੍ਰੋਫੈਸਰ ਗੁਰਜੀਤ ਸਿੰਘ ਜੀ ਗੁਰੂ ਕਾਸ਼ੀ ਯੂਨੀਵਰਸਿਟੀ ਤੋਂ ਉਹ ਵੀ ਬੱਚੇ ਲੈ ਕੇ ਇੱਥੇ ਪਹੁੰਚੇ ਨੇ, ਉਹ ਵੀ ਆਪਣਾ ਸਨਮਾਨ ਹਾਸਲ ਕਰਨ। ਸਤਿ ਸ੍ਰੀ ਅਕਾਲ। ਅਕਾਲ ਯੂਨੀਵਰਸਿਟੀ ਤੋਂ ਪਹੁੰਚੇ ਹੋਏ ਅਧਿਆਪਕ ਸਾਹਿਬਾਨ ਵੀ ਆਪਣਾ ਸਨਮਾਨ ਹਾਸਲ ਕਰਨ। मैं प्यारे वीर बीर सिंह ਨੂੰ ਬੇਨਤੀ ਕਰਦਾ ਕਿ ਉਹ ਆਪਣਾ ਸਨਮਾਨ ਹਾਸਲ ਕਰਨ। ਵੀਰ ਬੀਰ ਸਿੰਘ। ਸਤਿ ਸ੍ਰੀ ਅਕਾਲ। ਮੈਂ ਬਹੁਤ ਸਤਿਕਾਰਯੋਗ ਸਾਡੇ ਡਾਕਟਰ ਸੁਖਪ੍ਰੀਤ ਸਿੰਘ ਜੀ ਉਦੋਂ ਕੇ ਆਪ ਜੀ ਨੂੰ ਬੇਨਤੀ ਕਰਦਾ ਕਿ ਉਹ ਆਪਣਾ ਸਨਮਾਨ ਹਾਸਲ ਕਰਨ। बोले सो निहाल। सारी संगत ਨੂੰ ਬੇਨਤੀ ਹੈ ਜੀ ਜੋ ਲੰਗਰ ਪ੍ਰਸ਼ਾਦਾ ਨਾਲ ਦੇ ਪੰਡਾਲ ਵਿੱਚ ਤਿਆਰ ਹੈ ਆਪ ਜੀ ਸਾਰਿਆਂ ਨੇ ਪ੍ਰਸ਼ਾਦਾ ਛਕ ਕੇ ਜਾਣਾ ਤੇ ਅਰਦਾਸ ਹੋਏਗੀ। ਹੁਣ ਅਰਦਾਸ ਤੋਂ ਮਗਰੋਂ
ਗੁਰੂ ਸਾਹਿਬ ਜਦੋਂ ਆਪਣੇ ਪਾਵਨ ਸਥਾਨ ਤੇ ਜਾਣਗੇ ਸਾਰੀ ਸੰਗਤ ਨੇ ਪ੍ਰਸ਼ਾਦਾ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਹੋ। ਸਾਹਿਬ ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸਾਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟਹੁ, ਜਿਸ ਦੀ ਇਹ ਵਡਿਆਈਆ, ਕਹੈ ਨਾਨਕ ਸੁਣਹੁ ਸੰਤਹੁ, ਸ਼ਬਦ ਧਰਹੁ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜੇਤ ਘਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰਿ ਕੈ ਲਾਗੇ, ਕਹੈ ਨਾਨਕ ਤਹ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਅਨੰਦ ਸੁਨਹੁ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ ਪੂਰੇ, ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ, ਸਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ, ਦਿਵਸ ਰਾਤ ਦੁਇ ਦਾਈ ਦਾਇਆ, ਖੇਲਾ ਸਗਲ ਜਗਤ, ਚੰਗੇ ਆਈਆ ਬੁਰੇ ਆਈਆ, ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ, ਜਿਨੇ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ, ਜਿਨੇ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਤੂੰ ਠਾਕੁਰ ਤੁਮ जियो पिंड सब तेरी रास, तुम मात पिता हम, तुम्हारी कृपा मह कोई न जान, तुमरा सगल समगरी तुमरै सूतर, तुम ते होए सो, तुमरी गात मित तुम ही, तुमरी गात मित तुम ही जानी, नानक दास। बोलो जी वाहिगुरु वाहिगुरु। अरदास एक ओंकार वाहिगुरु जी की फतेह। श्री भगवती जी सहाय। वार श्री भगवती जी की पातशाही 10वीं। प्रथम भगवती सिमर कै गुरु नानक लैन ते आए। रंगत गुर ते अमरदास रामदास हुई सहाय। अर्जुन हर गोविंद नो सिमरो श्री हर राय। श्री हरकृष्ण ध्याई है जिस डिठै सब दुख जाए। तेग बहादुर सिमरिया कर नौ निधि आवै ताए। सब थाई होए सहाय। 10वां पातशाह श्री गुरु गोबिंद सिंह साहिब जी सब थाई होए सहाय। 10 पातशाहियां दी जोत श्री गुरु ग्रंथ साहिब जी दे पाठ दीदार दा ध्यान करके बोलो जी। पंजां प्यारियां 4 साहिबजादियां 40 मुक्तियां हठियां जपियां तपियां जिन्हां नाम जपिया वंड छकिया। देख चलाई तेग वाही देख के अंडिठ कीता। तिन्हां प्यारियां सचियारियां दी कमाई दा ध्यान धर के खालसा जी बोलो जी। जिन्ना सिंघां सिंघणियां धर्म हेत शीश दिते बंद बंद कटाए। खोपड़ियां लोहाइयां चरखियां ते चढ़ियारियां नाल चिराए गए।
ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। प्रथम सर्वत खालसा जी की अरदास है जी। सर्वत खालसा जी को वाहिगुरु 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 चित्ते आवे, चित्ते आवन का सदका सर्व सुख होवे। जहां जहां खालसा जी साहिब तहां तहां रछिया रियायत देग तेग फतेह। बिरद की पैज पंथ की जी श्री साहिब जी सहाय। खालसे जी के बोल वाले बोलो जी। सिखा नूं सिखी दान, केश दान, रहत दान, वेक दान, विसा दान, भरोसा दान, दाना सरदान, नाम दान। श्री अमृतसर जी दे इशनान चौंकियां झंडे बुंगे जुगो जुग अटल। धर्म का जयकार बोलो जी। सिखां दा मन नीवा, मत उची, मत दा राखा आप वाहिगुरु जी। हे अकाल पुरख अपने पंथ दे सदा सहाई दा तार जियो। श्री ननकाना साहिब ते होर गुरुद्वारियां गुरधामां दे जिन्हां तो पंथ नूं विछोड़िया गया है, तिन्हां दे खुले दर्शन दीदार ते सेवा संभाल दा दान खालसा जी नूं बख्शो। हे निमाणियां दे मान, निताणियां दे ताण, निओटियां दी ओट, सच्चे पिता धन धन सतगुरु श्री गुरु गोबिंद सिंह साहिब जी महाराज आप जी दे महान पवित्र स्थान तख श्री दमदमा साहिब जी विखे जुगो जुग अटल सर्व कला समर्थ धन धन सतगुरु श्री गुरु ग्रंथ साहिब जी महाराज आप जी दे हजूर अरदास बेनती जोदड़ी है। तख श्री दमदमा साहिब जी दे महान जथेदार महान शहीद बाबा दीप सिंह जी दे जन्म दिहाड़े नूं मुख रखदियां होइयां सतगुरु सच्चे पातशाह जी और तख्त साहिब जी दे सिंह साहिब जी वल्लों आदेश मुताबक तख्त साहिब जी के समुचे प्रबंध वालों श्रोमणी गुरुद्वारा प्रबंधक कमेटी वालों पंथ की चढ़ती कला नूं मुख रखदियां होइयां बाबा दीप सिंह जी के जन्म दिहाड़े की खुशी दे विच दातार पिता जी अंतरराष्ट्रीय सिख जूथ कानफ्रेंस की गई है। सतगुरु पातशाह जी आप जी की हजूरी दे विच विद्वान सज्जणा ने सतगुरु पातशाह जी संगतां दे नाल विचारां की सांझ पाई है। कौम की कसारता एकमुठता नूं मुख रखदियां होइयां विचारां दीयां सांझां पाईयां गईयां ने। सतगुरु सच्चे पातशाह जी आप जी की हजूरी दे विच बेअंत संगतां ने हाजरियां भरीआं ने। सतगुरु पातशाह जी सबनां दीयां हाजरियां दर प्रवान करनीआं, सबनां दा चलिया चलिया कदम लेखे विच लाउणा, सबनां नूं गुरमत दी सोझी बख्शिश करनी। पातशाह जीओ पंथ की चढ़ती कला करनी। सतगुरु सच्चे पातशाह जीओ पंथ विच इकसारता एकमुठता बख्शिश करनी, किरपा करनी। दातार पिता जी आप जी दे दर्शाए हुए मार्ग ते चलण दा नौजवानां नूं बल उद्यम शक्ति बख्शिश करनी। कबीर चरण कमल की मौज को कहो कैसे अनुमान, कहबे को शोभा नहीं देखा ही प्रवान। आप जी ने किरपा करके नौजवानों नूं अपने चरणों नाल जोड़ के रखना, समुचियां संगतां नूं अपने चरणों नाल जोड़ के रखना, सिर ते मेरे दा हत्थ रखना, विद्या का दान बख्शिश करना। सतगुरु पातशाह जी शरीरक ते मानसिक तौर पर बलवान बनाउणा, अपने चरणों कमलों नाल जोड़ के अपने दर कर दियां सेवावां सिर ते मेहर दा हत्थ रख के लैंदे रहना। पातशाह जी इन्हां समागमां दे विच सिंह साहिब जी होरां वल्लों तख्त साहिब जी दे वल्लों दातार पिता जीओ पंथक खेतर दे विच सेवावां निभाउण वालियां हस्तियां नूं सन्मान कीता गया, उन्हां दे सिर ते मेहर दा हत्थ रखना। इसे तरीके दे नाल अपने दर घर दियां सेवावां निर्विघनता सहित चढ़दियां कलां विच लैंदे रहना, सबनां नूं खुशियां बख्शिश करनियां। पातशाह जीओ आप जी की हजूरी विच विचरदियां विचारां की सांझ पाउंदियां मन बाणी शरीर करके होईयां बेअंत प्रकार दीयां गलतियां खिमा करनियां। अगे वास्ते शुद्ध ते स्पष्ट बाणी पढ़न सुनन कंठ करन सेवा समन करन दा बल बख्शिश करना। इन्हां खुशियां नूं मुख रखदियां होइयां पातशाह जी आप जी की हजूरी दे विच पंचामृत कड़ा प्रसादियां देगां सजा करके हाज़र ने। आनंद साहिब दीयां 6 पौड़ियां दे पाठ होए हन। कड़ा प्रसादी देग दर प्रवान होवे, प्रवान होया प्रसाद साध संगत विच वरताउण दी आग्या बख्शिश करो। पातशाह जीओ करो कृपा आप अपने लाही दरगाही पावन हुक्मनामा साहिब बख्शिश करो। संगतां नूं निहाल करो, हुक्मनामे अनुसार तुरन दा बल उद्यम शक्ति बख्शिश करो।
सबना दियां हाजरियां धर्म प्रवान करो, अखर वाधा घाटा भुल चुक माफ करनी, सर्वाधे कारज रस करने। सही प्यारे मेलो जिन्ना मिलिया तेरा नाम चित आवे, नानक नाम चढ़दी कला तेरे भाने सरबत दा। वाहिगुरु जी का खालसा वाहिगुरु जी की फतेह। दोहरा आज्ञा भई अकाल की तब चलायो, सब सिखन को हुक्म है गुरु। गुरु ग्रंथ जी मान्यो प्रगट गुरां की, जो प्रभु को मिलवो चाहे खोज शब्द। राज करेगा खालसा आकी रहना, कुआर हुए सब मिलेंगे बचे। राज करेगा खालसा आकी रहना, कुआर हुए सब मिलेंगे बचे। बोले सो निहाल। वाहिगुरु जी का खालसा वाहिगुरु जी की फतेह। आप लिए लड़ लाए दर दरवेश से, तेन धन जनेंदी माओ आए सफल से। जिन्ना दे संदड़िया दुरमत वंजा, मित्र असाडड़े से। हाँ ढूंढेंदी जग सबाया, जान नानक विरले की। सूरा सो पहचानिया, जो लरा दीन के हेत। पुरजा पुरजा काट मरा, कबहु ना छाड़ा खेत। सुका होटल गुर सेविया, एहनिस सहज सुभाए। दर्शन परसया गुरु का, जन्म मरण दुख जाए। होवै सिफत खसाम दी, नूर अरसह कुरसह चटिया। तुद डिठे सच्चे पातशाह, माल जन्म जन्म दी कटिया। सज्जन सच्चा पातशाह, सिर साहद साह। जिस पास बैठिया सोहिया, सबना दा वेसाह। सतनाम श्री वाहिगुरु साहिब जी। सलोक महला तीजा। बिन सतगुर सेवे जगत मुआ, बिरथा जन्म गवाए। दूजा पाए आत दुख लगा, मार जम्मै आवे जाए। बिन सतगुर सेवी जगत मुआ, बिरथा जन्म गवाए। दूजा पाए आत दुख लगा, मर जम्मै आवे जाए। विस्ता अंदर वास है, फिर जूनी पाए। नानक बिन नावै जाम मारसी, अंत गया पछताए। महला तीजा। इस जग में पुरख एक है,
ਹੋਰ ਸਗਲੀ ਨਾਰ ਸਬਾਈ ਸਭ ਘਾਟ ਭੋਗਵੈ ਅਲਿਪਤ ਰਹੈ ਅਲਖ ਨ ਲਖਣਾ ਜਾਈ ਪੂਰਾ ਗੁਰ ਵਿਖਾਲਿਆ ਸਬਦੀ ਸੂਝੀ ਪਾਈ ਪੁਰਖ ਸੇਵਹਿ ਸੇ ਪੁਰਖ ਹੋਵਹਿ ਜਿਨੇ ਹਉ ਮੈਂ ਸ਼ਬਦ ਜਲਾਈ ਤਿਸ ਕਾ ਸਰੀਕ ਕੋ ਨਹੀਂ ਨਾ ਕੋ ਕੰਟਕ ਵੈਰਾਈ ਨਿਹਚਲ ਰਾਜ ਹੈ ਸਦਾ ਤਿਸ ਕੀਰਾ ਨਾ ਆਵੈ ਨਾ ਜਾਈ ਆਨ ਦਿਨ ਸੇਵਕ ਸੇਵਾ ਕਰੇ ਹਰ ਸੱਚੇ ਕੇ ਗੁਣ ਗਾਈ ਨਾਨਕ ਵੇਖ ਵਿਗਸਿਆ ਹਰ ਸੱਚੇ ਕੀ ਵਡਿਆਈ ਪੌੜੀ ਜਿਨ ਕਾ ਹਰ ਨਾਮ ਵਸਿਆ ਸਾਧ ਹਿਰਦੈ ਹਰ ਨਾਮੋ ਤਿਨ ਕਉ ਰਖਣ ਹਾਰਾ ਹਰ ਨਾਮ ਪਿਤਾ ਹਰ ਨਾਮੋ ਮਾਤਾ ਹਰ ਨਾਮ ਸਖਾਈ ਮਿੱਤਰ ਹਮਾਰਾ ਹਰ ਨਾਵੈ ਨਾਲ ਗੱਲਾ ਹਰ ਨਾਵੈ ਨਾਲ ਮਸਲਕ ਹਰ ਨਾਮ ਹਮਾਰੀ ਕਰਦਾ ਨਿਤ ਸਾਰਾ ਹਰ ਨਾਮ ਹਮਾਰੀ ਸੰਗਤ ਆਤ ਪਿਆਰੀ ਹਰ ਨਾਮ ਕੁਲ ਹਰ ਨਾਮ ਪਰਵਾਰਾ ਜਨ ਨਾਨਕ ਕਉ ਹਰ ਨਾਮ ਹਰ ਗੁਰ ਦੀਆ ਹਰ ਹਾਲਤ ਪਲਤ ਸਦਾ ਕਰੇ ਨਿਸਤਾਰਾ ਹਰ ਨਾਮ ਹਮਾਰੀ ਸੰਗਤ ਆਤ ਪਿਆਰੀ ਹਰ ਨਾਮ ਕੁਲ ਹਰ ਨਾਮ ਪਰਵਾਰਾ ਜਨ ਨਾਨਕ ਕਉ ਹਰ ਨਾਮ ਹਰ ਗੁਰ ਦੀਆ ਹਰ ਹਾਲਤ ਪਲਤ ਸਦਾ ਕਰੇ ਨਿਸਤਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮੌਜੂਦਾ ਪ੍ਰਬੰਧ ਮੈਨੇਜਰ ਸਾਹਿਬ, ਸਮੁੱਚੇ ਦਮਦਮਾ ਸਾਹਿਬ ਤਖਤ ਸਾਹਿਬ ਦੇ ਸਾਰੇ ਹੀ ਪ੍ਰਬੰਧ ਵੱਲੋਂ ਇਹ ਉਪਰਾਲਾ ਜਿਹੜਾ ਕੀਤਾ ਗਿਆ ਹੈ ਉਹਨਾਂ ਸਾਰਿਆਂ ਦੇ ऋणी ਹਾਂ ਜੀ। ਇੱਕ ਸਨਮਾਨ ਮੈਂ ਜ਼ਰੂਰ ਬੇਨਤੀ ਕਰਾਂਗਾ ਅਕਾਲ ਸਹਾਇ ਅਜਾਇਬ ਘਰ ਵੀਰ ਨਰਿੰਦਰ ਸਿੰਘ ਜੀ, ਨਰਿੰਦਰਪਾਲ ਸਿੰਘ ਜੀ। ਮਾਨਯੋਗ ਸਿੰਘ ਸਾਹਿਬ ਜੀ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ, ਕਿਉਂਕਿ ਮੈਂ ਨੌਜਵਾਨ ਬੱਚਿਆਂ ਨੂੰ ਵੀ ਬੇਨਤੀ ਕਰਾਂਗਾ ਉਹ ਪ੍ਰਦਰਸ਼ਨੀ ਜ਼ਰੂਰ ਦੇਖ ਕੇ ਜਾਣਾ। ਸਾਡੇ ਵੀ ਰਾਜ ਦੇ ਸਿੱਕੇ ਚੱਲਦੇ ਸੀ, ਇਹ ਬਹੁਤ ਹੀ ਵਧੀਆ ਸਾਡੀ ਵਿਰਾਸਤ ਤੁਹਾਡੇ ਸਨਮੁਖ ਹੈ। ਬੇਨਤੀ ਕਰਾਂਗਾ ਵੀਰ ਨਰਿੰਦਰਪਾਲ ਸਿੰਘ ਜੀ ਅਕਾਲ ਸਹਾਇ ਅਜਾਇਬ ਘਰ, ਉਹਨਾਂ ਦਾ ਸਨਮਾਨ ਕਰਨਗੇ ਮਾਨਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ। ਬੋਲੇ ਸੋ ਨਿਹਾਲ। ਵੀਰ ਜੀ ਨਰਿੰਦਰਪਾਲ ਸਿੰਘ ਜੀ ਦਾ ਵੀ ਧੰਨਵਾਦ, ਕਿਉਂਕਿ ਪੁਰਾਤਨ ਅਸਤਰ ਸ਼ਸਤਰ ਇਹਨਾਂ ਦੀ ਪ੍ਰਦਰਸ਼ਨੀ ਲਾਈ ਹੈ। ਕੱਲ ਨੂੰ ਜਿੰਨੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਲਜਿਸ, ਸਕੂਲਸ ਨੇ, ਉਹਨਾਂ ਦੇ ਧਾਰਮਿਕ ਵਿਦਿਆ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਉਹਨਾਂ ਦੀ ਇੱਕ ਕਾਰਜਸ਼ਾਲਾ ਜਿਹੜੀ ਹੈ ਉਹ ਤਖਤ ਸ੍ਰੀ ਦਮਦਮਾ ਸਾਹਿਬ ਵੱਲੋਂ ਇੱਥੇ ਹੀ ਲਾਈ ਜਾਵੇਗੀ। ਸੋ ਜਿਹੜੇ ਵੀਰ ਭੈਣਾਂ ਉਸ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਨੇ, ਜਿੰਨੇ ਵੀ ਧਾਰਮਿਕ ਟੀਚਰ ਨੇ, ਉਹਨਾਂ ਦੀ ਕਾਰਜਸ਼ਾਲਾ ਗੁਰਮਤਿ ਦੀ ਪ੍ਰਚਾਰ ਪ੍ਰਸਾਰ ਦੇ ਲਈ ਲਾਈ ਜਾਏਗੀ। ਸੋ ਬੇਨਤੀ ਹੈ ਉਹਦੇ ਵਿੱਚ ਵੀਰ ਸਤਨਾਮ ਸਿੰਘ ਜੀ ਸੱਲੋਪੁਰੀ ਉਹਨਾਂ ਨੂੰ ਸੰਬੋਧਨ ਕਰਨਗੇ। ਸੋ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ
ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸਾਰੀਆਂ ਕਮੀਆਂ ਪੇਸ਼ੀਆਂ ਰਹਿ ਗਈਆਂ ਹੋਵਾਂਗਾ। ਮੈਂ ਸਾਰੇ ਸਿੱਖ ਅਚੀਵਰਸ ਤੋਂ ਹੱਥ ਜੋੜ ਕੇ ਮੁਆਫੀ ਵੀ ਮੰਗਦਾ, ਕਿਉਂਕਿ ਪਹਿਲਾਂ ਮਨ ਸੀ ਕਿ ਬਾਹਰ ਤਖਤ ਸਾਹਿਬ ਦੇ ਉੱਥੇ ਕੀਤਾ ਜਾਵੇ, ਲੇਕਿਨ ਮੌਸਮ ਦੀ ਵਜ੍ਹਾ ਕਰਕੇ ਸਾਨੂੰ ਰਾਤ ਹੀ ਇਹ ਸਾਰਾ ਪ੍ਰਬੰਧ ਚੇਂਜ ਕਰਕੇ ਇਹਨੂੰ ਇੱਥੇ ਸੈਟਅਪ ਕਰਨਾ ਪਿਆ। ਤੇ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ, ਬੜੀ ਚੜ੍ਹਦੀ ਕਲਾ ਦੇ ਨਾਲ ਇਹ ਸੰਪੰਨ ਹੋਇਆ। ਸਾਡੀਆਂ ਭੁੱਲਾਂ ਨਾ ਚਿਤਾਰਿਓ। ਗੁਰੂ ਸਾਹਿਬ ਬਖਸ਼ਿਸ਼ ਕਰੇ। ਭਾਵਨਾਵਾਂ ਦਾ ਜਿਹੜਾ ਉਹ ਜ਼ਰੂਰ ਧਿਆਨ ਰੱਖਣਾ ਜੀ। ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਹੈ ਕਿ ਮਾਣਯੋਗ ਸਿੰਘ ਸਾਹਿਬ ਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਬਖਸ਼ਣ, ਤਾਂ ਕਿ ਉਹ ਕੌਮ ਦੀ ਸੇਵਾ ਬੜੀ ਚੜ੍ਹਦੀ ਕਲਾ ਦੇ ਨਾਲ ਇਸ ਤਰ੍ਹਾਂ ਕਰਦੇ ਰਹਿਣ। ਅਚੀਵਰਸ ਸਾਰਿਆਂ ਨੂੰ ਬੇਨਤੀ ਹੈ ਕਿ ਪ੍ਰਸ਼ਾਦਾ ਉਹ ਸਿੰਘ ਸਾਹਿਬ ਜੀ ਦੇ ਉੱਥੇ ਗ੍ਰਹਿ ਵਿਖੇ ਹੋਊਗਾ, ਤੇ ਬਾਕੀ ਸਾਰੀ ਸੰਗਤ ਨੇ ਪ੍ਰਸ਼ਾਦਾ ਇੱਥੇ ਹੀ ਛਕਣਾ। ਤੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇੱਕ ਵਾਰੀ ਫੇਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਾਰਿਆਂ ਦਾ ਪ੍ਰਸ਼ਾਦਾ ਜਿਹੜਾ ਜੀ ਉਹ ਇੱਥੇ ਹੀ ਛਕਣਾ ਜੀ ਸਾਰਿਆਂ ਨੇ। ਸੋ ਇੱਕ ਵਾਰੀ ਫੇਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਜੀ। ਉੱਚੀ ਆਵਾਜ਼ ਵਿੱਚ ਅਸੀਸ ਬਖਸ਼ਣਾ ਗੱਜ ਕੇ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਮਾਨਯੋਗ ਸਿੰਘ ਸਾਹਿਬ ਜੀ ਨੇ ਆਦੇਸ਼ ਕੀਤਾ ਹੈ ਕਿ ਅਗਲੀ ਕਾਨਫਰੰਸ ਜਿਹੜੀ ਹੈ ਉਹ ਵੱਡੇ ਪੱਧਰ ਦੇ ਉੱਤੇ ਵਿਸਾਖੀ ਦੇ ਪਾਵਨ ਦਿਹਾੜੇ ਦੇ ਨੇੜੇ ਤੇੜੇ ਆਰਗੇਨਾਈਜ਼ ਕੀਤੀ ਜਾਏਗੀ। ਸੋ ਜਿਹੜੇ ਜਿਹੜੇ ਸਿੱਖ ਅਚੀਵਰਸ, ਸਾਡੇ ਕੋਲ ਲਿਸਟ ਲੰਬੀ ਆਈ ਸੀ ਕਿਉਂਕਿ ਤਖਤ ਸਾਹਿਬਾਨ ਵੱਲੋਂ ਬੜੇ ਲੰਬੇ ਸਮੇਂ ਬਾਅਦ ਇਹ ਉਪਰਾਲਾ ਕੀਤਾ ਗਿਆ ਹੈ, ਇਸ ਕਰਕੇ ਸਿੱਖ ਅਚੀਵਰਸ ਦੀ ਜਿਹੜੀ ਲਾਈਨ ਹੈ ਬਹੁਤ ਲੰਬੀ ਸੀ। ਅਸੀਂ ਬਹੁਤ ਘੱਟ ਵੀਰਾਂ ਭੈਣਾਂ ਤੱਕ ਅਪਰੋਚ ਕਰ ਸਕੇ ਹਾਂ। ਅਗਲੀ ਕਾਨਫਰੰਸ ਤੇ ਇਸੇ ਤਰ੍ਹਾਂ ਹੀ ਬਾਕੀ ਜਿਹੜੇ ਵੀਰ ਭੈਣਾਂ ਸਿੱਖਾਂ ਦੇ ਲਈ ਬੜੀ ਮਾਣਮੱਤੀਆਂ ਸ਼ਾਨਾਮੱਤੀਆਂ ਪਰੰਪਰਾਵਾਂ ਦੇ ਤਹਿਤ ਕਾਰਜ ਕਰ ਰਹੇ ਨੇ, ਉਹਨਾਂ ਨੂੰ ਸਨਮਾਨ ਦਿੱਤਾ ਜਾਵੇਗਾ। ਹੁਣ ਅਰਦਾਸ ਹੋਵੇਗੀ। ਸਭ ਤੋਂ ਪਹਿਲਾਂ ਸਤਿਗੁਰੂ